ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਦੀਆਂ ਖਾਸ ਖਬਰਾਂ ਦੇ ਬਾਰੇ ਵਿੱਚ ਸੋ ਕੀ ਰਿਹਾ ਹੁਣ ਤੱਕ ਖਾਸ ਕੀ ਰਹੀਆਂ ਪ੍ਰਮੁੱਖ ਘਟਨਾਵਾਂ ਉਹਦੇ ਬਾਰੇ ਤੁਹਾਨੂੰ ਦਵਾਂਗੇ ਜਾਣਕਾਰੀ। ਕੋਈ ਅਜਿਹੀ ਖਬਰ ਤੁਹਾਡੇ ਕੋਲ ਹੈ ਜਾਂ ਕੋਈ ਅਜਿਹੀ ਜਾਣਕਾਰੀ ਤੁਹਾਡੇ ਕੋਲ ਹੈ ਜੋ ਤੁਸੀਂ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਅੱਜ ਦੇ ਦਿਨ ਮੰਗਲਵਾਰ ਟੋਰਾਂਟੋ ਸਮੇਂ ਦੇ ਮੁਤਾਬਿਕ ਇਸ ਵਕਤ ਸ਼ਾਮ ਦੇ 6 ਵੱਜ ਚੁੱਕੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਹਮਦਰਦ ਟੀਵੀ ਦੀ ਨਾਲ ਦੀ ਨਾਲ ਤੁਸੀਂ ਵੈਬਸਾਈਟ ਵੀ ਹੁਣ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਲੇਟੈਸਟ ਨਿਊਜ਼ ਅਪਡੇਟਡ ਹੁੰਦੀਆਂ ਨੇ, ਨਾਲ ਦੀ ਨਾਲ ਸਾਡੇ ਪ੍ਰੋਗਰਾਮਸ ਵੀ ਹੁੰਦੇ ਨੇ 24/7 24 ਘੰਟੇ ਯਾਨੀ ਕਿ 24 ਘੰਟੇ ਤੇ 7 ਦਿਨ ਸਾਡਾ ਚੈਨਲ ਉੱਥੇ ਲਾਈਵ ਚੱਲਦਾ ਆ। ਸੋ ਜੇਕਰ ਤੁਹਾਨੂੰ ਟੀਵੀ ਤੇ ਦੇਖਣ 'ਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਸੀਂ ਨਾਲ ਦੀ ਨਾਲ ਸਾਡੀ ਵੈਬਸਾਈਟ ਤੇ ਵੀ ਕਲਿੱਕ ਕਰ ਸਕਦੇ ਹੋ, YouTube ਤੇ Facebook ਤੇ ਵੀ ਫੋਲੋ ਕਰ ਸਕਦੇ ਹੋ ਸਾਡਾ ਇਹ ਪ੍ਰੋਗਰਾਮ। ਨਾਲ ਦੀ ਨਾਲ ਤੁਸੀਂ ਇਸ ਵਕਤ Facebook ਤੇ ਵੀ ਦੇਖ ਰਹੇ ਹੋ। ਸੋ ਜਿਹੜੀਆਂ ਖਬਰਾਂ ਅੱਜ ਅਸੀਂ ਪ੍ਰਮੁੱਖ ਵਿਚਾਰਨ ਜਾ ਰਹੇ ਹਾਂ ਉਹਦੇ ਵਿੱਚੋਂ ਪ੍ਰਮੁੱਖ ਖਬਰਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਮੁੱਖ ਖਬਰਾਂ ਨੇ ਫੇਸ ਬਦਲ ਕੇ ਨਿਊਯਾਰਕ ਸਿਟੀ ਦੇ ਰੈਲੀ ਵਿੱਚ ਕਿਉਂ ਪੁੱਜੀ ਰਿਹਾਨਾ, ਪੌਪਸਟਾਰ ਰਿਹਾਨਾ ਨੂੰ ਕਿਉਂ ਬਦਲਣਾ ਪਿਆ ਫੇਸ ਤੇ ਕਿਉਂ ਪੁੱਜੀ ਰੈਲੀ ਵਿੱਚ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਨਕਲੀ ਦਸਤਾਵੇਜ਼ਾਂ ਤੇ ਕੈਨੇਡਾ ਆਇਆ ਭਾਰਤੀ ਜੋੜਾ ਹੋਇਆ ਡਿਪੋਰਟ, ਕਿਉਂ ਡਿਪੋਰਟ ਕੀਤਾ ਗਿਆ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਨਾਲ ਕੀ ਕਰਨ ਜਾ ਰਿਹਾ ਹੈ ਪਾਕਿਸਤਾਨ, ਜੱਦੀ ਹਵੇਲੀਆਂ ਨੇ ਇੱਥੇ ਕੀ ਕੀਤਾ ਜਾਏਗਾ ਇਹਨਾਂ ਦਾ ਗੱਲਬਾਤ ਕਰਾਂਗੇ। ਨਾਲ ਦੀ ਨਾਲ ਓਨਟਾਰੀਓ ਵਾਸੀਆਂ ਲਈ ਨਵੀਆਂ ਪਾਬੰਦੀਆਂ ਸ਼ੁਰੂ ਹੋਣ ਜਾ ਰਹੀਆਂ ਨੇ, ਕੀ ਹੋਣਗੀਆਂ ਪਾਬੰਦੀਆਂ, ਪ੍ਰੀਮੀਅਰ ਕੋਰਟ ਜਲਦ ਐਲਾਨ ਕਰਨ ਜਾ ਰਹੇ ਨੇ। ਇਸ ਤੋਂ ਇਲਾਵਾ ਗੱਲ ਕਰਾਂਗੇ ਸ਼੍ਰੀਲੰਕਾ ਦੇ ਵਿੱਚ ਸਟੇਜ ਤੇ ਹੀ ਆਪਸ ਵਿੱਚ ਲੜ ਪਈਆਂ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਤੇ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ। ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੁੜ ਲੈਣੇ ਚ ਮੇਰੇ ਸਹਿਯੋਗੀ ਮਰਗਿਨ ਨਾਚੀ ਨੂੰ ਸਵਾਗਤ ਹੈ ਸਰ। ਤੁਹਾਨੂੰ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ, ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ, ਜਗਦੇ ਦੀਪ ਬੁਝਾ ਕੇ ਡਾਕੂ ਵਿੱਚ ਹਨੇਰੇ ਮਾਰ ਕਰਨਗੇ। ਤੇਰੀ ਥਾਲੀ ਵਿੱਚੋਂ ਰੋਟੀ ਚੁੱਕ ਲੈਣੀ ਹੈ ਉੱਡਣੇ ਕਾਵਾਂ, ਤੇਜ਼ ਤਰਾਰੀ ਮੌਤ ਸਵਾਰੀ ਛਾਤਰ ਬਹੁਤ ਖੁਆਰ ਕਰਨਗੇ। ਕੀ ਹੋਇਆ ਤੇ ਕਿਕੂ ਹੋਇਆ ਮਿਸਰੀਆਂ ਦੇ ਟੋਲੇ ਆ ਕੇ, ਤੇਰੀ ਲੋਥ ਸਰਾਣੇ ਬਹਿ ਕੇ ਡੂੰਘੀ ਸੋਚ ਵਿਚਾਰ ਕਰਨਗੇ। ਹਮਦਰਦੀ ਦਾ ਪਾਠ ਪੜ੍ਹਦੇ ਆ ਮਗਰੋਂ ਇਹ ਸਭ ਭੋਗ ਪਾਉਣਗੇ, ਆਪਣਾ ਪੱਲਾ ਝਾੜਨ ਮਗਰੋਂ ਡਾਢਾ ਅਤਿਆਚਾਰ ਕਰਨਗੇ। ਬੜਾ ਰੋਕਿਆ ਮੁੜਿਆ ਹੀ ਨਾ ਯਾਰੋ ਸਾਤੋਂ ਹੜਦੇ ਵਾਂਗੂ, ਹੋਈਆਂ ਤੇ ਅਣਹੋਈਆਂ ਬਾਤਾਂ ਮੇਰੇ ਬਾਰੇ ਯਾਰ ਕਰਨਗੇ, ਹੋਈਆਂ ਤੇ ਅਣਹੋਈਆਂ ਬਾਤਾਂ ਮੇਰੇ ਬਾਰੇ ਯਾਰ। ਕੀ ਬਾਤ ਹੈ ਸਰ, ਬਹੁਤ ਖੂਬ ਜੀ। ਜਿਹੜੇ ਕਵੀ ਉਹ ਬਹੁਤ ਕੁਝ ਸਮਝਾਉਂਦੇ ਆ, ਅਸੀਂ ਫੇਰ ਨਹੀਂ ਸਮਝਦੇ। ਕਵੀ ਨੇ ਨਾ ਉਹ ਕਹਿੰਦੇ ਆ ਕਿ ਸਾਗਰ ਜਿਹੜਾ ਹੈ ਉਹ ਗਾਗਰ ਵਿੱਚ ਭਰ ਲੈਂਦੇ ਨੇ ਤੇ ਆਪਾਂ ਉਸ ਚੀਜ਼ ਨੂੰ ਸਮਝ ਨਹੀਂ ਸਕਦੇ ਜੋ ਇੱਕ ਕੁਦਰਤ ਨੇ ਉਹਨਾਂ ਨੂੰ ਦੇਣ ਦਿੱਤੀ ਆ, ਉਹ ਹਰ ਕਿਸੇ ਦੇ ਹਿੱਸੇ ਨਹੀਂ ਆਈ। ਹਾਂ, ਉਹਨਾਂ ਦੇ ਹਿੱਸੇ ਤਾਂ ਉਹ ਆ ਗਈ ਹੈ, ਜਿਹੜੀ ਉਹ ਸਾਨੂੰ ਉਹਨਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਾਡੇ ਹਿੱਸੇ ਨਹੀਂ ਆਉਂਦੀ, ਸਮਝ ਵੀ ਨਹੀਂ ਸਕਦੇ। ਕੋਈ ਸਮਝਾਉਣ ਦੀ ਕੋਸ਼ਿਸ਼ ਵੀ ਕਰੇ ਨਾ ਕਹਿੰਦੇ ਵੱਡਾ ਸਿਆਣਾ ਬਣਿਆ ਜਾਂਦਾ। ਸਹੀ ਗੱਲ ਹੈ, ਸਮਝਾਈਦਾ ਨਹੀਂ ਹੁੰਦਾ, ਬਸ ਸਮਝਣ ਦੀਆਂ ਗੱਲਾਂ ਥੋੜਾ ਅਸੀਂ ਹੋਰ ਵੀ ਕਰਾਂਗੇ ਜੀ ਅੱਜ। ਬਿਲਕੁਲ ਜੀ। ਤੇ ਸਰ ਖਬਰਾਂ ਦੀ ਸ਼ੁਰੂਆਤ ਕਰਦੇ ਥੋੜਾ ਮੌਸਮ ਦੀ ਗੱਲਬਾਤ ਕਰ ਲਈਏ। ਮੌਸਮ ਸੋਹਣਾ ਹੋਇਆ ਕੁਝ ਦਿਨਾਂ ਦੇ ਉੱਤੋਂ ਤੇ ਤੁਹਾਨੂੰ ਲੱਗਦਾ ਏਦਾਂ ਹੀ ਮਿਹਰਬਾਨ ਰਹੇਗਾ? ਆ ਗਈ ਫਾਈਨਲੀ ਗਰਮੀ ਆ ਗਈ? ਕਰਨ ਨਹੀਂ ਆਏ ਨਹੀਂ ਕਹੀਦਾ ਹੁੰਦਾ, ਕਈ ਕਹਿੰਦੇ ਆ ਇਹ ਜਿੰਕਸ ਹੋ ਜਾਂਦਾ, ਕਈ ਦਾ ਨਹੀਂ ਹੁੰਦਾ ਗਰਮੀ ਆ ਗਈ ਗਰਮੀ ਆ ਗਈ। ਅਜੇ ਗਰਮੀ ਨਹੀਂ ਆਈ ਹੈ, ਅਜੇ ਰਾਤਾਂ ਨੂੰ 0 ਦੇ ਨੇੜੇ ਤੇ ਸਾਡੇ ਟੈਂਪਰੇਚਰ ਰਹੂਗਾ। ਅਪ੍ਰੈਲ ਹੀ ਆ, ਹਲੇ ਪਹਿਲਾ ਹਫਤਾ ਹੀ ਆ, ਹਲੇ ਠਹਿਰੋ। ਬਿਲਕੁਲ ਵੈਸੇ ਆਸਾਰ ਚੰਗੇ ਲੱਗ ਵਾਲੇ। ਆਪਾਂ ਗਰਮੀ ਉਦੋਂ ਕਹਿਣੀ ਜਦੋਂ ਪਲੱਸ ਆ ਗਿਆ, ਠੀਕ ਹੈ ਨਾ, ਉਸ ਮੁਤਾਬਕ ਆਈ ਹੋਈ ਆ। ਬਿਲਕੁਲ ਜੀ, ਠੀਕ ਹੈ ਨਾ। ਅੱਜ ਤਕਰੀਬਨ 12-13 ਟੈਂਪਰੇਚਰ ਸੀਗਾ ਜੀ ਸਾਡਾ, 12-13 ਸੀਗਾ ਜੀ ਸਾਡੇ ਸੈਲਸੀਅਸ। ਤੇ ਦੂਜਾ ਬਣ ਜਾਂਦਾ ਮੇਰੇ ਖਿਆਲ ਉਹ 55 ਦੇ ਨੇੜੇ ਤੇ ਸ਼ਾਇਦ ਬਣ ਜਾਂਦਾ ਜਿਹੜਾ ਯੂਐਸ ਵਾਲੇ, ਸਾਡਾ 55 ਹੈ ਜੀ ਇੱਥੇ। ਬਿਲਕੁਲ ਜੀ। ਦੇ ਖਬਰਾਂ ਦੀ ਸ਼ੁਰੂਆਤ ਕਰਦੇ ਆਪਾਂ ਨਾਲ ਦੀ ਨਾਲ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲੀ ਖਬਰ ਹੈ ਕੈਨੇਡਾ ਤੋਂ। ਕੈਨੇਡਾ ਦੇ ਵਿੱਚ 28 ਟਨ ਦੇ ਕਰੀਬ ਕੋਕੀਨ ਫੜੀ ਗਈ ਹੈ
ਬੀਤੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ ਜਿਹਦੇ ਵਿੱਚ ਨਸ਼ਾ ਵੱਡੀ ਮਾਤਰਾ ਵਿੱਚ ਫੜਿਆ ਗਿਆ ਸੀ। ਅੱਜ ਜਿਹੜੀ ਆ ਕੋਕੀਨ ਫੜੀ ਗਈ ਹੈ ਸਰ। 28 ਟਨ ਕੋਕੀਨ ਫੜੀ ਜਾਣਾ ਬਹੁਤ ਵੱਡੀ ਮਾਤਰਾ ਵਿੱਚ ਇਹ ਨਸ਼ਾ ਫੜਿਆ ਗਿਆ। ਹਾਂ ਤਾਂ ਨੇ ਕਈ ਥਾਵਾਂ ਤੇ ਰਲਾ ਕੇ ਹੈਗੀ ਹੈ। ਇਹ ਬੈਲਜੀਅਮ ਦੀ ਪੁਲਿਸ ਨੇ ਇਹ ਕੰਮ ਕੀਤਾ। ਬੈਲਜੀਅਮ ਦੇ ਵਿੱਚ ਬਹੁਤੀ ਫੜੀ ਗਈ ਹੈ ਇਹ 28 ਟਨਸ। ਉਹਨਾਂ ਨੇ ਨਾ ਕਿਹੜੇ ਹਿਸਾਬ 'ਚ ਫੜੀ ਹੈ ਇਮੈਜਿਨ ਕਰੋ। ਇੱਕ ਚੀਜ਼ ਹੁੰਦੀ ਹੈ ਉਹ ਨਾ ਤੁਹਾਨੂੰ $1500 ਦਾ ਫੋਨ ਮਿਲਦਾ, ਉਹ ਯੂਨਿਟ ਹੈ ਕੋਈ। ਓਕੇ, ਉਹਦੇ ਤੇ ਤੁਹਾਨੂੰ ਜਿਹੜੀ ਆ ਕੋਈ ਤੁਹਾਡੇ ਜਿਹੜੇ ਸਕ੍ਰਿਪਟ ਵਾਲੇ ਮੈਸੇਜ ਹੈਗੇ ਆ ਉਹ ਕੋਈ ਪੜ੍ਹ ਨਹੀਂ ਸਕਦਾ, ਉਹਨੂੰ ਬ੍ਰੇਕ ਨਹੀਂ ਕਰ ਸਕਦਾ। ਓਕੇ ਸੋ ਉਹਦੇ ਚ ਸਰਟਨ ਉਹ ਐਪਸ ਪਾ ਕੇ ਤੁਹਾਨੂੰ ਦਿੰਦੇ ਆ ਵੀ ਇਹਨਾਂ ਦੇ ਤੁਸੀਂ ਕਰਨੇ ਆ ਐਪਸ, ਇਹਨਾਂ ਨੂੰ ਵਰਤਣਾ ਤੁਸੀਂ। ਤਕਰੀਬਨ 60,000 ਦੇ ਨੇੜੇ ਕਹਿੰਦੇ ਇਸ ਵੇਲੇ ਦੁਨੀਆ 'ਚ ਹੈਗਾ ਉਹ। ਔਰ ਜਿਹੜੀ ਉਹਦੀ ਫੋਨ ਉਹ 'ਚ ਖਾਸੀਅਤ ਇਹ ਹੈਗੀ ਆ ਕਿ ਤੁਸੀਂ ਕਿਸੇ ਵੀ ਜਗ੍ਹਾ ਤੋਂ ਜੇ ਉਹ ਫੋਨ ਫੜਿਆ ਜਾਂਦਾ ਕਿਸੇ ਵੀ ਜਗ੍ਹਾ ਤੋਂ ਉਹਦੇ ਵਿੱਚ ਜੋ ਕੁਝ ਉਹ ਡਿਲੀਟ ਕਰ ਸਕਦੇ। ਉਹ ਮੈਸੇਜ ਪੜ੍ਹਨ ਵਾਸਤੇ ਜਿਹੜੀ ਬੈਲਜੀਅਨ ਪੁਲਿਸ ਹੈਗੀ ਆ ਉਹਨਾਂ ਨੇ ਉਹਦਾ ਕੋਡ ਬ੍ਰੇਕ ਕਰ ਜਿਹੜਾ ਕੋਡ ਬ੍ਰੇਕ ਕੀਤਾ, ਫਿਰ ਉਹਨਾਂ ਨੇ ਕੋਡ ਬ੍ਰੇਕ ਕਰਨ ਦੇ ਨਾਲ ਇਸ ਤਰ੍ਹਾਂ ਇੱਕ ਵਾਰੀ ਦੀ ਉਹਨਾਂ ਨੇ 11 ਟਨ ਫੜੀ ਹੈ ਤੇ ਕਈ ਵਾਰੀ ਫੜ ਕੇ ਉਹਨਾਂ ਨੇ 27.64 ਟਨ। ਇਮੈਜਿਨ ਆਪਾਂ ਉਹ 1000 ਕਿਲੋ ਦੀ ਗੱਲ ਕਰਦੇ ਸੀਗੇ, ਉਹਦੀ 10 ਟਨ ਦੀ ਆਪਾਂ ਫੀਮ ਦੀ ਗੱਲ ਕਰਦੇ ਸੀ। ਆ ਉਦੋਂ ਹੀ ਵੱਡਾ ਜਿਹੜੀ ਕਿ 1.5 ਬਿਲੀਅਨ ਯੂਰੋ ਪਾਉਂਡਸ ਤੋਂ ਵੱਧ ਹੈ। ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ, ਆਪਾਂ ਅੱਗੇ ਕਹਿੰਦੇ ਸੀਗੇ ਵੀ ਨਸ਼ਾ ਕੋਈ ਇੱਕ ਜਗ੍ਹਾ ਤੱਕ ਹੀ ਸੀਮਿਤ ਨਹੀਂ ਹੈਗਾ। ਵਰਲਡ ਵਾਈਡ ਇਹ ਨਸ਼ੇ ਦੀ ਸਮੱਸਿਆ ਜਿਹੜੀ ਹੋ ਚੁੱਕੀ ਹੈ। ਲਗਭਗ ਹਰ ਦੇਸ਼ ਦੀ ਨੌਜਵਾਨੀ ਨੂੰ ਇਸ ਵਕਤ ਨਸ਼ੇ ਦੀ ਦਲਦਲ 'ਚ ਧਕੇਲਿਆ ਜਾ ਰਿਹਾ, ਚਾਹੇ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, US ਹੋਵੇ, ਇੰਡੀਆ ਹੋਵੇ। ਇਹ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਇਸ ਵਕਤ। ਐਨਕਰੋ ਚੈਟ ਹੈ ਉਹ ਜਿਹੜੀ ਮੈਂ ਚੈਟ ਹੈਗੀ ਹੈ, ਜਿਹੜਾ ਮੈਂ ਫੋਨ ਦੀ ਗੱਲ ਦੱਸੀ ਜਿਹਦੇ ਵਿੱਚ ਇਹ ਕੀਤਾ ਜਾਂਦਾ। ਜੇ ਕਿਸੇ ਕੋਲੇ ਹੈਗਾ ਤਾਂ ਭਾਈ ਉਹਨੂੰ ਹੁਣ ਆ ਫੜਿਆ ਜਾਣ, ਉਹਦੀ ਜਿਹੜੀ ਹੈਗੀ ਹੈ ਕੋਈ ਨਵੀਂ ਚਾਰ ਕਰ ਲੈਣਗੇ। ਕੋਈ ਚੋਰ ਸਿਪਾਹੀ ਵਾਲੀ ਖੇਡ ਹੈਗੀ ਹੈ ਕਰਦੇ, ਪਰ ਇੰਨੀਆਂ ਵੱਡੀਆਂ ਦੇਖੋ ਜਿਹੜੀ NCA ਨੈਸ਼ਨਲ ਕ੍ਰਾਈਮ ਏਜੰਸੀ ਆਫ ਜਿਹੜੀ UK ਆ, ਉਹਨਾਂ ਨੇ ਪਿਛਲੇ ਕੁਛ ਦੇ ਵਿੱਚ 746 ਅਰੈਸਟ ਕੀਤੀਆਂ ਨੇ। 54 ਮਿਲੀਅਨ ਦੀ ਉਹਨਾਂ ਨੇ ਕੈਸ਼ ਫੜਿਆ, 77 ਫਾਇਰ ਆਰਮਸ ਫੜੇ ਨੇ। ਇੰਨਾ ਕੁਛ ਤੁਸੀਂ 54 ਮਿਲੀਅਨ ਪਾਉਂਡ ਕੈਸ਼, ਜਸਟ ਇਮੈਜਿਨ ਕੀ ਕਰ ਰਿਹਾ ਕੋਈ ਬੰਦਾ ਇੰਨਾ ਜ਼ਿਆਦਾ ਕੈਸ਼। ਔਰ ਇਹ ਜਿਹੜਾ ਡਰੱਗਸ ਦਾ ਬਿਜ਼ਨਸ ਹੈ ਸਾਰੀ ਦੁਨੀਆ ਦੇ ਵਿੱਚ ਬਹੁਤ ਵਧਿਆ ਹੋਇਆ, ਬਹੁਤ ਤੰਗ ਕਰ ਰਿਹਾ। ਸਾਡੀਆਂ ਬਹੁਤ ਸਾਰੀਆਂ ਸਰਕਾਰਾਂ ਦਾ ਬਹੁਤ ਵੱਡਾ ਹਿੱਸਾ ਇਸ ਕੰਮ ਦੇ ਉੱਤੇ ਲੱਗਿਆ ਹੈ, ਜਿਹੜਾ ਇਹਨਾਂ ਨੂੰ ਰੋਕਣ ਵਾਸਤੇ ਲੱਗਿਆ ਹੋਇਆ, ਜਿਹੜਾ ਕਿ ਹਜੇ ਤੱਕ ਆਈ ਡੋਂਟ ਨੋ। ਇਸੇ ਕਰਕੇ ਫਿਰ ਕਿਤੇ ਕਿਤੇ ਗੱਲ ਚੱਲਦੀ ਹੈ ਨਾ ਵੀ ਲੀਗਲ ਕਰ ਦੇਣਾ ਚਾਹੀਦਾ, ਵੀ ਘੱਟੋ ਘੱਟ ਜਿਹਨੇ ਹੁਣ ਖਾਣਾ ਉਹ ਤਾਂ ਹਟਦਾ ਨਹੀਂ ਹੈ। ਔਰ ਹਰੇਕ ਨੂੰ ਸਮਝਾਇਆ ਗਿਆ ਭਾਈ ਨਾ ਖਾਓ, ਜੇ ਖਾ ਕੇ ਮਰਨੀ ਹੈ ਤਾਂ ਤੁਹਾਡੀ ਮਰਜ਼ੀ, ਠੀਕ ਹੈ ਨਾ। ਪਰ ਉਹਦੇ ਨਾਲ ਗੱਲਾਂ ਹੋਰ ਆਉਂਦੀਆਂ ਨੇ ਨਾਲ, ਕਈ ਚੀਜ਼ਾਂ ਨੂੰ ਹੋਰ ਇਹ ਲੈ ਕੇ ਆਉਂਦਾ। ਇਕੱਲੀ ਡਰੱਗ ਹੀ ਨਹੀਂ ਹੈ, ਕ੍ਰਾਈਮ ਆਉਂਦਾ। ਜਿਹੜੇ ਬੰਦੇ ਨੂੰ ਡਰੱਗ ਦੇ ਪੈਸੇ ਨਹੀਂ ਹੁੰਦੇ ਉਹ ਫਿਰ ਹੋਰ ਕ੍ਰਿਮੀਨਲ ਬਣਦਾ, ਕਿਤੇ ਚੋਰੀ ਕਰਦਾ, ਉਹ ਲੁੱਟ ਖੋਹ ਕਰੂਗਾ, ਕੁਛ ਨਾ। ਇਹ ਜਿਹੀਆਂ ਗੱਲਾਂ ਨਾਲ ਬਹੁਤੀਆਂ ਆਉਂਦੀਆਂ। ਮਾਈਂਡ ਵੀ ਇੱਕ ਤਰ੍ਹਾਂ ਨਾਲ ਵਾਸ਼ ਹੋ ਜਾਂਦਾ, ਬੰਦਾ ਕੁਝ ਸੋਚਣ ਸਮਝਣ ਦੀ ਸਥਿਤੀ 'ਚ ਨਹੀਂ ਰਹਿੰਦਾ। ਖਾਸ ਤੌਰ ਤੇ ਜਦੋਂ ਟੀਨੇਜ ਦੇ ਵਿੱਚ ਬੰਦਾ ਇਹ ਜਿਹੀ ਚੀਜ਼ਾਂ ਦੇ ਵਿੱਚ ਲੱਗ ਜਾਂਦਾ, ਬੱਚਿਆਂ ਦਾ ਤਾਂ ਪੂਰਾ ਭਵਿੱਖ ਹੀ ਖਤਮ ਹੋ ਜਾਂਦਾ ਆ। ਜਿਹੜੀ ਉਮਰ ਇਹਨਾਂ ਦੀ ਕੁਝ ਕਰਨ ਦੀ ਹੁੰਦੀ ਆ, ਉਹੀ ਉਮਰ ਦੇ ਵਿੱਚ ਜਿਹੜਾ ਨਸ਼ਿਆਂ 'ਚ ਪੈ ਕੇ ਆਪਣਾ ਤਾਂ ਟਾਈਮ ਵੇਸਟ ਕਰਦੀ ਹੈ, ਪਰਿਵਾਰ ਨੂੰ ਵੀ ਖਰਾਬ ਕਰ ਦਿੰਦੇ ਆ। ਬੰਦਾ ਨਾ ਨਸ਼ੇ ਦਾ ਗੁਲਾਮ ਹੋ ਜਾਂਦਾ ਹੈ। ਮੈਂ ਆਪ ਇਹ ਹਾਲਤ ਦੇਖੀ ਹੈ। ਤਾਂ ਜਦੋਂ ਤੁਸੀਂ ਗੁਲਾਮ ਹੋ ਗਏ ਹੋ ਤਾਂ ਫਿਰ ਤੁਸੀਂ ਕੱਸ ਜੋਗੇ ਇਹਨਾਂ ਦੇ, ਉਸ ਗੁਲਾਮੀ ਚੋਂ ਨਿਕਲਣਾ ਬਹੁਤ ਔਖਾ ਹੈ। ਪਰ ਮੈਂ ਬੰਦੇ ਨਿਕਲੇ ਹੋਏ ਵੀ ਦੇਖ, ਹਿੰਮਤ ਕਰੋ, ਨਿਕਲ ਸਕਦੇ ਹੋ ਕਿਸੇ ਵੀ ਗੱਲ ਦੇ ਵਿੱਚੋਂ। ਈਵਨ ਸ਼ਰਾਬ ਦੀ ਗੱਲ ਮੈਂ ਅੱਗੇ ਵੀ ਗੱਲ ਕੀਤੀ ਸੀ, ਸ਼ਰਾਬ ਛੱਡਣੀ ਕੋਈ ਏਡੀ ਔਖੀ ਗੱਲ ਨਹੀਂ ਹੈ, ਛੱਡੀ ਜਾ ਸਕਦੀ ਹੈ। ਤਾਂ ਛੱਡੀ ਜਾ ਸਕਦੀ ਹੈ ਜੇ ਇੱਥੇ ਹੈਗਾ ਵੀ ਛੱਡਣੀ ਹੈ। ਔਰ ਛੱਡਣੀ ਵੀ ਐਵੇਂ ਪਤਾ ਕਿਵੇਂ, ਛੱਡਤੀ ਬਸ, ਇਹਦੇ ਬਾਅਦ ਪੀਣੀ ਨਹੀਂ ਹੈ। ਐਂਡ ਇਟ ਹੈਪਨਸ। ਤੁਹਾਡਾ ਥੋੜਾ ਮਨ ਥੋੜਾ ਇਹਨੂੰ ਟਾਈਮ ਕਰੋ ਥੋੜਾ ਜਿਹਾ, ਇਹ ਕਿਸੇ ਵੀ ਵੇਲੇ ਕੋਈ ਵੀ ਚੀਜ਼ ਛੱਡੀ ਜਾ ਸਕਦੀ। ਤੁਹਾਨੂੰ 1-2 ਦਿਨ, 4 ਦਿਨ, ਹਫ਼ਤਾ, 2 ਹਫ਼ਤੇ ਕੁਛ ਹੋਏਗਾ, ਪਰ ਤੁਸੀਂ ਉਹ ਸਮਾਂ ਜੇ ਕੱਢ ਕੇ ਬਿਲਕੁਲ ਇਮੈਜਿਨ ਕਰੋ ਤੁਹਾਡੇ ਪਰਿਵਾਰ ਦੇ ਵਿੱਚ ਕਿੰਨਾ ਸੁੱਖ ਹੁੰਦਾ। ਬਿਲਕੁਲ ਜੀ, ਸਾਰਾ ਪਰਿਵਾਰ ਤੁਹਾਡੇ ਦੁਆਲੇ ਤੁਰਿਆ ਫਿਰਦਾ ਵੀ ਹੋਰ ਨਾ ਪੀ ਲਵੇ, ਹੋਰ ਨਾ ਕਰੇ। ਐਂਬੈਰਸਮੈਂਟ ਹੈ, ਤੁਸੀਂ ਪਰਿਵਾਰ ਵਾਸਤੇ ਐਂਬੈਰਸਮੈਂਟ ਹੋ ਜਾਂਦੇ। ਤੁਸੀਂ ਤੁਹਾਨੂੰ ਪਰਿਵਾਰ ਨਾਲ ਜਾਣੋਂ ਹਟ ਜਾਂਦਾ, ਕਹਿੰਦਾ ਛੱਡੋ ਪਰੇ, ਕਿਸੇ ਪਾਰਟੀ ਜਾਣਾ ਕਹਿੰਦਾ ਕਾਹਤੇ ਜਾਣਾ, ਤੁਹਾਡੇ ਕਰਕੇ ਪਰਿਵਾਰ ਵੀ ਘਰੇ ਬੈਠਾ। ਡਰਿੰਕ ਐਂਡ ਡਰਾਈਵ ਦੇ ਮਾਮਲੇ ਫਿਰ ਹੁੰਦੇ ਆ, ਉਦੋਂ ਵੱਧ ਹੈਗੇ ਨੇ। ਬਟ ਕੀਤਾ ਜਾ ਸਕਦਾ ਜੀ, ਪਰ ਜਿਹੜਾ ਤੁਹਾਡਾ ਮਨ ਅੰਦਰੋਂ ਥੋੜਾ ਮਜ਼ਬੂਤ ਹੋਵੇ ਤਾਂ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ ਜੀ। ਬਿਲਕੁਲ ਜੀ। ਇਹਦੇ ਨਾਲ ਹੀ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਖਬਰ ਹੈ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਇੱਕ ਭਾਰਤੀ ਮੂਲ ਦਾ ਜੋੜਾ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਦਰਸ਼ਕਾਂ ਨਾਲ ਖਬਰ ਸਾਂਝੀ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਕੁਲਦੀਪ ਬੋਲਦਾ ਪਿਆ ਤੇ ਮੈਂ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜੀ ਡਰੱਗ ਹੈ ਜਾਂ ਕੋਈ ਵੀ ਕ੍ਰਾਈਮ ਹੈ, ਜਿਹੜੇ ਕਾਨੂੰਨ ਆ ਬਹੁਤ ਸੌਫਟ ਆ। ਜਦੋਂ ਤੁਸੀਂ ਅਰਬ ਕੰਟਰੀਆਂ ਲਾ ਲਓ, ਦੁਬਈ, ਸਾਊਦੀ ਅਰਬ, ਜਾਰਡਨ,
ਕਿਤੇ ਵੀ ਕਦੀ ਕੋਈ ਦੇਖਿਆ ਜਿਹੜਾ ਕੋਈ ਕ੍ਰਾਈਮ ਕਰਦਾ ਉਹਨੂੰ ਰਾਈਟ ਵੇ ਸਜ਼ਾ ਦਿੰਦੇ ਆ ਨਾ। ਸਾਡੇ ਕਾਨੂੰਨ ਬਹੁਤ ਸੌਫਟ ਕਰਕੇ ਸਾਰਾ ਕੁਝ ਕਰਿਆ। ਹਾਂਜੀ, ਆਪਣੀ ਕੁਲਦੀਪ ਜੀ ਗੱਲ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਸਾਡੇ ਹਿਊਮਨ ਰਾਈਟਸ ਦੀਆਂ ਗੱਲਾਂ ਵਿਚਾਲੇ ਆ ਜਾਂਦੀਆਂ ਨੇ। ਇਸ ਕਰਕੇ ਅਸੀਂ ਹੱਥ ਨਹੀਂ ਵੱਢ ਸਕਦੇ, ਅਸੀਂ ਸਿਰ ਨਹੀਂ ਕਲਮ ਕਰ ਸਕਦੇ, ਅਸੀਂ ਪੈਰ ਨਹੀਂ ਵੱਢ ਸਕਦੇ, ਕੁਛ ਹੋਰ ਨਹੀਂ ਕਰ ਸਕਦੇ। ਸੋ ਸਾਡੇ ਜਿਹੜੇ ਕਾਨੂੰਨ ਨੇ ਫਿਰ ਵੀ ਇਸ ਨੂੰ ਮੱਦੇ ਨਜ਼ਰ ਰੱਖ ਕੇ ਬਣਾਏ ਗਏ ਨੇ ਕਿ ਕਿਸੇ ਦਾ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ, ਜਾਂ ਉਹਨੂੰ ਸਮਝਾਉਣ ਦੀ ਗੱਲ ਹੁੰਦਾ ਜੀ। ਉਦਾਂ ਵੀ ਕ੍ਰਾਈਮ ਜ਼ਿਆਦਾ ਹੋ ਰਿਹਾ ਆ, ਡਰ ਕਰਕੇ ਕਿੰਨੇ ਲੋਕੀ ਮਾਰ ਰਹੇ ਆ। ਸਹੀ ਗੱਲ ਹੈ ਜੀ। ਇਸੇ ਕਰਕੇ ਟਵੀਟ ਵਿੱਚ ਜਾਂ ਐਡਵਾਈਸ ਜਾਂ ਆਏ ਤੁਸੀਂ ਦੇਖ ਲਓ ਵੀ ਸੋਨਾ ਦੁਕਾਨਾਂ ਉੱਤੇ ਖੁੱਲੀਆਂ, ਕੋਈ ਉੱਤੇ ਟੱਚ ਕਰਦਾ। ਸਹੀ ਗੱਲ ਹੈ ਜੀ, ਯੂ ਰਾਈਟ। ਬਹੁਤ ਸੋਹਣਾ ਤੁਸੀਂ ਗੱਲ ਕੀਤੀ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਖਬਰ ਹੈ ਸਾਂਝੀ ਕਰਨ ਲੱਗਿਆ, ਕੈਨੇਡਾ ਦੇ ਵਿੱਚ ਇੱਕ ਭਾਰਤੀ ਮੂਲ ਦਾ ਜੋੜਾ ਜਿਹੜਾ ਆ ਉਹ ਡਿਪੋਰਟ ਕੀਤਾ ਗਿਆ ਆ। 16 ਸਾਲ ਤੋਂ ਇੱਥੇ ਕੈਨੇਡਾ ਵਿੱਚ ਰਹਿ ਰਿਹਾ ਸੀ, ਨਕਲੀ ਦਸਤਾਵੇਜ਼ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਸੀ। ਸਰ ਕਿੱਥੋਂ ਬਿਲੋਂਗ ਕਰਦਾ, ਕਿਵੇਂ ਫੜੇ ਗਏ? ਸਰ ਇਹ ਗੁਜਰਾਤ ਨੂੰ ਬਿਲੋਂਗ ਕਰਦਾ ਜੀ, ਹਸਬੈਂਡ ਵਾਈਫ ਦੋਨੇ। ਜਦੋਂ ਇਹ ਲੈਂਡ ਕੀਤੇ ਨੇ ਤਾਂ ਉੱਥੋਂ ਦੀ ਜਿਹੜੀ ਸਰਕਾਰ ਹੈਗੀ ਉਹਨੇ ਇਸ ਗੱਲ ਤੇ ਫੜਿਆ ਕਿ ਤੁਹਾਡੇ ਕੋਲ ਜਿਹੜੇ ਪਾਸਪੋਰਟਸ ਨੇ ਉਹ ਤੁਹਾਡੇ ਨਹੀਂ ਆ, ਕਿਸੇ ਹੋਰ ਦੇ ਪਾਸਪੋਰਟ ਤੇ ਹੋ ਗਏ ਸੀਗੇ। ਉਸ ਪਾਸਪੋਰਟ ਤੇ ਆ ਕੇ ਉਹ ਇੱਥੇ ਕੰਮ ਕਰਦੇ ਰਹੇ ਨੇ ਕੈਨੇਡਾ ਦੇ ਵਿੱਚ। ਔਰ ਹੁਣ ਵਾਪਸ ਕਿਉਂ ਜਾਣਾ ਪਿਆ? ਕਿਉਂਕਿ ਪੈਂਡੈਮਿਕ ਕਰਕੇ ਜੌਬਸ ਚਲੀ ਗਈਆਂ ਨੇ ਤੇ ਉਹ ਜਿੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੁਣ ਕੰਮ ਹੈ ਨਹੀਂਗਾ। ਸੋ ਉਹਨਾਂ ਨੇ ਮੈਨੂੰ ਤਾਂ ਹੋ ਸਕਦਾ ਜਿਹੜੇ ਪਾਸਪੋਰਟ ਤੇ ਵਾਪਸ ਗਏ ਨੇ ਤਾਂ ਉਹ ਤੇ ਵੀਜ਼ਾ ਨਹੀਂ ਲੱਗਿਆ ਹੈ ਕੈਨੇਡਾ ਦਾ। ਇਹ ਬੜੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਉਹ ਇੱਥੋਂ ਵਾਪਸ ਗਏ ਹੈਗੇ ਨੇ ਤੇ ਹੁਣ ਉਹਦੀ ਪੁੱਛਗਿੱਛ ਹੋ ਰਹੀ ਹੈ ਜੀ। ਔਰ ਕਿਤੇ ਇਹੋ ਜਿਹੇ ਕੇਸ ਇੱਕ ਨਹੀਂ ਹੋਣਾ, ਹਜ਼ਾਰਾਂ ਕੇਸ ਹੋਣਗੇ ਤਰਨ ਇਸ ਤਰ੍ਹਾਂ ਦੇ ਜਿਹੜੇ ਕਿ ਉਹਨਾਂ ਨੂੰ ਉਹ ਸਮਝ ਆਏਗਾ ਕਿ ਹਸਬੈਂਡ ਵਾਈਫ ਹੈਗੇ ਆ ਐਂਡ ਦੇ ਆਰ ਇਨ ਮਿਡਲ ਏਜ ਪੀਪਲ। ਕੋਈ ਆਏ ਨਹੀਂ ਹੈ ਉਹਨਾਂ ਨੂੰ ਜਾਂਦਿਆਂ ਨੂੰ ਜੀ। ਹੁਣ ਗ੍ਰਿਫਤਾਰ ਕੀਤੇ ਗਏ ਨੇ, ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਜਿੱਥੋਂ ਉਹਨਾਂ ਨੂੰ ਪਾਸਪੋਰਟਸ ਇਸ਼ੂ ਹੋਏ ਨੇ। ਹੁਣ ਉਹ ਆਫਿਸ ਦੇ ਵਿੱਚ ਵੱਖਰੀ ਇਨਕੁਆਇਰੀ ਚੱਲ ਰਹੀ ਹੈਗੀ ਹੈ ਵੀ ਕਿਹਨੇ ਇਸ਼ੂ ਤੇ ਕਿਹੜੇ ਬੰਦੇ ਨੇ ਇਸ਼ੂ ਕੀਤੇ ਸੀਗੇ, ਉਹਦੀ ਵੱਖਰੀ ਇਨਕੁਆਇਰੀ ਚੱਲ ਰਹੀ ਹੈ ਜੀ। ਸੋ ਸਾਡੇ ਜੀ ਇਹ ਦੋ ਭਾਰਤੀ ਮੂਲ ਦੇ ਇੰਡੀਆ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਬਿਲਕੁਲ ਸਰ, ਤੇ ਕਿਹਾ ਜਾ ਰਿਹਾ ਕਿ ਇਹ 2006 ਦੇ ਵਿੱਚ ਜਿਹੜੇ ਇੱਥੇ ਆਏ ਸੀ ਤੇ ਉਹ ਵੀ ਕਿਸੇ ਹੋਰ ਦੇ ਪਾਸਪੋਰਟ ਦੇ ਉੱਤੇ ਆਏ ਸੀ। ਫਿਰ ਉਸ ਤੋਂ ਬਾਅਦ ਜਦੋਂ ਰਿਪੋਰਟ ਕੀਤਾ ਗਿਆ ਵਾਪਸ IGI ਏਅਰਪੋਰਟ ਪਹੁੰਚੇ ਤਾਂ ਉੱਥੇ ਅਧਿਕਾਰੀਆਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। 16 ਸਾਲ ਇੱਥੇ ਕੈਨੇਡਾ ਦੇ ਵਿੱਚ ਰਹੇ ਨੇ, ਉਹ ਵੀ ਬਿਨਾਂ ਕਿਸੇ ਦਸਤਾਵੇਜ਼ਾਂ ਤੋਂ। ਇਹ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਇੱਥੇ ਕੰਮ ਕੀਤਾ ਇਹਨਾਂ ਨੇ 16 ਸਾਲ ਤੇ ਸਰਕਾਰ ਨੂੰ ਹੁਣ ਜਾ ਕੇ ਪਤਾ ਲੱਗਿਆ। ਤਰਨ ਕੋਈ ਸਮਾਂ ਹੁੰਦਾ ਸੀਗਾ ਜਦੋਂ ਨਾ ਇੱਥੇ ਲੋਕ ਪਹਿਲਾਂ ਆਉਂਦੇ ਹੁੰਦੇ ਸੀਗੇ, ਹੁਣ ID ਵਗੈਰਾ ਬਹੁਤ ਕੁਛ ਹੈਗਾ ਕਰਨਾ ਪੈਂਦਾ। ਕਈ ਲੋਕਾਂ ਨੇ ਸ਼ੁਰੂ ਚ ਆ ਕੇ ਜਿਹੜਾ ਆਪਣਾ ਹੁੰਦਾ ਨਾ ਉਹ ਕਿਹੜਾ ਕਾਰਡ ਮਿਲਦਾ ਹੁੰਦਾ ਹਾਂਜੀ, ਉਹ ਜਿਹੜਾ ਕਾਰਡ ਹੈਗਾ ਉਹਦੇ ਤੇ ਮੰਨ ਲਓ ਕਈ ਵਾਰੀ ਲਿਖਿਆ ਹੁੰਦਾ ਸੀਗਾ ਵੀ ਸਿੰਘ ਲਿਖਿਆ ਹੈ, ਮਰਗਨ ਸਿੰਘ ਲਿਖਿਆ ਤੇ ਉਹਨੂੰ ਕੋਈ ਕਿਸੇ ਨੂੰ ਲੋੜ ਸੀ ਜੇ ਡਾਕਟਰ ਤੇ ਜਾਣਾ ਵੀ ਹੈਗਾ, ਬਿਮਾਰ ਹੈਗਾ ਤਾਂ ਮੇਰਾ ਕਾਰਡ ਲੈ ਜਾਣਾ, ਚਾਹੇ ਲੇਡੀ ਹੋਈ ਹੈ ਉਹਦੇ ਮਰਗਨ ਸਿੰਘ ਦੀ ਆਵਾਜ਼ ਮਾਰਨੀ ਪਤਾ ਨਹੀਂ ਸੀ ਹੁੰਦਾ। ਜਾ ਕੇ ਕਈ ਲੋਕ ਕਿਉਂ ਕਰਦੇ ਰਹੇ ਆ, ਆਪਣੇ ਨਹੀਂ ਬਹੁਤੀਆਂ ਲੋਕਾਂ ਮਾਲੇ ਇਹੋ ਜਿਹਾ ਕੁਛ ਕਰਦੇ ਰਹੇ। ਪਰ ਜਿਉਂ ਹੁਣ ਇਹ ਚੀਜ਼ਾਂ ਵੱਧਦੀਆਂ ਗਈਆਂ ਨੇ, ਹੁਣ ਇਲੈਕਟ੍ਰੋਨਿਕ ਹੋ ਗਿਆ, ਸਭ ਕੁਛ ਹੋ ਗਿਆ, ਤਾਂ ਹੁਣ ਹੈਲਥ ਕਾਰਡ ਵੀ ਐਕਸਪਾਇਰ ਹੁੰਦਾ। ਤੁਹਾਨੂੰ ਪਹਿਲਾਂ ਹੈਲਥ ਕਾਰਡ ਐਕਸਪਾਇਰ ਨਹੀਂ ਸੀ ਹੁੰਦਾ। ਹੈਲਥ ਕਾਰਡ ਤੁਹਾਡਾ ਬਣ ਗਿਆ ਪੱਕਾ ਤੁਹਾਡਾ, ਕੋਈ ਗੱਲ ਨਹੀਂ, ਕੋਈ ਕੁਛ ਨਹੀਂ। ਇਹ ਹੁਣ ਥੋੜੇ ਸਾਲਾਂ ਤੋਂ ਗਵਰਨਮੈਂਟ ਨੇ ਕੀਤਾ ਵੀ ਭਾਈ ਜਿਨ੍ਹਾਂ ਕੋਲੇ ਪਹਿਲੇ ਹੈਗੇ ਉਹ ਬਣਾਓ, ਅਸੀਂ ਐਕਸੈਪਟ ਕਰਨੋਂ ਹਟ ਜਾਣੇ ਆ। ਅਦਰਵਾਈਜ਼ ਬਹੁਤ ਦੇਰ ਤੱਕ ਕੋਈ ਕਾਰਡ ਚੱਲੀ ਗਿਆ, ਉੱਤੇ ਕੋਈ ਐਕਸਪਾਇਰੀ ਨਹੀਂ ਸੀ, ਸਿਰਫ ਇੱਕ ਵਾਰ ਤੁਹਾਡਾ ਹੈਲਥ ਕਾਰਡ ਬਣ ਗਿਆ। ਪਰ ਹੁਣ ਇਹ ਜਿਹੜੀਆਂ ਗੱਲਾਂ ਨੇ ਅੱਗੇ ਨਾਲੋਂ ਬਹੁਤ ਫਰਕ ਪੈਂਦਾ। ਦੈਟਸ ਵਾਈ ਹੁਣ ਮੋਸਟਲੀ ਜਿੱਥੇ ਵੀ ਕੁਝ ID ਪ੍ਰੂਫ ਦੀ ਗੱਲ ਹੁੰਦੀ ਹੈ ਤਾਂ ਫੋਟੋ ID ਤੁਹਾਡੀ ਮੰਗਦੇ ਆ ਕਿ ਤੁਹਾਡਾ ਫੋਟੋ ID ਪ੍ਰੂਫ ਹੋਣਾ ਚਾਹੀਦਾ ਨਾਲ, ਕੋਈ ਨਾ ਕੋਈ। ਜਦੋਂ ਵੀ ਕੋਈ ਸਰਕਾਰੀ ਚੀਜ਼ਾਂ ਤੁਸੀਂ ਕਰਨ ਜਾਂਦੇ ਹੋ ਤਾਂ ਫੋਟੋ ID ਪ੍ਰੂਫ ਮੰਗਦੇ ਆ। ਦੈਟਸ ਰਾਈਟ, ਫੋਟੋ ID ਦੀ ਤੁਸੀਂ ਗੱਲ ਕੀਤੀ ਹੈ। ਹੁਣ ਇਹ 'ਚ ਪ੍ਰੋਬਲਮ ਇਹੀ ਹੈਗੀ ਹੈ ਕਿ ਇਸ ਵੇਲੇ 50,000 ਤੋਂ ਉੱਪਰ, ਅਸੀਂ ਬਾਅਦ ਚ ਆਵਾਂਗੇ ਕੋਵਿਡ ਦੇ ਉੱਤੇ, ਪਰ 50,000 ਤੋਂ ਉੱਪਰ ਐਸੇ ਕੇਸਿਸ ਨੇ ਇਕੱਲੇ ਟੋਰਾਂਟੋ ਦੇ ਵਿੱਚ ਜਿਨ੍ਹਾਂ ਕੋਲੇ ID ਨਹੀਂ ਹੈਗੀ ਆ। ਜਿਹੜੇ ਕੰਮ ਕਰਨ ਆਉਂਦੇ ਨੇ, ਖੇਤੀ ਕਰਨ ਆਉਂਦੇ ਨੇ, ਉਹਨਾਂ ਲੋਕਾਂ ਕੋਲ ID ਹੈ ਨਹੀਂ ਤੇ ਉਹਨਾਂ ਨੂੰ ਕੋਵਿਡ ਦਾ ਵੈਕਸੀਨ ਲੱਗ ਨਹੀਂ ਸਕਦਾ ਜਦ ਤੱਕ ਉਹਨਾਂ ਕੋਲ ID ਹੈ ਨਹੀਂ। ਇਸ ਗੱਲ ਦਾ ਅੱਜ ਰੌਲਾ ਪੈਣ ਲੱਗਿਆ ਹੋਇਆ, ਇਹ ਨਹੀਂ ਪਤਾ ਉਹਨਾਂ ਦੀ ਵਾਰੀ ਕਦੋਂ ਆਏਗੀ। ਬਿਲਕੁਲ ਜੀ, ਤੇ ਉਮੀਦ ਕਰਦੇ ਹਾਂ ਇਹਦੇ ਬਾਰੇ ਹੁਣ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਜੋ ਵੀ ਹੈ। ਤੇ ਅਗਲੀ ਖਬਰ ਜਿਹੜੀ ਸਾਂਝੀ ਕਰਨ ਜਾ ਰਹੇ ਹਾਂ, ਇਹ ਖਬਰ ਹੈਗੀ ਹੈ ਪਾਕਿਸਤਾਨ ਤੋਂ। ਪਾਕਿਸਤਾਨ ਦੇ ਵਿੱਚ ਜਿਹੜੇ ਭਾਰਤੀ ਬਾਲੀਵੁੱਡ ਦੇ ਜਿਹੜੇ ਕੁਝ ਸਿਤਾਰੇ ਨੇ ਉਹ ਬੇਸਿਕਲੀ ਜਿਹੜੇ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ, ਤੇ ਇਹਨਾਂ ਵਿੱਚ ਦੋ ਸਿਤਾਰੇ ਅਜਿਹੇ ਨੇ, ਦਿਲੀਪ ਕੁਮਾਰ ਤੇ ਰਾਜ ਕਪੂਰ, ਜਿਨ੍ਹਾਂ ਦੇ ਕਿ ਜਿਹੜੇ ਜੱਦੀ ਜਿਹੜੇ ਘਰ ਨੇ ਉਹ ਹੈਗੇ ਨੇ ਪਾਕਿਸਤਾਨ ਦੇ ਵਿੱਚ, ਉੱਥੇ ਇਹਨਾਂ ਦੀਆਂ ਹਵੇਲੀਆਂ ਨੇ। ਸੋ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸਰਕਾਰ ਇੱਕ ਕਦਮ ਚੁੱਕਣ ਜਾ ਰਹੀ ਹੈ, ਉਹ ਇਹਨਾਂ ਦੀਆਂ ਹਵੇਲੀਆਂ ਨੂੰ ਮਿਊਜ਼ੀਅਮ ਬਣਾਉਣ ਜਾ ਰਹੀ ਹੈ। ਸਿਰ ਪਾਕਿਸਤਾਨ ਸਰਕਾਰ ਅਜਿਹਾ ਕਿਉਂ ਕਰਨ ਜਾ ਰਹੀ ਹੈ? ਕਰਨ ਇਹ ਖੈਬਰ ਪਖਤੂਨਵਾਲਾ ਜਿਹੜਾ ਸੂਬਾ ਹੈ ਜੀ, ਉੱਥੋਂ ਦੀ ਸਰਕਾਰ ਪਿਸ਼ਾਵਰ ਦੇ ਵਿੱਚ, ਇਹ ਦੋਨੇ ਪਿਸ਼ਾਵਰ ਦੇ ਬੈਕਗਰਾਊਂਡ ਹੈ, ਰਾਜ ਕਪੂਰ ਦੀ ਵੀ ਤੇ ਦਲੀਪ ਕੁਮਾਰ ਦੀ ਵੀ। ਉੱਥੇ ਰਾਜ ਕਪੂਰ ਉਹਨਾਂ ਦਾ ਜਿਹੜਾ ਘਰ ਆ ਉਹ ਪ੍ਰਿਥਵੀ ਰਾਜ ਕਪੂਰ ਨੇ
ਬਣਾਇਆ ਸੀ ਤੇ ਉਸ ਘਰ ਦੇ ਵਿੱਚ ਰਾਜ ਕਪੂਰ ਦਾ ਜਨਮ ਹੋਇਆ ਜੀ। ਦੋਨਾਂ ਦੇ ਘਰ ਵਿਕ ਗਏ ਨੇ, ਉੱਥੋਂ ਦੀ ਸਰਕਾਰ ਆਪ ਲੈ ਰਹੀ ਹੈ ਕਿ ਜਿਹੜੀ ਦਲੀਪ ਕੁਮਾਰ ਦਾ ਘਰ ਹੈ ਜੀ ਉਹ 80 ਲੱਖ ਦਾ ਸਰਕਾਰ ਦੇ ਰਹੀ ਹੈ ਉਹਦੇ ਪੈਸੇ, ਤੇ ਜਿਹੜਾ ਰਾਜਪੁਰ ਵਾਲਾ ਜੀ ਉਹ 1.5 ਕਰੋੜ ਦੇ ਰਹੀ ਹੈ। ਪਰ ਤਰਨ ਜਿਹੜੇ ਉਹਨਾਂ ਦੇ ਓਨਰ ਨੇ, ਹਾਲਾਂਕਿ ਉਹ ਦੋਨੇ ਹਾਲਤ ਬਹੁਤ ਖਸਤਾ ਉਹਨਾਂ ਕਰਨ ਦੀ, ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ, ਦੋਨੇ 100 200 ਕਰੋੜ ਦੇ ਨੇੜੇ ਤੇ ਉਹਨਾਂ ਦੀ ਡਿਮਾਂਡ ਸੀਗੀ ਉਹਦੀ। ਪਰ ਜਿਹੜੀ ਸਰਕਾਰ ਹੈਗੀ ਉਹ ਇੰਨੇ ਪੈਸੇ ਦੇ ਰਹੀ ਹੈਗੀ। ਉਹ ਕਹਿੰਦੇ ਉਹ ਚਾਹੁੰਦੇ ਸੀਗੇ ਕਿ ਅਸੀਂ ਇਹਨਾਂ ਨੂੰ ਢਾਹ ਕੇ ਉੱਥੇ ਹੋਰ ਮਾਲਸ ਵਗੈਰਾ ਬਣਾਏ ਜਾਣ, ਪਰ ਸਰਕਾਰ ਨੂੰ ਢਾਉਣ ਨਹੀਂ ਦੇ ਰਹੀ। ਹੁਣ ਉਸ ਜਗ੍ਹਾ ਦੇ ਉੱਤੇ ਦੋਨੇ ਹੀਰੋਜ਼ ਦਾ ਜੀ ਮਿਊਜ਼ੀਅਮ ਬਣੇਗਾ। ਚੰਗੀ ਗੱਲ ਆ ਜੇ ਕਿਸੇ ਚੀਜ਼ ਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ। ਤਕਰੀਬਨ ਇਹ 1900 ਦੇ ਸ਼ੁਰੂ ਦੇ ਵਿੱਚ ਬਣੇ ਹੋਏ ਘਰ ਨੇ, ਤੋਂ ਸੈਂਚੁਰੀ ਤੋਂ ਉੱਪਰ ਹੋ ਚੁੱਕਿਆ। ਘਰਾਂ ਦੀ ਹਾਲਤ ਕੋਈ ਬਹੁਤ ਹੀ ਚੰਗੀ ਨਹੀਂ, ਖਸਤਾ ਹਾਲਤ ਵਿੱਚ ਨੇ, ਪਰ ਫਿਰ ਵੀ ਸਰਕਾਰ ਨੇ ਇਹਨੂੰ ਮੁੱਲ ਲੈਣ ਦਾ ਵਿਚਾਰ ਬਣਾ ਲਿਆ ਔਰ ਇਸ ਨੂੰ ਸਾਂਭੇ ਗਿਆ। ਔਰ ਦੋਨਾਂ ਥਾਵਾਂ ਦੇ ਉੱਤੇ ਮਿਊਜ਼ੀਅਮ ਬਣੇਗਾ ਤੇ ਉਸੇ ਏਰੀਆ ਦੇ ਵਿੱਚ ਹੀ ਸ਼ਾਹਰੁਖ ਖਾਨ ਦੇ ਪੇਰੈਂਟਸ ਦਾ ਘਰ ਵੀ ਹੈਗਾ, ਪਰ ਉਹ ਘਰ ਮੇਰੇ ਖਿਆਲ ਉਹਦੀ ਬਾਰੇ ਐਸੀ ਕੋਈ ਗੱਲ ਚੱਲ ਨਹੀਂ ਰਹੀ ਹੈ। ਉਹਦੇ ਵਿੱਚ ਚੇਂਜਸ ਵੀ ਆਈਆਂ ਹੋਈਆਂ ਨੇ, ਪਰ ਇਹ ਜਿਹੜੇ ਦੋਨੇ ਲੈਜੈਂਡਸ ਨੇ ਇਹਨਾਂ ਦੇ ਘਰਾਂ ਦੇ ਬਾਰੇ ਪੱਕੀ ਗੱਲ ਹੋ ਚੁੱਕੀ ਹੈ। ਸਾਰਾ ਬਾਨੋ ਦਾ ਟਵੀਟ ਵੀ ਆ ਗਿਆ ਕਿ ਜੇ ਸਰਕਾਰ ਇਉਂ ਕਰ ਰਹੀ ਹੈ ਤਾਂ ਬਹੁਤ ਚੰਗੀ ਗੱਲ ਕਰ ਰਹੀ ਹੈ। ਬਿਲਕੁਲ ਸਰ, ਤੇ ਜਿਹੜੇ ਆਰਟਿਸਟ ਨੇ ਨਾ ਉਹਨਾਂ ਲਈ ਕੋਈ ਸਰਹੱਦਾਂ ਨਹੀਂ ਹੁੰਦੀਆਂ ਹੈਗੀਆਂ, ਲਗਭਗ ਸਭ ਦੇ ਸਾਂਝੇ ਹੀ ਹੁੰਦੇ ਆ। ਹਾਲਾਂਕਿ ਅਸੀਂ ਜਦੋਂ ਕਹਿੰਦੇ ਆ ਕਿ ਜਦੋਂ ਦੋਵਾਂ ਦੇਸ਼ਾਂ 'ਚ ਕੋਈ ਕਲੈਸ਼ ਹੁੰਦਾ ਤਾਂ ਕਿਹਾ ਜਾਂਦਾ ਕਿ ਫਲਾਣੇ ਆਰਟਿਸਟ ਆ ਕੇ ਇੱਥੇ ਕੰਮ ਨਹੀਂ ਕਰਨਗੇ, ਉਹਨਾਂ ਨੂੰ ਉੱਥੇ ਕੰਮ ਨਹੀਂ ਦਿੱਤਾ ਜਾਏਗਾ, ਪਰ ਅੰਦਰੋਂ ਦੋਵਾਂ ਦੇਸ਼ਾਂ ਦੇ ਵਿੱਚ ਦੋਵਾਂ ਦੇ ਹੀ ਆਰਟਿਸਟਾਂ ਦੇ ਲੱਖਾਂ ਦੀਵਾਨੇ ਨੇ। ਜਿਹੜਾ ਰੌਲਾ ਸਿਆਸਤਦਾਨਾਂ ਦਾ ਹੁੰਦਾ, ਜਿਹੜੇ ਆਵਾਮ ਹੈ ਉਹਦਾ ਕਦੇ ਵੀ ਰੌਲਾ ਹੁੰਦਾ ਨਹੀਂ। ਇੰਡੀਆ ਪਾਕਿਸਤਾਨ ਤੋਂ ਲੋਕ ਆਪਣੇ ਇੱਥੇ ਰਹਿੰਦੇ ਨੇ, ਸਾਰੇ ਇਕੱਠੇ ਕੰਮ ਕਰਦੇ ਨੇ, ਇੱਕ ਦੂਜੇ ਨੂੰ ਸਾਰੇ ਜਿਹੜੇ ਪ੍ਰੋਗਰਾਮ ਹੁੰਦੇ ਨੇ, ਤਿਉਹਾਰ ਹੁੰਦੇ ਨੇ, ਸਾਰੇ ਵਧਾਈਆਂ ਦਿੰਦੇ ਨੇ। ਰੌਲਾ ਸਿਰਫ ਜਿਹੜੇ ਸਿਆਸਤਦਾਨ ਆ ਉਹਨਾਂ ਦੇ ਇੱਕ ਦੂਜੇ ਦੇ ਉਲਟ ਜ਼ਹਿਰ ਉਗਲਦੇ ਨੇ ਤੇ ਲੜਾਉਂਦੇ ਨੇ। ਨਾ ਕਲਾਕਾਰ ਅੱਡ ਹੁੰਦੇ ਨੇ ਜੀ, ਨਾ ਹਵਾ ਅੱਡ ਹੈ, ਨਾ ਪੰਛੀ ਜਾਨਵਰ ਕੋਈ ਅੱਡ ਨਹੀਂ ਹੁੰਦੇ, ਮੌਜ ਨਾਲ ਫਿਰਦੇ ਨੇ। ਸਿਰਫ ਇਹ ਕੁਝ ਲੋਕਾਂ ਨੇ ਜਿਹੜੀਆਂ ਲਕੀਰਾਂ ਕੱਢੀਆਂ ਨੇ, ਉਹਨਾਂ ਨੇ ਸਾਰੀ ਦੁਨੀਆ ਵਾਸਤੇ ਜਿਉਣਾ ਔਖਾ ਕੀਤਾ ਪਿਆ। ਬਿਲਕੁਲ, ਬਿਨਾਂ ਲਕੀਰਾਂ ਤੋਂ ਵੀ ਕੰਮ ਸਰ ਸਕਦਾ, ਪਰ ਸਰਦੇ ਨਹੀਂ ਨਾ। ਫਿਰ ਜਿਹੜਾ ਕੁਰਸੀ ਦਾ ਨਸ਼ਾ, ਪਾਵਰ ਆ ਜਿਹੜੀ, ਫਿਰ ਉਹ ਕਿਵੇਂ ਮਿਲੇ? ਦੈਟਸ ਰਾਈਟ। ਹਰ ਥਾਂ ਤੇ ਜਦੋਂ ਵੀ ਪਾਕਿਸਤਾਨ 'ਚ ਇਲੈਕਸ਼ਨ ਹੋਣੀ ਹੈ ਤਾਂ ਇੰਡੀਆ ਦਾ ਰੌਲਾ ਹੋਏਗਾ ਜੀ, ਇੰਡੀਆ 'ਚ ਇਲੈਕਸ਼ਨ ਹੋਣੀ ਤਾਂ ਪਾਕਿਸਤਾਨ ਦਾ ਰੌਲਾ ਹੋਏਗਾ ਜੀ। ਵਰਤਿਆ ਜਾਂਦਾ ਵਿਚ ਇਕੱਲੇ ਇਹ ਦੋਨਾਂ ਦੇਸ਼ਾਂ ਦੀ ਗੱਲ ਨਹੀਂ, ਹੋਰ ਦੇਸ਼ਾਂ ਦੇ ਵਿੱਚ ਵੀ ਬਹੁਤ ਕੁਛ ਹੈਗਾ ਇਹ ਜਿਹੜਾ ਕੁਛ ਇਸ ਤਰ੍ਹਾਂ ਵਰਤਿਆ ਜਾਂਦਾ ਜੀ। ਬਿਲਕੁਲ ਜੀ। ਖਬਰ ਹੁਣ ਸਿੰਗਾਪੁਰ ਨਾਲ ਵੀ ਸਾਂਝੀ ਕਰ ਲਈਏ। ਇੱਕ ਬੜੀ ਅਜੀਬ ਤਰ੍ਹਾਂ ਦੀ ਖਬਰ ਸਾਹਮਣੇ ਆਈ ਹੈ। ਉੱਥੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਉੱਤੇ ਇੱਕ ਬਲੌਗਰ ਦੇ ਵੱਲੋਂ ਕੁਝ ਦੋਸ਼ ਲਗਾਏ ਗਏ ਸੀ ਕਿ ਉਹ ਕਿਸੇ ਮਾਮਲੇ ਦੇ ਵਿੱਚ ਸ਼ਾਮਿਲ ਪਾਏ ਗਏ ਨੇ, ਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਉਸ ਬਲੌਗਰ ਦੇ ਉੱਤੇ ਮਾਨਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਘੱਟੋ ਘੱਟ ਉਹਨੂੰ $99,000 ਜਿਹੜੇ ਆ ਮਾਨਹਾਨੀ ਦੇ ਲਈ ਪੇ ਕਰਨੇ ਸੀ। ਸੋ ਬਲੌਗਰ ਵੀ ਬੜਾ ਚਲਾਕ ਨਿਕਲਿਆ, ਉਹਨੇ ਇਹਦੇ ਲਈ ਫੰਡ ਜਿਹੜਾ ਉਹ ਰੇਸ ਕੀਤਾ, ਤੇ ਦੇਖਦੇ ਹੀ ਦੇਖਦੇ ਕਹਿੰਦੇ 2 ਦਿਨਾਂ ਵਿੱਚ ਫੰਡ ਵੀ ਰੇਸ ਹੋ ਗਿਆ। ਸਿਰਫ ਉਹਨੇ ਬੜੀ ਵੱਡੀ ਗੱਲ ਕੀਤੀ। ਉਹਨੇ ਨਾ ਫੇਸਬੁੱਕ ਦੇ ਉੱਤੇ ਦੋਸ਼ ਲਾਇਆ ਸੀਗਾ, ਜਿਹੜਾ ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਆ, ਉਹਨੇ ਮਲੇਸ਼ੀਅਨ ਡਾਲਰਸ ਦੀ ਹੇਰਾਫੇਰੀ ਦਾ ਉਹਦੇ ਉੱਤੇ ਦੋਸ਼ ਲਾਇਆ ਸੀਗਾ, ਜਿਹਦੇ ਕਿ ਉਹਦੇ ਉੱਤੇ ਫਿਰ ਉਹਨੂੰ ਜੀ ਸੂ ਕੀਤਾ ਗਿਆ। ਔਰ ਉਹ ਜਿਹੜਾ ਸਿੰਗਾਪੁਰੀਅਨ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਨੇ ਉਹ ਕੇਸ ਜਿੱਤਿਆ। ਫਿਰ ਜਿੱਤ ਕੇ ਤੇ ਉਹਨੂੰ $99,000 ਦਾ ਜੁਰਮਾਨਾ ਹੋਇਆ। ਉਹਨੇ ਫਿਰ ਜੁਰਮਾਨਾ ਉਹਨੇ ਕਰਤਾ, ਫਿਰ ਗੋਫੰਡਮੀ ਵਰਗੀ ਗੱਲ, ਉਹਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜੀ। ਪੈਸੇ 2 ਦਿਨਾਂ ਦੇ ਵਿੱਚ ਜਾਂ 3 ਦਿਨਾਂ ਦੇ ਵਿੱਚ ਪੈਸੇ ਇਕੱਠੇ ਹੋ ਗਏ ਤੇ ਉਹਨੇ ਵਾਪਸ ਕਰ ਦਿੱਤੇ ਆ। ਉਹ ਜਿਹੜਾ ਉਹਨੇ ਫੇਸਬੁੱਕ 'ਚ ਜਿਹੜਾ ਆਰਟੀਕਲ ਪਾਇਆ ਸੀਗਾ ਜੀ, ਉਹਨੂੰ ਤੀਜੇ ਦਿਨ ਲਾਉਣਾ ਪੈ ਗਿਆ ਸੀਗਾ, ਉਹ ਤੋਂ ਰਿਮੂਵ ਕਰਨਾ ਪੈ ਗਿਆ ਸੀ। ਉਸ ਦੇ ਬਾਵਜੂਦ ਵੀ ਕਿਉਂਕਿ ਕੇਸ ਉੱਤੇ ਚੱਲਿਆ ਪਿਆ। ਜਿਹੜੀਆਂ ਸਿੰਗਾਪੁਰੀਅਨ ਗਵਰਨਮੈਂਟ ਹੈਗੀ ਜੀ, ਉਹਨੇ ਪਹਿਲਾਂ ਫੋਰਨ ਕਈ ਨਿਊਜ਼ਪੇਪਰਸ ਦੇ ਉੱਤੇ ਵੀ ਕੇਸਿਸ ਕੀਤੇ ਨੇ, ਪਰ ਇਹ ਉਹਨਾਂ ਦਾ ਆਪਦਾ ਬੰਦਾ ਸੀਗਾ, ਸੋ ਇਹਨੂੰ ਟਰਾਈ ਕਰਨਾ ਸੌਖਾ ਸੀਗਾ ਔਰ ਉਹਨੂੰ ਇੰਨਾ ਜੁਰਮਾਨਾ ਦੇਣਾ ਪਿਆ। ਬਿਲਕੁਲ ਸਰ, ਤੇ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਇਹ ਵੀ ਕਿਹਾ, ਪ੍ਰਧਾਨ ਮੰਤਰੀ ਨੇ, ਕਿ ਅਜਿਹੇ ਮਾਮਲੇ ਕਹਿੰਦੇ ਮਾਨਹਾਨੀ ਦੇ ਮੁਕੱਦਮੇ ਕਰਨੇ ਜ਼ਰੂਰੀ ਨੇ, ਕਿਉਂਕਿ ਪੋਲੀਟੀਸ਼ੀਅਨਸ ਦੀ ਜਿਹੜੀ ਸਾਖ ਦਾਅ ਤੇ ਲੱਗਦੀ ਹੈ ਇਸ ਤਰੀਕੇ ਦੇ ਨਾਲ। ਤੁਸੀਂ ਇਹ ਦੇਖੋ ਕਿ ਉਹ ਵੀ ਲੋਕ ਨੇ, ਕਹਿੰਦੇ ਜਦੋਂ ਬਲੌਗਰ ਨੂੰ ਪੈਸੇ ਇਕੱਠੇ ਹੋਏ, ਬਲੌਗਰ ਕਹਿੰਦਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਆ, ਜਿਹੜੇ ਕਿ ਖੁਦ ਆਵਾਜ਼ ਚੁੱਕਣਾ ਚਾਹੁੰਦੇ ਨੇ ਅਜਿਹੇ ਮਾਮਲਿਆਂ 'ਚ, ਤੇ ਅਜਿਹੇ ਮਾਮਲੇ ਚੁੱਕੇ ਜਾਣ, ਅੱਗੇ ਆਉਣ। ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਕੀ ਕਰਦੇ ਨੇ। ਕਾਰਨ ਪੋਲੀਟੀਸ਼ੀਅਨ ਦੀ ਸਾਖ ਹੋਵੇ ਤਾਂ ਉਹਨੂੰ ਇਹੋ ਜਿਹਾ ਕੁਛ ਕੀਤਾ ਜਾਵੇ, ਗਲਤ ਗੱਲ ਆ। ਜਿਹੜਾ ਦੀ ਸਾਖ ਨਹੀਂ ਹੁੰਦਾ ਨਾ, ਉਹਨਾਂ ਦਾ ਕੀ ਕਰੋਗੇ? ਜਿਨ੍ਹਾਂ ਦੇ ਤੁਸੀਂ ਬਿਆਨ ਪਿਛਲੇ ਕੁਝ ਸਾਲਾਂ ਤੋਂ ਲੈ ਕੇ ਹੁਣ ਤੱਕ ਦੇ ਜੋੜਦੇ ਆਓਗੇ, ਉਹ ਸਾਰੇ ਬਿਆਨ ਇੱਕ ਦੂਜੇ ਦੇ ਉਲਟ ਦਿੱਤੇ ਹੁੰਦੇ ਹੈਗੇ ਆ, ਤੁਸੀਂ ਉਹਨਾਂ ਨੂੰ ਸਾਖ ਵਾਲੇ ਮੰਨੋਗੇ? ਸਰ, ਕਈਆਂ ਦੇ ਤਾਂ ਬਿਆਨਾਂ ਦੀ ਕੋਈ ਤੋਕੀ ਨਹੀਂ ਹੁੰਦੀ। ਤੁਸੀਂ ਦੇਸ਼ ਦੇ ਬਾਰੇ ਗੱਲ ਕਰੋ, ਦੇਸ਼ ਦੀ ਆਰਥਿਕ ਹਾਲਾਤਾਂ ਬਾਰੇ, ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰੋ, ਕਿਸੇ ਦੇ ਕੱਪੜਿਆਂ ਨੂੰ, ਪਹਿਰਾਵੇ ਨੂੰ ਲੈ ਕੇ ਬਿਆਨ ਹੋਣੇ ਸ਼ੁਰੂ ਹੋ ਜਾਂਦੇ। ਕੱਪੜਿਆਂ ਕਰਕੇ ਹੈਗੇ ਨੇ ਜੀ। ਹੋਰ ਦੂਸਰੀਆਂ ਗੱਲਾਂ ਇਹ ਹੈਗੀਆਂ ਨੇ ਕਿ ਹਮੇਸ਼ਾ ਹੀ ਗੱਲ ਇਉਂ ਕੀਤੀ ਜਾਂਦੀ ਆ, ਉਹਨੇ ਆਹ ਕੀਤਾ ਸੀ, ਤੁਸੀਂ ਦੱਸੋ ਮੈਂ ਕੀ ਕਰਾਂਗਾ? ਮੈਂ ਆਇਆ,
ਤਾਂ ਮੈਂ ਆਹ ਕੁਛ ਕਰਾਂਗਾ। ਤੁਸੀਂ ਦੂਜਿਆਂ ਦੇ ਨੁਕਸ ਕੱਢੀ ਤੁਰੇ ਨਾ। ਹੁਣ ਤੱਕ ਮੈਂ ਪੰਜਾਬ ਦੀ ਗੱਲ ਕਰ ਲੈਂਦੇ, ਅਕਾਲੀ ਤੇ ਕਾਂਗਰਸੀ ਇਹ ਇੱਕ ਦੂਜੇ ਨੂੰ ਨਿੰਦੀ ਤੁਰੇ ਜਾਂਦੇ ਆ। ਹੁਣ ਇਹਨਾਂ ਨੂੰ ਟਰਬਲ ਆਈ ਹੋਈ ਹੈ, ਟਰਬਲ ਹੁਣ ਆਪ ਆ ਗਿਆ ਇੱਕ ਵਿਚਾਲੇ। ਹੁਣ ਸਮਝ ਨਹੀਂ ਆਉਂਦੀ ਵੀ ਅਸੀਂ ਕਰੀਏ ਕੀ। ਠੀਕ ਹੈ, ਔਰ ਇਹ ਇਹਨਾਂ ਦੀ ਹੁਣ ਸਾਖ ਨੂੰ ਇਹਨਾਂ ਨੂੰ ਹੋਣ ਲੱਗਿਆ ਹੈ। ਹੋਰ ਲੋਕੀ ਇਹਨਾਂ ਤੋਂ ਦੁਖੀ ਹੋਏ ਤੀਜੇ ਪਾਸੇ ਨੂੰ ਜਾਣ ਲੱਗੇ ਆ। ਉਹ ਤੀਜਾ ਜਿਹੜਾ ਬਦਲ ਸੀਗਾ ਉਹਦੇ ਕੋਈ ਚੰਗਾ ਕੰਮ ਨਹੀਂ ਕੀਤਾ, ਨਹੀਂ ਤਾਂ ਲੋਕੀ ਉਹਨਾਂ ਦੇ ਬਹੁਤ ਮਗਰ ਲੱਗੇ ਹੋਣੇ ਚਾਹੀਦੇ ਸੀਗੇ ਵੀ ਇਹ 'ਚ ਵੀ ਚੀਜ਼ ਨਵੀਂ ਆ ਰਹੀ ਹੈ, ਕਿਉਂਕਿ ਉਹਨਾਂ ਨੇ ਆਉਂਦੇ ਸਾਰ ਕੁਛ ਕਾਂਜੀ ਘੋਲੀ ਜਿਹਦੇ ਕਰਕੇ ਉਹਨਾਂ ਦੀ ਸਾਖ ਵੀ ਚਲੀ ਗਈ। ਤੇ ਹੁਣ ਜਿਹੜਾ ਉੱਥੇ ਵੋਟਰਾਂ ਤੱਕ ਕਰੇ ਤਾਂ ਕੀ ਕਰੇ। ਹੁਣ ਵੀ ਦੇਖ ਲਓ ਕਿਸਾਨ ਅੰਦੋਲਨ ਚੱਲ ਰਿਹਾ। ਇਹ ਪਤਾ ਸਭ ਨੂੰ ਕਿ ਸੁਖਬੀਰ ਬਾਦਲ ਨੇ ਉਸ ਦੇ ਹੱਕ ਵਿੱਚ ਬਿਆਨ ਦਿੱਤਾ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਹੱਕ 'ਚ ਬਿਆਨ ਦਿੱਤਾ ਹੈ, ਜਿਹੜੀ ਹਰਸਿਮਰਤ ਬਾਦਲ ਹੈ ਉਹਨੇ ਬਿਆਨ 'ਚ ਹੱਕ 'ਚ ਬਿਆਨ ਦਿੱਤਾ ਹੈ। ਇਹਨਾਂ ਦੀਆਂ ਰੈਲੀਆਂ 'ਚ ਫੇਰ ਇਕੱਠ ਹੋ ਰਿਹਾ। ਉਹ ਕੌਣ ਨੇ ਉਹ ਲੋਕ? ਤੇ ਉਹ ਲੋਕ ਕੌਣ ਨੇ ਜਿਹੜੇ ਕਿ ਕਿਸਾਨੀ ਅੰਦੋਲਨ 'ਚ ਬੈਠੇ ਨੇ? ਉਹ ਕਿਹੜੇ ਲੋਕ ਹੈਗੇ ਨੇ? ਸਮਝ ਨਹੀਂ ਆਉਂਦੀ। ਹਰ ਥਾਂ ਤੇ ਇਕੱਠ ਹੋ ਰਿਹਾ, ਕਿਹੜੀ ਗੱਲ ਦਾ ਇਕੱਠ ਹੋ ਰਿਹਾ ਸਮਝੋ ਬਾਹਰ ਹੈ। ਬਿਲਕੁਲ ਸਰ, ਜਿਵੇਂ ਈਵੀਐਮਸ ਨੂੰ ਲੈ ਕੇ ਵੀ ਹੁਣ ਉੱਥੇ ਰੌਲਾ ਪੈ ਰਿਹਾ ਵਾ ਤੇ ਉੱਥੇ ਕਿਹਾ ਜਾ ਰਿਹਾ ਕਿ ਇੱਕ ਇਲਾਕੇ ਦੇ ਵਿੱਚ 90 ਵੋਟਸ ਸੀਗੀਆਂ ਤੇ ਉਸ ਤੋਂ 100+ ਜਿਹੜੀਆਂ ਵੋਟਸ ਪੈ ਗਈਆਂ ਈਵੀਐਮ ਦੇ ਕਰਕੇ। ਸੋ ਜਿਵੇਂ ਇੱਥੇ ਸਿੰਗਾਪੁਰ ਦੇ ਵਿੱਚ ਤਾਂ ਮਾਨਹਾਨੀ ਦਾ ਮੁਕੱਦਮਾ ਹੋ ਗਿਆ ਤੇ ਜਿੱਤ ਵੀ ਗਿਆ ਨੇਤਾ। ਸਾਡੇ ਨੇਤਾਆਂ ਦਾ ਮੁਕੱਦਮਾ ਕਰਨ ਲੱਗਣ ਮੈਨੂੰ ਲੱਗਦਾ ਇੱਕ ਪਰ ਪਰਸਨ ਦੇ ਉੱਤੇ ਤਾਂ ਮੁਕੱਦਮੇ ਹੋਣਗੇ ਜਿੰਨੇ ਕੁ ਵੀਡੀਓਜ਼ ਸਾਹਮਣੇ ਆਉਂਦੇ ਆ ਜਾਂ ਸੋਸ਼ਲ ਮੀਮਸ ਬਣਦੇ ਆ ਇਹਨਾਂ ਦੇ ਉੱਤੇ, ਪੋਲੀਟੀਸ਼ੀਅਨਸ ਦੇ ਉੱਤੇ। ਮੈਂ ਕਹਿੰਦੀ ਸੁਖਬੀਰ ਬਾਦਲ ਤੇ ਬਹੁਤ ਜ਼ਿਆਦਾ ਪੈਸੇ ਜਿੱਤ ਜਾਣਗੇ। ਕਿੰਨੇ % ਇਸ ਵੇਲੇ ਪਾਰਲੀਮੈਂਟ ਦੇ ਮੈਂਬਰਸ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਹੋਏ ਹੋਏ ਨੇ? ਇਮੇਜਿਨ ਕਰੋ। ਉਹ ਲੋਕ ਜਿਹੜੇ ਕਿ ਕਾਨੂੰਨ ਬਣਾ ਰਹੇ ਨੇ ਕਿ ਦੇਸ਼ ਨੂੰ ਕਿਵੇਂ ਚਲਾਇਆ ਜਾਵੇ, ਜਿਨ੍ਹਾਂ ਉੱਤੇ ਇਹੋ ਜਿਹਾ ਕੁਛ ਹੋਇਆ ਤੇ ਇਹ ਕਿੱਧਰ ਨੂੰ ਦੇਸ਼ ਜਾ ਰਿਹਾ। ਸੋ ਸੋਚਣ ਵਾਲੀ ਗੱਲ ਆ। ਠੀਕ ਆ, ਤੁਹਾਡੇ ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਪੋਲੀਟੀਸ਼ੀਅਨ ਹੋਣਗੇ, ਪਰ ਇਹ ਸੋਚਣ ਵਾਲੀ ਗੱਲ ਹੈਗੀ ਹੈ ਕਿ ਜਿਹੜਾ ਲੋਕਾਂ ਦੇ ਉੱਤੇ ਕੇਸ ਚੱਲ ਰਹੇ ਆ, ਉਹਨਾਂ ਤੇ ਦੋਸ਼ ਲੱਗੇ ਹੋਏ ਆ ਤੇ ਉਹੀ ਦੇਸ਼ ਨੂੰ ਚਲਾ ਰਹੇ ਆ। ਬੇਟੀ ਬਚਾਓ ਅਭਿਆਨ ਤਾਂ ਜ਼ਰੂਰ ਚੱਲ ਰਿਹਾ, ਬਚਾਉਣ ਬਾਰੇ ਗੱਲ ਕਰ ਰਹਾ ਤਾਂ ਉਹਨਾਂ ਚੋਂ ਅੱਧਿਆਂ ਨੇ ਅੰਦਰ ਹੋ ਜਾਣਾ। ਐਸੀ ਗੱਲਾਂ ਹੋਈਆਂ ਨੇ, ਉਹਨਾਂ ਦਾ ਕੀ ਕਰੋਗੇ ਤੁਸੀਂ? ਬਿਆਨਬਾਜ਼ੀ ਤੋਂ ਕੱਲੇ ਤੋਂ ਕੀ ਮਤਲਬ ਬਣਨੀ ਹੈ? ਬਿਲਕੁਲ ਸਰ, ਚਲੋ ਇੰਡੀਆ ਦੀਆਂ ਗੱਲਾਂ ਆਪਾਂ ਸੁਣ ਲੈ, ਸਰਕਾਰ 'ਚ ਸੁਣਾਂਗੇ ਤੇ ਆਪਾਂ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਜਿਹੜੀ ਅਗਲੀ ਖਬਰ ਹੈ ਇਹ ਸ਼੍ਰੀਲੰਕਾ ਤੋਂ ਸਾਹਮਣੇ ਆਈ ਆ। ਬਿਊਟੀ ਪੈਜੈਂਟਸ ਹੁੰਦੇ ਨੇ, ਸਭ ਨੂੰ ਪਤਾ ਹੈ। ਸ਼੍ਰੀਲੰਕਾ ਦੇ ਵਿੱਚ ਵੀ ਇੱਕ ਅਜਿਹਾ ਹੀ ਬਿਊਟੀ ਪੈਜੈਂਟ ਹੋਇਆ, ਮਿਸਿਸ ਸ਼੍ਰੀਲੰਕਾ ਦਾ। ਇਸ ਦੌਰਾਨ ਪੂਰੇ ਸ਼ਰੇਆਮ ਸਟੇਜ ਦੇ ਉੱਤੇ ਇਕੱਠ ਸੀ ਸਾਹਮਣੇ ਬਹੁਤ ਵੱਡਾ, ਤੇ ਉਸ ਇਕੱਠ ਦੇ ਵਿੱਚ ਸ਼ਰੇਆਮ ਸਟੇਜ ਦੇ ਉੱਤੇ ਦੋ ਮਹਿਲਾਵਾਂ ਦੀ ਆਪਸ ਵਿੱਚ ਲੜਾਈ ਹੋ ਗਈ। ਉਹ ਵੀ ਉਹ ਜਿਹੜੀ ਇੱਕ ਸਾਬਕਾ ਕੁਈਨ ਸੀ ਤੇ ਜਿਹੜੀ ਇੱਕ ਮੌਜੂਦਾ ਜਿਹੜੀ ਵਿਨਰ ਸੀਗੀ, ਇਹਨਾਂ ਦੀ ਆਪਸ ਵਿੱਚ ਸਰ ਕਿਉਂ ਲੜਾਈ ਹੋ ਗਈ? ਲੱਗਦਾ ਤਾਂ ਹੋ ਸਕਦਾ ਇਹਨਾਂ ਦੀ ਆਪਸ ਬਣਦੀ ਨਾ ਹੋਵੇ। ਉਹ ਇਉਂ ਹੋਈ ਜੀ, ਇੱਕ ਨੂੰ ਅਨਾਉਂਸ ਕਰ ਦਿੱਤਾ ਗਿਆ ਜੇ ਇੱਕ ਜਿਹੜੀ ਵਿਨਰ ਹੈਗੀ ਹੈ ਮਿਸਿਸ ਸ਼੍ਰੀਲੰਕਾ। ਜਦੋਂ ਉਹਨੂੰ ਕਰਾਊਨ ਕਰਨਾ ਹੁੰਦਾ ਤੇ ਜਿਹੜੀ ਪਹਿਲੀ ਹੁੰਦੀ ਹੈ ਉਹ ਵਿਨਰ, ਉਹਨੂੰ ਕਰਾਊਨ ਕਰਨਾ ਹੁੰਦਾ। ਉਹਨੇ ਉਹਨੂੰ ਕਰਾਊਨ ਨਹੀਂ ਜੀ ਕੀਤਾ। ਉਹਨੇ ਕਰਾਊਨ ਚੱਕ ਕੇ ਉਹਦੇ ਸਿਰ ਤੇ ਰੱਖਿਆ ਸੀਗਾ, ਉਹਨੂੰ ਚੱਕ ਕੇ ਜਿਹੜੀ ਨੰਬਰ 2 ਸੀਗੀ ਉਹਦੇ ਸਿਰ ਤੇ ਕਰਾਊਨ ਰੱਖਤਾ। ਉਸ ਕਰਕੇ ਝਗੜਾ ਪੈ ਗਿਆ, ਉੱਥੇ ਰੌਲਾ ਪੈ ਗਿਆ। ਉਹ ਕਹਿੰਦੀ ਕਿਉਂ ਨਹੀਂ, ਉਹਨੂੰ ਕਿਉਂ ਨਹੀਂ ਕੀਤਾ ਗਿਆ? ਉਹ ਕਹਿੰਦੀ ਜੀ ਇਹ ਤਾਂ ਡਿਵੋਰਸਡ ਹੈ, ਕਿਉਂਕਿ ਮਿਸਿਸ ਹੈ, ਮੈਰਿਡ ਲੇਡੀਜ਼ ਦਾ ਹੀ ਹੈਗਾ ਜਿਹੜਾ ਕੰਪੀਟੀਸ਼ਨ ਹੈਗਾ। ਉਹ ਕਹਿੰਦੀ ਡਿਵੋਰਸਡ ਹੈ, ਤੇ ਉਹ ਬਾਅਦ 'ਚ ਪਤਾ ਲੱਗਿਆ ਕਿ ਉਹ ਡਿਵੋਰਸ ਤਾਂ ਹੈ ਨਹੀਂ ਗੀ। ਜਿਹੜਾ ਮਿਸਿਸ ਵਰਲਡ ਪੈਜੈਂਟ ਹੈਗਾ ਉਹਨਾਂ ਨੇ ਕਨਫਰਮ ਕੀਤਾ ਕਿ ਉਹ ਡਿਵੋਰਸ ਨਹੀਂ ਸੀਗੀ, ਉਹ ਸੈਪਰੇਟਡ ਹੈਗੀ ਹੈ। ਕੀ ਫਰਕ ਪੈਂਦਾ? ਔਰਤੀ ਦੁਸ਼ਮਣ ਹੋਈ ਹੈ ਨਾ, ਇਹਦੇ 'ਚ ਮਰਦ ਨਹੀਂ ਆਏ ਹੈ। ਔਰਤ ਨੇ ਔਰਤ ਦੇ ਸਿਰ ਤੋਂ ਤਾਜ ਲਾਇਆ। ਅਸੀਂ ਕਈ ਵਾਰ ਕਹਿੰਦੇ, ਮੈਂ ਹਲੇ ਵੀ ਇਸ ਗੱਲ ਦੇ ਹੱਕ 'ਚ ਕਿ ਔਰਤਾਂ ਨਾਲ ਅਸੀਂ ਚੰਗਾ ਟਰੀਟ ਨਹੀਂ ਕਰਦੇ, ਅਸੀਂ ਦੂਜੇ ਦਰਜੇ ਦੀਆਂ ਸਮਝਦੇ ਹਾਂ ਜੀ। ਪਰ ਕਈ ਥਾਵਾਂ ਤੇ ਬਹੁਤੇ ਐਸੇ ਕੇਸ ਨੇ ਜਿਹਦੇ ਵਿੱਚ ਔਰਤ ਹੋਈ ਔਰਤ ਦੀ ਦੁਸ਼ਮਣ ਹੁੰਦੀ ਹੈ। ਆ ਵੀ ਇੱਕ ਉਹੀ ਗੱਲ ਹੈ ਸਰ। ਮਤਲਬ ਮੈਂ ਉਹੀ ਪੁੱਛਣਾ ਚਾਹੁੰਦੀ ਹਾਂ ਕਿ ਜੈਲਸੀ ਦੀ ਜਿਹੜੀ ਗੱਲ ਹੁੰਦੀ ਹੈ, ਹਮੇਸ਼ਾ ਇਹ ਕਹਿ ਜਾਂਦਾ ਕਿ ਔਰਤ ਤੋਂ ਜੈਲਸ ਕਰਦੀ ਆ, ਮਰਦਾਂ 'ਚ ਜੈਲਸੀ ਨਹੀਂ ਹੁੰਦੀ ਗੀ? ਮਰਦਾਂ 'ਚ ਜੈਲਸੀ ਹੋਰ ਆ, ਸਾਡੀ ਜੈਲਸੀ ਹੋਰ ਆ ਜੀ। ਅਸੀਂ ਤਾਂ ਗਾਲੀ ਗਲੋਚ ਹੋ ਲੈਂਦੇ ਹਾਂ, ਫਿਰ ਅਸੀਂ ਉਦੋਂ ਭੜਾਸ ਕੱਢਦੇ ਹਾਂ ਇੱਕ ਦੂਜੇ ਤੇ। ਜਦੋਂ ਅਸੀਂ ਰੰਗ 'ਚ ਹੁੰਦੇ ਹਾਂ, ਉਹ ਫਿਰ ਅਗਲੇ ਦਿਨ ਗੱਲ ਭੁੱਲ ਜਾਂਦੀ ਆ, ਕਹਿੰਦਾ ਚੱਲ ਇਹਨੇ ਦਾਰੂ ਪੀਤੀ ਛੱਡੋ, ਪਰ ਇਹਨਾਂ ਦੀ ਕਿਹੜੀ ਗੱਲ ਹੈਗੀ ਆ। ਔਰਤਾਂ ਦੀ ਗੱਲ ਕਈ ਵਾਰੀ ਯਾਦ ਰੱਖਦੀਆਂ ਨੇ, ਖਾਸ ਕਰਕੇ ਸਾਡੇ ਰਿਸ਼ਤੇ ਹੀ ਇਸ ਤਰ੍ਹਾਂ ਦੇ ਹੋਏ ਹੋਏ ਨੇ। ਹਾਲਾਂਕਿ ਹੁਣ ਫਰਕ ਪੈਣ ਲੱਗਿਆ ਹੋਇਆ। ਜਿਹੜਾ ਖਾਸ ਕਰਕੇ ਨੂੰਹ ਸੱਸ ਦਾ ਰਿਸ਼ਤਾ, ਇਹ ਐਸਾ ਪੁਸ਼ਤ ਤੁਰਿਆ ਆ ਰਿਹਾ ਹੈ ਕਿ ਉਹ ਇੱਕ ਦੂਜੇ ਦੀ ਕੜੀ ਕੱਢੀ ਤੁਰੀ ਜਾਂਦੀ ਹੈ। ਜਿਹੜੀ ਉਹ ਅੱਗੇ ਆਈ, ਉਹ ਅੱਗੇ ਕਿਸੇ ਥਾਂ ਤੇ ਰੁਕੋ, ਹੁਣ ਰੁਕਣ ਲੱਗਿਆ ਹੈ। ਹੁਣ ਇਹ ਰੁਝਾਨ ਚੱਲਿਆ ਹੈ, ਹੁਣ ਰੁਕਣ ਲੱਗਿਆ ਹੈ। ਔਰ ਚੰਗੀ ਗੱਲ ਹੈ ਜੇ ਸੱਸ ਤੇ ਨੂੰਹ ਮਾਂ ਧੀ ਵਾਂਗੂ ਰਹਿਣ ਲੱਗਣ ਤਾਂ ਬਹੁਤ ਵਧੀਆ ਗੱਲ ਹੈਗੀ। ਔਰ ਇੱਕ ਟ੍ਰੈਂਡ ਰੁਝਾਨ ਸ਼ੁਰੂ ਹੋਇਆ, ਔਰ ਚੰਗੀ ਗੱਲ ਹੈ ਜੀ। ਬਿਲਕੁਲ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਕਹਾਵਤ ਹੈ ਵੀ ਥੋੜੀ ਜਿਹੀ
ਗਲਤ ਸਾਬਿਤ ਹੋਵੇ, ਕਿਉਂਕਿ ਅਜਿਹੀਆਂ ਘਟਨਾਵਾਂ ਇਸ ਨੂੰ ਥੋੜਾ ਸੱਚ ਸਾਬਿਤ ਕਰ ਦਿੰਦੀਆਂ ਨੇ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਜੀ। ਖਬਰ ਹੈ ਇਹ ਨਿਊਯਾਰਕ ਸਿਟੀ ਤੋਂ। ਕਿਸਾਨਾਂ ਦਾ ਸਮਰਥਨ ਕਰਨ ਵਾਲੀ ਪੌਪ ਸਟਾਰ ਰਿਹਾਨਾ ਇਸ ਵਕਤ ਖਾਸ ਤੌਰ ਤੇ ਏਸ਼ੀਅਨਸ ਦੇ ਦਿਲਾਂ ਉੱਤੇ ਕਾਫੀ ਛਾਈ ਹੋਈ ਹੈ। ਤੇ ਗੱਲ ਕਰੀਏ ਭਾਰਤ ਦੀ, ਕੱਲ ਤੱਕ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਿਹਾਨਾ ਨੂੰ ਨਹੀਂ ਜਾਣਦੇ ਸੀ, ਅੱਜ ਕੱਲ੍ਹ ਟਰੈਕਟਰ ਟਰਾਲੀਆਂ ਤੇ ਉਹ ਵੀ ਰਿਹਾਨਾ ਦੀਆਂ ਤਸਵੀਰਾਂ ਲਗਾ ਕੇ ਘੁੰਮ ਰਹੇ ਨੇ। ਸੋ ਰਿਹਾਨਾ ਦੀ ਪਪੂਲੈਰਿਟੀ ਤਾਂ ਜ਼ਰੂਰ ਵਧੀਆ, ਪਰ ਸਿਰਫ ਇਹੀ ਨਹੀਂ ਕਿ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਹੀ ਚੁੱਕਿਆ, ਕਿਸਾਨਾਂ ਦੇ ਬਾਰੇ ਆਪਣੇ ਸੋਸ਼ਲ ਮੀਡੀਆ ਉੱਤੇ ਗੱਲਬਾਤ ਕੀਤੀ ਆ। ਇੱਕ ਹੋਰ ਰੈਲੀ ਇੱਕ ਨਿਊਯਾਰਕ ਸਿਟੀ ਵਿੱਚ ਹੋਣ ਜਾ ਰਹੀ ਸੀ। ਏਸੀ ਐਂਟੀ ਏਸ਼ੀਅਨ ਜਿਹੜੀ ਇਸ ਵਕਤ ਕ੍ਰਾਈਮ ਹੋ ਰਿਹਾ, ਏਸ਼ੀਅਨ ਲੋਕਾਂ ਦੇ ਵਿਰੁੱਧ ਨਸਲੀ ਹਿੰਸਕ ਘਟਨਾਵਾਂ ਹੋ ਰਹੀਆਂ ਨੇ, ਉਹਦੇ ਅਗੇਂਸਟ ਇੱਕ ਰੈਲੀ ਜਿਹੜੀ ਆ ਉਹ ਨਿਕਲ ਰਹੀ ਸੀ। ਤੇ ਇਸ ਦੇ ਵਿੱਚ ਪੌਪ ਸਟਾਰ ਰਿਹਾਨਾ ਇੱਕ ਵਾਰ ਫਿਰ ਪਹੁੰਚੀ, ਫੇਸ ਬਦਲ ਕੇ ਪਹੁੰਚੀ ਤੇ ਲੋਕ ਉਸ ਨੂੰ ਪਹਿਚਾਣ ਵੀ ਨਹੀਂ ਪਾਏ। ਸਰ ਬੜਾ ਵਧੀਆ ਜੈਸਚਰ ਸੀ। ਲੋਕਾਂ ਨੂੰ ਕਹਿ ਵੀ ਰਹੀ ਸੀ ਕਿ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਨੂੰ ਯੂਜ਼ ਕਰੋ, ਆਪਣੇ ਇੱਥੋਂ ਦੇ ਪ੍ਰੋਟੈਸਟ ਨੂੰ ਇੱਥੇ ਤੁਸੀਂ ਹਾਈਲਾਈਟ ਕਰੋ, ਲੋਕੀ ਤਾਂ ਵੀ ਨਹੀਂ ਪਛਾਣ ਪਾਏ। ਹਾਂ ਤਰਨ ਦੇਖੋ, ਤੇ ਬੇਸਬਾਲ ਹੈਟ ਪਾਇਆ ਸੀਗਾ ਤੇ ਡਾਰਕ ਗਲਾਸਿਸ ਲਾਈਆਂ ਸੀਗੀਆਂ ਤੇ ਉਹਨੇ ਮੂੰਹ ਆਪਦਾ ਕਵਰ ਕੀਤਾ ਸੀਗਾ ਤੇ ਲੋਕਾਂ ਦੇ ਵਿੱਚ ਵਿਚ ਰਹੀ ਸੀ। ਉਹਦੇ ਨਾਲ ਉਹਦੇ 2-3 ਬੰਦੇ ਜਿਹੜੇ ਸੀਗੇ ਆਸੇ-ਪਾਸੇ ਸੀਗੇ, ਪਰ ਲੋਕਾਂ ਦੇ ਵਿੱਚ ਜਿਵੇਂ ਆਮ ਬੰਦੇ ਫਿਰਦੇ ਹੁੰਦੇ ਬਿਲਕੁਲ ਉਵੇਂ ਵਿੱਚ ਰਹੀ ਸੀ। ਉਹਦੇ ਬਾਰੇ ਕਈਆਂ ਨੂੰ ਪਤਾ ਨਹੀਂ ਲੱਗਿਆ, ਇੱਕ ਬੰਦੇ ਨੂੰ ਲੱਗਿਆ ਪਤਾ ਉਹਨੂੰ, ਜਦੋਂ ਉਹਨੇ ਉਹਦੀ ਆਵਾਜ਼ ਸੁਣੀ ਹੈ ਤੇ ਉਹਨੂੰ ਲੱਗਾ ਕਿ ਇਸ ਚ, ਪਰ ਉਹਨੇ ਉਹ ਚੁੱਪ ਹੋਈ ਰਿਹਾ ਹੈਗਾ। ਬੜੀ ਇਹ ਜਿਹੜੇ ਏਸ਼ੀਅਨ ਦੀ ਗੱਲ ਕਰਦੇ ਹਾਂ ਜੀ, ਅਸੀਂ ਏਸ਼ੀਅਨ ਮੋਸਟਲੀ ਜਿਹੜੇ ਚਾਈਨੀਜ਼ ਲੁਕਿੰਗ ਲੋਕ ਹੈਗੇ ਨੇ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਅਸੀਂ ਸਾਊਥ ਏਸ਼ੀਅਨ 'ਚ ਆ ਜਾਂਦੇ ਹਾਂ, ਅਸੀਂ ਈਸਟ ਇੰਡੀਅਨ 'ਚ ਆ ਜਾਂਦੇ ਹਾਂ। ਸੋ ਉਹ ਜਿਹੜੀ ਇਸ ਵੇਲੇ ਚਾਈਨਾ ਦੇ ਲੋਕਾਂ ਦੇ ਨਾਲ, ਚਾਈਨੀਜ਼ ਲੁੱਕ ਵਾਲੇ ਲੋਕਾਂ ਦੇ ਨਾਲ ਜਿਹੜੇ ਮਿਸਟਰ ਟਰੰਪ ਨੇ ਜਿਹੜੇ ਕੰਡੇ ਬੀਜੇ ਨੇ ਵੀ ਚਾਈਨੀਜ਼ ਵਾਇਰਸ ਆਇਆ ਹੋਇਆ, ਉਸ ਦਾ ਹੁਣ ਅਸਰ ਜਿਹੜਾ ਹੋ ਰਿਹਾ ਹੈ ਜੀ, ਉਹਦੇ ਕਰਕੇ ਲੋਕੀ ਬਾਕੀ ਦੇ ਲੋਕ ਨਾਲ ਆਏ ਆ ਉਹਨਾਂ ਦੇ। ਇਹਨਾਂ ਦਾ ਕੀ ਕਸੂਰ ਹੈ ਜੀ, ਇਹਨਾਂ ਦੀ ਸ਼ਕਲ ਉਹੋ ਜਿਹੀ ਹੈਗੀ ਹੈ, ਇਹਨਾਂ ਨਾਲ ਸਾਨੂੰ ਜੋ ਕੁਛ ਕਰਦੇ ਹਾਂ ਸਾਨੂੰ ਨਹੀਂ ਕਰਨਾ ਚਾਹੀਦਾ। ਰਿਹਾਨਾ ਦਾ ਬੜਾ ਵੱਡਾ ਜੈਸਚਰ ਹੈ ਜੀ, ਜਿਹੜਾ ਉਹ ਇਸ ਰੈਲੀ ਦੇ ਵਿੱਚ ਖੁਦ ਜਾ ਕੇ ਸ਼ਾਮਲ ਹੋਈ ਹੈ। ਬਿਲਕੁਲ ਸਰ, ਤੁਸੀਂ ਇਹ ਦੇਖ ਲਓ ਕਿ ਇੱਕ ਇਹ ਇੰਟਰਨੈਸ਼ਨਲ ਸਟਾਰ ਹੈ ਜਿਹੜੀ ਕਿ ਇਸ ਵਕਤ ਆਪਦੇ ਦੇਸ਼ ਦੇ ਸੋਸ਼ਲ ਇਸ਼ੂਜ਼ ਨੂੰ ਉਜਾਗਰ ਕਰ ਰਹੀ ਹੈ, ਨਾ ਸਿਰਫ ਆਪਣੇ ਬਲਕਿ ਹਿਊਮਨ ਰਾਈਟਸ ਦੀ ਜਿੱਥੇ ਵੀ ਗੱਲ ਆਉਂਦੀ ਆ। ਸੋ ਜਿਹੜੀ ਐਂਟੀ ਏਸ਼ੀਅਨ ਦੀ ਆਪਾਂ ਗੱਲ ਕਰੀਏ, ਆਪਾਂ ਦੇਖ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਵੀ ਨੇ, ਜਿਸ ਤਰੀਕੇ ਨਾਲ ਗੋਲੀਬਾਰੀ ਦੀ ਘਟਨਾ ਹੋਈ ਆ, ਚਾਕੂ ਵੱਜੇ ਆ, ਉੱਥੇ ਅਜਿਹੀਆਂ ਬਹੁਤ ਘਟਨਾਵਾਂ ਹੋਈਆਂ ਨੇ। ਸੋ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ ਉੱਥੇ, ਏਸ਼ੀਅਨਸ ਦੇ ਵਿਰੁੱਧ ਜਿਹੜਾ ਹੇਟ ਕ੍ਰਾਈਮ ਵੀ ਵਧਿਆ। ਸੋ ਆਪਣੇ ਮੁਲਕ ਲਈ ਵੀ ਉਹਨੇ ਆਵਾਜ਼ ਚੁੱਕੀ ਆ। ਸਾਡੇ ਇੱਕ ਪਾਸੇ ਸਟਾਰਸ ਨੇ ਜਿਹੜੇ ਕਿ ਇਸ ਵਕਤ ਬੈਠੇ ਨੇ, ਕਈਆਂ ਨੂੰ ਤਾਂ ਕੋਵਿਡ ਹੋ ਗਿਆ। ਦੇਖੋ ਕੋਵਿਡ ਤਾਂ ਹੋਇਆ, ਕੋਈ ਗੱਲ ਨਹੀਂ, ਪ੍ਰਮਾਤਮਾ ਕਰੇ ਉਹ ਠੀਕ ਹੋ ਜਾਣ ਤੇ ਨਾਲੇ ਪ੍ਰਮਾਤਮਾ ਉਹਨਾਂ ਨੂੰ ਸਮੱਤ ਵੀ ਬਖਸ਼ੇ ਵੀ ਅਜਿਹੀਆਂ ਗੱਲਾਂ ਤੁਸੀਂ, ਜੇ ਤੁਸੀਂ ਚੰਗਾ ਨਹੀਂ ਕਰ ਸਕਦੇ ਮਾੜਾ ਤਾਂ ਨਾ ਕਰੋ। ਤੁਸੀਂ ਵਿਦੇਸ਼ 'ਚ ਬੈਠੇ ਹੋ, ਉਹ ਵਿਦੇਸ਼ 'ਚ ਬੈਠਾ ਜਿਹਨੂੰ ਹੁਣ ਕੋਵਿਡ ਹੋਇਆ, ਉਹਦਾ ਕੰਟਰੀ ਆ ਹੈ ਕੈਨੇਡਾ, ਉਹ ਵਿਦੇਸ਼ 'ਚ ਬੈਠਾ ਬਿਲਕੁਲ, ਐਂਡ ਉੱਤੋਂ ਦੀ ਉਹਨਾਂ ਦੀ ਪੋਲਿਟਿਕਸ ਦੇ ਵਿੱਚੋਂ ਹਿੱਸਾ ਲੈ ਰਿਹਾ। ਉਹ ਬਾਹਰਲਾ ਦਖਲਅੰਦਾਜ਼ੀ ਨਹੀਂ ਹੈ, ਉੱਥੋਂ ਦੀ ਪੋਲਿਟਿਕਸ ਵਿੱਚ ਰਹਿ ਰਿਹਾ ਹੈ। ਜਿਹੜੀ ਇਹ ਗੱਲ ਹੈਗੀ ਹੈ ਤਰਨ, ਜਿਹੜੀ ਗੱਲ ਘੱਟੋ ਘੱਟ, ਚਲੋ ਤੁਸੀਂ ਹੱਕ 'ਚ ਤਾਂ ਨਾ ਬੋਲੋ, ਗਲਤ ਨਾ ਬੋਲੋ। ਕਈਆਂ ਨੇ ਹੁਣ ਜਿਹੜੇ ਤਾਲੀਆਂ ਥਾਲੀਆਂ ਵਜਾਉਣ ਵਾਲੇ ਸੀਗੇ, ਜਦੋਂ ਉਹਨਾਂ ਦੇ ਟਵੀਟ ਆ ਗਏ, ਉਹ ਜਿਹੜੀ ਮਾੜੀ ਮੋਟੀ ਇੱਜ਼ਤ ਸੀਗੀ ਉਹਨਾਂ ਦੇ ਲੋਕਾਂ ਦੇ ਮਨਾਂ ਤੋਂ, ਉਹ ਚਲੀ ਗਈ ਹੈ। ਲਤਾ ਮੰਗੇਸ਼ਕਰ ਕਿਹੜੀ ਉਮਰ ਤੇ ਬੈਠੀ ਹੈ, ਉਹਨੂੰ ਕੀ ਲੋੜ ਸੀ ਇਹ ਕੁਛ ਕਰਨ ਦੀ। ਅਮਿਤਾਭ ਬੱਚਨ ਬਥੇਰਾ ਪੈਸਾ ਬਣਾਈ ਬੈਠਾ, ਹਾਂ ਹੁਣ ਇਹ ਹੋ ਸਕਦਾ ਟੈਕਸ ਵਾਲੇ ਘੜੀਸਾ ਨਾ ਬੰਨਣ ਤਾਂ ਉਹਨੇ ਤਾਲੀ ਥਾਲੀ ਵਜਾਈ ਹੋਵੇ। ਅਕਸ਼ੇ ਕੁਮਾਰ ਦਾ ਵੀ ਇਹੀ ਹਾਲ ਹੋਊਗਾ, ਜ਼ਰੂਰ ਐਸੀ ਗੱਲ ਕੋਈ ਹੋਊਗੀ। ਸੋ ਘੂਰ ਘੱਪ ਕੋਈ ਕਿਸੇ ਉਹਨਾਂ ਨੇ ਕਰਵਾ ਲਏ ਹੋਏ ਆ ਜੀ, ਪਰ ਇਹ ਘੱਟੋ ਘੱਟ ਤੁਹਾਨੂੰ ਕੁਛ ਤਾਂ ਰੀਜ਼ਨੇਬਲ ਹੋਣਾ ਚਾਹੀਦਾ। ਚੰਗੀ ਕਰਨੀ ਹੈ ਜੋ ਕੁਛ ਕੀਤੀ ਹੈ ਸਾਡੇ ਉੱਥੇ ਦੇ ਕਲਾਕਾਰਾਂ ਨੇ। ਬਿਲਕੁਲ ਸਰ, ਤੇ ਤੁਸੀਂ ਦੂਜੇ ਪਾਸੇ ਦੇਖੋ ਕਿ ਵਿਦੇਸ਼ਾਂ ਤੋਂ ਹਜੇ ਵੀ ਜਿਹੜੀ ਸਪੋਰਟ ਬਰਕਰਾਰ ਹੈ। ਸਰੀ ਦੀ ਗੱਲ ਕੀਤੀ ਜਾਵੇ ਤਾਂ ਸਰੀ ਦੇ ਮੇਅਰ ਨੇ ਆਪਣੀ ਕੌਂਸਲ ਨੂੰ ਕਿਹਾ ਕਿ ਮਤਾ ਜਿਹੜਾ ਪੇਸ਼ ਕੀਤਾ ਜਾਵੇ। ਅਪ੍ਰੈਲ ਦੇ ਮਹੀਨੇ 'ਚ ਸਭ ਜਾਣਦੇ ਨੇ ਕਿ ਇਸ ਵਕਤ ਸਿੱਖ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਕੈਨੇਡਾ ਦੇ ਵੱਖ-ਵੱਖ ਭਾਗਾਂ ਦੇ ਵਿੱਚ। ਅਜਿਹੇ ਵਿੱਚ ਇੰਡੀਅਨ ਫਾਰਮਰਸ ਨਾਲ ਕੀ ਤੁਸੀਂ ਖੜੇ ਹੋ, ਕੀ ਤੁਸੀਂ ਸਪੋਰਟ ਕਰ ਰਹੇ ਹੋ? ਸਰੀ ਦੀ ਕੌਂਸਲ ਨੇ ਇਸ ਦੇ ਬਾਰੇ ਵਿੱਚ ਮਤਾ ਪੇਸ਼ ਕਰਨਾ ਆ, ਇਹਦੇ ਤੇ ਕੀ ਜਿਹੜਾ ਮਤਾ ਪਾਸ ਹੋਏਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਐਟਲੀਸਟ ਸਰ ਇਸ ਦੇ ਉੱਤੇ ਗੱਲਾਂ ਹੋ ਰਹੀਆਂ ਨੇ। ਬਿਲਕੁਲ ਤਰਨ, ਜਿਹੜੇ ਮੇਅਰ ਸਾਹਿਬ ਨੇ ਜੀ ਉਹਨੇ ਆਲਰੇਡੀ ਦੱਸ ਦਿੱਤਾ ਕਿ 12 ਤਾਰੀਖ ਨੂੰ ਇਹ ਮਤਾ ਪੇਸ਼ ਕਰਨਾ ਕਿ ਅਸੀਂ ਵੀ ਸਟੈਂਡ ਵਿਦ ਫਾਰਮਰਸ ਇਨ ਇੰਡੀਆ, ਜਿਹਦੇ ਤੇ ਉਹਨੇ ਬਾਕੀ ਦੇ ਕਾਉਂਸਲ ਮੈਂਬਰਸ ਨੂੰ ਵੀ ਇਹ ਗੱਲ ਕਹੀ ਹੈ ਕਿ ਇਹ ਆਪਾਂ ਸਾਰੇ ਇਹਦੇ ਹੱਕ ਦੇ ਵਿੱਚ ਵੋਟ ਪਾਈ, ਔਰ ਚਾਂਸਸ ਤਾਂ ਮੈਨੂੰ ਲੱਗਦਾ ਪਾਸ ਹੋ ਜਾਏਗਾ। ਬਹੁਤ ਦੁਨੀਆ ਦੇ ਬਹੁਤ ਸ਼ਹਿਰਾਂ ਦੇ ਵਿੱਚ ਅਜਿਹੇ ਕੁਛ ਹੋਏ ਨੇ, ਕਈਆਂ ਪਾਰਲੀਮੈਂਟਸ ਦੇ ਵਿੱਚ, ਲੋਕਲ ਪਾਰਲੀਮੈਂਟਸ ਦੇ ਵਿੱਚ ਜਿਹੜੀਆਂ ਲੈਜਿਸਲੇਚਰਸ ਨੇ ਛੋਟੀਆਂ ਥੱਲੇ ਵਾਲੀਆਂ, ਉਹਨਾਂ ਦੇ ਵਿੱਚ ਵੀ ਮਤੇ ਪਾਸ ਹੋਏ ਨੇ। ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਬਾਰੇ ਵਿਚਾਰ ਕੀਤੀ ਗਈ ਹੈਗੀ ਆ। ਹਜੇ ਗੱਲ ਚੱਲ ਰਹੀ ਹੈ, ਗੱਲ ਮੁੱਕੀ ਨਹੀਂ ਹੈ ਨਾ। ਹਰੇ ਤਰ੍ਹਾਂ ਦੋਨੇ ਉੱਥੇ ਦੀਆਂ ਉੱਥੇ ਖੜੀਆਂ ਨੇ। ਪਰਮਾਤਮਾ ਕਰੇ ਜਿੰਨੀ ਛੇਤੀ ਇਹ ਗੱਲ ਮੁੱਕ ਸਕਦੀ ਹੈ। ਬਹੁਤ ਜਾਨਾਂ ਚਲੀਆਂ ਗਈਆਂ ਨੇ, ਨੁਕਸਾਨ ਬੜਾ ਹੋ ਰਿਹਾ। ਇੰਡੀਆ ਦੀ ਇਕੋਨਮੀ ਦਾ ਨੁਕਸਾਨ ਬੜਾ ਹੋ ਰਿਹਾ, ਮੰਨੋ ਜਾਂ ਨਾ ਮੰਨੋ, ਚਾਹੇ ਕੁਛ ਵੀ ਹੈ। ਜਦੋਂ ਤੁਸੀਂ
यातायात के साधन पूरे नहीं चल रहे, सड़कां बंद पईयां ने, इन्ने लोग बैठे हैगे ने, काम तो फिर भी उत्थे नहीं चल रहा। ठीक है, तुसीं सोचदे होवोगे उपर दी आ जांदे आ, पर वल तां पाउणा पैंदा, खर्चा तो वध रहा ना। पर चिन्ना बड़ी चंगी गल है कि जे सरकार आह इलैक्शन हो जाए जी, जिहड़ी बंगाल वाली है, इदों मगरों चंगा होवे, क्योंकि सरकार साडे हुण आम लोग इत्थे कई ये कह रहे कि PM नूं CM दा फिक्र पिया होया, ये काम निबड़े परे ते उस तो मगरों सरकार कोई इस मामले फैसला करे। बिल्कुल जी। ते सर इस तो अगली खबर वाल रुख करदे हां। खबर ये है कि एंबूलेंस चोरी हो गई। चोरी अजिही हुई कि पुलिस वाले पिछे 2 घंटे तक मगर लभदे रहे कि एंबूलेंस कित्थे गई, ते 2 घंटे बाद किते जाके एंबूलेंस मिली। सर ये खबर हैगी कैनेडा दी, कैनेडा दे टोरंटो दी मेरे ख्याल दे विच नहीं, ये जी डैलस दी है। डैलस दी, ओके। हाँ जी, डैलस दी है, 19 सालां दा हैगा जी ये। अच्छा, टीनेज ही सीगा जी। हाँ जी। ਤੁਸੀਂ ਇਉਂ ਦੇਖੋ ਤਰ੍ਹਾਂ ਐਂਬੂਲੈਂਸ ਚੋਰੀ ਕਿਵੇਂ ਹੋ ਗਈ? ਹਾਊ ਇਜ਼ ਇਟ ਪੋਸੀਬਲ? ਕਿਸੇ ਨੇ ਚਾਬੀਆਂ ਛੱਡੀਆਂ ਹੋਣ, ਕਿਸੇ ਨੇ ਉਹਨੂੰ ਚਲਦੀ ਛੱਡਿਆ ਹੋਏਗਾ, ਨਹੀਂ ਤਾਂ ਕਿਸੇ ਦੀ ਇਹ ਹਿੰਮਤ ਨਹੀਂ ਹੁੰਦੀ ਕਿ ਪਹਿਲਾਂ ਜਾਵੇ ਕਾਰ ਚ ਜਾਂ ਉਹਨੂੰ ਬਾਈਪਾਸ ਕਰੇ, ਤਾਰਾਂ ਜੋੜੇ, ਫਿਰ ਉਹਨੂੰ ਚੋਰੀ ਕਰਕੇ ਲੈ ਕੇ। ਨੋ, ਇਹ ਕਈ ਵਾਰੀ ਸਾਰੇ ਨਹੀਂ, ਕੁਛ ਕਈ ਵਾਰੀ ਇਹਨਾਂ ਨੂੰ ਚਲਦੀਆਂ ਛੱਡ ਜਾਂਦੇ ਨੇ। ਮੰਨ ਲਓ ਕਾਫੀ ਵੀ ਲੈਣ ਗਿਆ, ਅਗਲਾ ਕਹਿੰਦਾ, ਅਗਲੇ ਨੂੰ ਪਤਾ ਵੀ ਐਂਬੂਲੈਂਸ ਨੂੰ ਕਿਸੇ ਨੇ ਛੇੜਨਾ ਨਹੀਂ ਹੈ, अगला टच भी नहीं करता है। कोई ऐसी घटना वापरी होगी, ठीक है, हम एंबूलेंस वाले ने स्टोरी कड़ी बनाई है, वो गल वक्री होगी, पर चोरी भी होगी, 2 घंटे एंबूलेंस फिरी भी गई है, तो पता भी नहीं लग्या है। तो अखीर पुलिस वाले ने जदों उन्होंने रोकया जी, वो भज गया, कार चो निकलिया, एंबूलेंस चो निकलिया तो भज गया, पर पुलिस वाले ने बाद च दबोच लिया जी, फड़ लिया है। पर यह बड़ी हैरानी की गल है कि एंबूलेंस का चोरी हो जाना नहीं, ਉਧਰੋਂ ਕੋਈ ਐਮਰਜੈਂਸੀ ਹੋਈ ਤਾਂ ਉਧਰੋਂ ਐਂਬੂਲੈਂਸ ਚੋਰੀ ਹੋਈ। ਤੁਸੀਂ ਦੇਖੋ ਕਿ ਆਪਾਂ ਲੱਗਦਾ ਹੈ ਕਿ ਸਰਕਾਰੀ ਅਧਿਕਾਰੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਇੱਥੇ ਵੀ ਸਮਟਾਈਮਸ ਇਦਾਂ ਹੋ ਜਾਂਦਾ ਕਿ ਬਿਨਾਂ ਲੋੜ ਦੇ ਸਮਟਾਈਮਸ ਸਾਇਰਨ ਵਜਾ ਕੇ ਤੁਸੀਂ ਲੰਘ ਜਾਂਦੇ ਹੋ, ਜਾਂ ਕਈ ਵਾਰੀ ਅਜਿਹੀਆਂ ਕੋਤਾਹੀ ਵਰਤਦੇ ਹੋ। ਪੁਲਿਸ ਵਾਲਿਆਂ ਨੇ ਸਰ ਵੈਸੇ ਕੀ ਕੋਈ ਸਪੀਡ ਲਿਮਿਟ ਨਹੀਂ ਹੈ? ਮੇਰੇ ਖਿਆਲ ਦੇ ਵਿੱਚ ਸਮਟਾਈਮਸ ਇਦਾਂ ਹੁੰਦਾ ਕਿ ਕੋਈ ਕਾਲੀ ਵੀ ਨਹੀਂ ਹੁੰਦੀ ਹੈ ਕਿ ਇਹਦੇ ਬਾਵਜੂਦ ਜਿਹੜੇ ਉਹ ਆਪਣੀਆਂ ਲਾਈਟਸ ਔਨ ਕਰਕੇ ਲੰਘ ਜਾਂਦੇ ਆ। ਤੁਸੀਂ ਕਿੱਥੇ ਛੜਿਆ ਇਹ ਗੱਲ ਵੀ ਹੁੰਦੀ ਹੈ ਜੀ। ਪੁਲਿਸ ਵਾਲੇ ਬਿਨਾਂ ਸਾਰੇ ਨਹੀਂ, ਬਿਨਾਂ ਇੰਡੀਕੇਟਰ ਤੋਂ ਕਾਰਾਂ ਚਲਾਉਂਦੇ ਨੇ। ਪੁਲਿਸ ਵਾਲੇ ਸਪੀਡਿੰਗ ਵੀ ਕਰਦੇ ਨੇ, ਕਈ ਵਾਰੀ ਉਹਨਾਂ ਦੀਆਂ ਲਾਈਟਸ ਆਨ ਨਹੀਂ ਹੁੰਦੀਆਂ ਤਾਂ ਵੀ ਸਪੀਡਿੰਗ ਕਰਦੇ ਨੇ, ਪਰ ਜੇ ਕੋਈ ਹੋਰ ਕਰਦਾ ਤਾਂ ਉਹਨੂੰ ਰੋਕਿਆ ਜਾਂਦਾ। ਜਿਹੜੀ ਤਰਨ ਨੇ ਗੱਲ ਕਹੀ ਆ, ਟ੍ਰੈਫਿਕ ਲਾਈਟਸ ਦੇ ਵਿੱਚ ਕਈ ਵਾਰੀ ਰੈੱਡ ਹੁੰਦੀਆਂ ਨੇ, ਉਹ 'ਚ ਲਾਈਟਾਂ ਫਲੈਸ਼ ਕਰਕੇ ਲੰਘ ਜਾਂਦੇ, ਹੋ ਸਕਦਾ ਐਮਰਜੈਂਸੀ ਹੋਵੇ, ਦੈਟਸ ਫਾਈਨ, ਪਰ ਹਰ ਵਾਰੀ ਨਹੀਂ ਹੁੰਦਾ। ਇਹ ਜਿਹੇ ਕੇਸ ਆਮ ਤੁਸੀਂ ਦੇਖ ਹੋਣਗੇ ਬਈ, ਕਈ ਵਾਰੀ ਸੜਕ ਦੇ ਉੱਤੇ ਗਲਤ ਪਾਸੇ ਗੱਡੀ ਖੜਾਈ ਹੁੰਦੀ ਹੈਗੀ ਆ, ਕਈ ਕੁਛ ਕਰਦੇ ਨੇ, ਪਰ ਉਹਦੇ 'ਚ ਕਿਉਂਕਿ ਉਹ ਪੁਲਿਸ ਵਾਲੇ ਆ ਜੀ, ਉਹਨਾਂ ਨੂੰ ਕੌਣ ਕਹੇ ਰਾਣੀਆਂ ਅੱਗਾ ਟੱਕ, ਪਰ ਮੋਸਟਲੀ ਜਿਹੜੀ ਪੁਲਿਸ ਆ ਫਿਰ ਵੀ ਉਹ ਕਾਨੂੰਨ ਦਾ ਪਾਲਣ ਕਰਦੀ ਹੈ। ਪੁਲਿਸ ਚੰਗੀ ਹੈ, ਬਹੁਤ ਘੱਟ ਐਸਾ ਆਨਸਰ ਹੈਗਾ ਜਿਹੜਾ ਇਹ ਕੁਛ ਕਰਦਾ। ਬਿਲਕੁਲ, ਸਿਰਫ ਸੜਕਾਂ ਤੇ ਹੀ ਨਹੀਂ ਅਜਿਹੀਆਂ ਕੋਤਾਹੀਆਂ ਹੋ ਰਹੀਆਂ, ਹਾਂ ਕਹਿੰਦੇ ਹਵਾ 'ਚ ਵੀ ਹੋਣ ਲੱਗ ਗਈਆਂ ਨੇ। ਜਹਾਜ਼ ਨੂੰ ਲੈਂਡ ਕਰਨਾ ਸੀ, ਪਰ ਲੈਂਡ ਅਜਿਹੀ ਗਲਤ ਥਾਂ ਤੇ ਕਰ ਦਿੱਤਾ, ਜਿਹੜਾ ਆਲਰੇਡੀ ਜਗ੍ਹਾ ਅੰਡਰ ਕੰਸਟਰਕਸ਼ਨ ਚੱਲ ਰਹੀ ਸੀ, ਉਸ ਜਗ੍ਹਾ ਦੇ ਉੱਤੇ ਜਹਾਜ਼ ਨੂੰ ਲੈਂਡ ਕਰ ਦਿੱਤਾ ਗਿਆ। ਸਵਾਰੀਆਂ ਨੂੰ ਗਨੀਮਤ ਰਹੀ ਕਿ ਕੁਝ ਹੋਇਆ ਨਹੀਂ। ਓਕੇ ਤਰਨ, ਇਹ ਨਾ ਇਥੋਪੀਆ ਦੀ ਗੱਲ ਹੈਗੀ ਆ। ਇਥੋਪੀਆ ਦੇ ਵਿੱਚ ਇਥੋਪੀਅਨ 에ਅਰਲਾਈਨ ਸੀ, ਜ਼ੈਂਬੀਆ ਦਾ 에ਅਰਪੋਰਟ ਸੀਗਾ, ਉੱਤੇ ਲੈਂਡ ਕਰਨਾ ਸੀਗਾ। ਜਿਹੜਾ ਨਵਾਂ ਤੇ ਪੁਰਾਣਾ 에ਅਰਪੋਰਟ ਹੈ, ਉਹਨਾਂ ਦਾ ਆਪਸ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਜਿਹੜਾ ਉਹਦੀ ਔਰ ਮੇਰੇ ਖਿਆਲ ਜਿਹੜੀ 에ਅਰਪੋਰਟ ਸਟ੍ਰਿਪ ਵੀ ਹੈਗੀ ਆ, ਦੋਨੇ ਇੱਕੋ ਡਾਇਰੈਕਸ਼ਨ ਦੇ ਵਿੱਚ ਹੈਗੀਆਂ ਨੇ, ਤੇ ਉਹ ਜੇ ਬਾਈ ਰੋਡ ਜਾਇਆ ਜਾਵੇ ਤਾਂ ਉਹ ਤਕਰੀਬਨ 13 ਕਿਲੋਮੀਟਰ ਬਣਦਾ ਹੈਗਾ। ਉਹ 'ਚ ਕੋਈ ਮਿਸਟੇਕ ਹੋਈ ਹੈ ਜੀ, ਤੇ ਜਿਹੜਾ ਪਾਇਲਟ ਹੈ ਉਹਨੇ ਜੀ ਜਿਹੜਾ ਨਵਾਂ 에ਅਰਪੋਰਟ ਆਲਮੋਸਟ 88% ਬਣ ਚੁੱਕਿਆ ਹੈਗਾ, ਥੋੜ੍ਹਾ ਬਹੁਤਾ ਰਹਿੰਦਾ ਹਲੇ, ਵੈਸੇ ਖੋਲ੍ਹਿਆ ਨਹੀਂ ਹੈਗਾ। ਉਹਦੀ ਉਹ ਜਦੋਂ ਉਹਦੀ ਟਾਵਰ ਦੇ ਨਾਲ ਗੱਲਬਾਤ ਚੱਲ ਰਹੀ ਹੈ, ਉਹ ਕਹਿੰਦਾ ਮੈਂ ਟੱਚ ਡਾਊਨ ਦੇ ਨੇੜੇ ਆਇਆ ਹੈ, ਤੇ ਜਿਹੜਾ ਟਾਵਰ ਕੰਟਰੋਲ ਟਾਵਰ ਆ ਉਹ ਕਹਿੰਦਾ ਸਾਨੂੰ ਤਾਂ ਤੂੰ ਦਿਸਦਾ ਹੀ ਨਹੀਂ ਹੈ ਕਿੱਥੇ ਹੈ। ਉਹ ਕਹਿੰਦਾ ਮੈਂ ਤਾਂ ਲੈਂਡ ਕਰਨਾ, ਆਲਮੋਸਟ ਟੱਚ ਡਾਊਨ, ਉਹਨੂੰ ਗਾਈਡ ਨਹੀਂ ਕਰ ਸਕੇ। ਉਹਨੇ ਫਿਰ ਮੈਨੂਅਲ ਲੈਂਡਿੰਗ ਜਿਹੜੀ ਹੁੰਦੀ ਹੈ ਉਹਨੇ ਉਸ ਹਿਸਾਬ 'ਚ ਕੀਤਾ, ਉਹਨੇ ਪਲੇਨ ਲੈਂਡ ਕਰ ਰਿਹਾ। ਜਦੋਂ ਦੇਖਿਆ ਤਾਂ 에ਅਰਪੋਰਟ ਤਾਂ ਖਾਲੀ ਪਿਆ, ਅਜੇ ਖੁੱਲ੍ਹਿਆ ਹੀ ਨਹੀਂ ਹੈ। ਐਸੀ ਗਲਤੀ ਕਿੰਨੀ ਵੱਡੀ ਗਲਤੀ ਹੈ ਤਰਨ ਵੀ ਤੁਸੀਂ ਕਿਸੇ ਹੋਰ 에ਅਰਪੋਰਟ 'ਤੇ, ਹਾਲਾਂਕਿ ਅੱਜ ਕੱਲ੍ਹ ਜਿਹੜੇ 에ਅਰਪੋਰਟਸ ਨੇ ਸਾਰਾ ਕੰਪਿਊਟਰਾਈਜ਼ਡ ਹੈ। ਬਿਲਕੁਲ, ਮੋਸਟਲੀ ਜਿਹੜੀਆਂ ਲੈਂਡਿੰਗਸ ਨੇ ਉਹ ਕੰਪਿਊਟਰਾਈਜ਼ਡ ਲੈਂਡਿੰਗਸ ਨੇ। ਤੁਹਾਨੂੰ ਕਿ ਮੌਸਮ ਇੰਨਾ ਖਰਾਬ ਹੁੰਦਾ, ਉਦੋਂ ਲੈਂਡ ਕਿਵੇਂ ਕਰਦੇ ਨੇ? ਕੰਪਿਊਟਰਾਈਜ਼ਡ ਲੈਂਡਿੰਗ ਹੈ, ਠੀਕ ਹੈ। ਆਟੋ ਪਾਇਲਟ ਜਿਹੜੇ ਹੈਗੇ ਨੇ ਉਹ ਰੋਂਦੇ ਨੇ, ਠੀਕ ਹੈ, ਲਾਸਟ ਮੂਮੈਂਟ 'ਤੇ ਆ ਕੇ ਕੰਟਰੋਲ ਪਾਇਲਟ ਹੋਈ ਕਰਦਾ। ਬਟ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਹੋਰ ਥਾਂ 'ਤੇ ਜਾ ਕੇ ਪਲੇਨ ਨੇ ਲੈਂਡ ਕਰ ਦੇਣਾ, ਚਾਹੇ 15-20 ਕਿਲੋਮੀਟਰ ਦੂਰ ਪਰੇ ਹੀ ਸੀਗਾ, ਪਰ ਫਿਰ ਵੀ ਜੇ 15-20 ਕਿਲੋਮੀਟਰ ਕਿਸੇ
ਖੱਤਿਆਂ 'ਚ ਜਾਂ ਲੈਣ ਕਰਦਾ ਫੇਰ ਕੀ ਹੁੰਦਾ ਦੇਰ ਮਸਟ ਬੀ ਸਮਥਿੰਗ ਦੀ ਇਨਕੁਆਇਰੀ ਉਹ ਕਹਿੰਦੇ ਜੀ ਚੱਲ ਰਹੀ ਹੈ ਦੇਖੋ ਕੀ ਕਰਦੇ ਆ ਇਥੋਪੀਅਨ 에ਅਰਲਾਈਨਸ ਵੈਸੇ ਬੜੀ ਚੰਗੀ 에ਅਰਲਾਈਨ ਹੈ ਜੀ ਇਹਦੇ ਕੋਈ ਰੈਪੂਟੇਸ਼ਨ ਬੜਾ ਵਧੀਆ ਰੈਪੂਟੇਸ਼ਨ ਹੈ ਜੇ ਕਿਸੇ ਨੇ ਕੀਤੀ ਹੈ ਇਹ ਤੇ ਟਰੈਵਲ ਤਾਂ ਪਲੀਜ਼ ਸਾਨੂੰ ਦੱਸ ਸਕਦੇ ਹੋ ਜੀ ਬਿਲਕੁਲ ਜੀ ਤੇ ਸਰ ਅਗਲੀ ਖਬਰ ਜਿਹੜੀ ਹੈ ਥੋੜੀ ਜਿਹੀ ਟੋਰਾਂਟੋ ਨਾਲ ਰੈਲੇਵੈਂਟ ਗੱਲ ਕਰ ਲਈਏ ਕਿਉਂਕਿ ਕਰੋਨਾ ਵਾਇਰਸ ਇਸ ਵਕਤ ਓਨਟਾਰੀਓ ਦੇ ਵਿੱਚ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਅੱਜ ਵੀ 3000 ਤੋਂ ਉੱਤੇ ਮਾਮਲੇ ਜਿਹੜੇ ਦੇਖਣ ਨੂੰ ਮਿਲੇ ਨੇ ਇਸ ਵਕਤ ਸੀਰੀਅਸਨੈਸ ਸਭ ਪਾਸੇ ਛਾਈ ਹੋਈ ਹੈ ਪ੍ਰੀਮੀਅਰ ਫੋਰਡ ਵੀ ਲਗਾਤਾਰ ਪ੍ਰੈਸ ਕਾਨਫਰੰਸਿਸ ਕਰ ਰਹੇ ਨੇ ਸਭ ਤੋਂ ਪਹਿਲਾਂ ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਮੰਗਲਵਾਰ ਤੋਂ ਪੀਲ ਦੇ ਜਿਹੜੇ ਸਕੂਲ ਹੋਣਗੇ ਉਹ ਬੰਦ ਹੋਣਗੇ 2 ਹਫ਼ਤਿਆਂ ਲਈ ਬੰਦ ਹੋਣ ਜਾ ਰਹੇ ਨੇ ਹੁਣ ਇਸ ਕੜੀ ਦੇ ਵਿੱਚ ਟੋਰਾਂਟੋ ਦਾ ਨਾਮ ਵੀ ਐਡ ਹੋ ਗਿਆ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਹੈ ਜੀ ਇਹਦੇ 2,47,000 ਸਟੂਡੈਂਟ ਹੈਗੇ ਨੇ ਜੀ ਤੇ ਜਿਹੜਾ ਸੈਪਰੇਟ ਬੋਰਡ ਹੈਗਾ ਕੈਥੋਲਿਕ ਬੋਰਡ ਉਹਦੇ 91,000 ਸਟੂਡੈਂਟ ਹੈਗੇ ਜੀ ਕੱਲ ਤੋਂ ਸਾਰੇ ਘਰ ਬੰਦ ਹੈ ਜੀ ਇਹ ਔਰ ਇਹ ਸਰਕਾਰ ਤਾਂ ਇਹ ਕਹਿ ਰਹੀ ਹੈ ਸਰਕਾਰ ਨਹੀਂ ਜੀ ਕਹਿ ਰਹੀ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਤਰ ਗੱਲ ਗਲਤ ਬੋਲ ਰਹੀ ਹੈ ਜਾਂ ਮੈਡੀਕਲ ਵਾਲੇ ਗਲਤ ਬੋਲ ਰਹੇ ਨੇ ਸਪੈਸ਼ਲਿਸਟ ਨੇ ਜਿਹੜੇ ਤੇ ਜਾਂ ਸਰਕਾਰ ਗਲਤ ਬੋਲ ਰਹੀ ਹੈ ਸਰਕਾਰ ਕਹਿੰਦੀ ਸਭ ਕੁਝ ਠੀਕ ਹੈ ਜੀ 97% 98% ਵਟ ਐਵਰ ਨੰਬਰ ਕਿ ਉਹ ਸਾਡੇ ਸਕੂਲ ਖੁੱਲੇ ਜੀ ਇੱਥੇ ਸਾਰਾ ਕੁਝ ਠੀਕ ਹੈਗੀ ਆ ਤੇ ਜਿਹੜੇ ਮੈਡੀਕਲ ਅਫਸਰਸ ਨੇ ਉਹਨਾਂ ਨੇ ਸਰਕਾਰ ਨੂੰ ਪੁੱਛੇ ਬਿਨਾਂ ਕਿਵੇਂ ਬੰਦ ਕਰ ਦਿੱਤੇ ਜਿਹੜੀ ਸਰਟਨ ਧਾਰਾ ਹੈਗੀ ਆ ਉਹਨੂੰ ਵਰਤਿਆ ਜਾ ਧਾਰਾ ਨੰਬਰ 21 ਆਏਗਾ ਜਾਂ 22 ਉਹਦੇ ਅੰਤਰਗਤ ਮੈਡੀਕਲ ਵਾਲੇ ਆਪਣੀ ਇਹ ਸੋਰਸਿਸ ਵਰਤ ਕੇ ਸਕੂਲ ਬੰਦ ਕਰ ਸਕਦੇ ਉਹ ਕਰ ਦਿੱਤੇ ਨੇ ਸਰਕਾਰ ਕਹਿੰਦੀ ਆ ਇੱਕ ਗੱਲ ਤੇ ਮੈਡੀਕਲ ਵਾਲੇ ਕਹਿੰਦੇ ਇਹਨਾਂ ਦੋਨਾਂ ਚੋਂ ਇੱਕ ਤਾਂ ਗਲਤ ਹੈਗਾ ਇਹ ਨਹੀਂ ਪਤਾ ਕਿਹੜਾ ਗਲਤ ਹੈਗਾ ਪਰ ਸਕੂਲ ਬੰਦ ਹੋ ਗਏ ਨੇ ਜੀ 2 ਹਫ਼ਤੇ ਵਾਸਤੇ ਕਿਹਾ ਗਿਆ ਇਹ ਪਤਾ ਨਹੀਂ 2 ਹਫ਼ਤੇ ਵਾਸਤੇ ਹੈ ਚਾਂਸਸ ਆਰ ਮੈਨੂੰ ਹੀ ਉਹ ਲੱਗਦਾ ਤਰਨ ਕਿ ਜਿਹੜਾ ਆ ਸਕੂਲ ਈਅਰ ਹੈਗਾ ਸ਼ਾਇਦ ਇਹ ਮਗਰੋਂ ਬੱਚੇ ਸਕੂਲ ਨਾਲ ਜਾਣ ਸਾਰੇ ਦੇ ਸਾਰੇ ਆਨਲਾਈਨ ਹੋਈ ਇਹਨਾਂ ਦੇ ਕਲਾਸਿਸ ਹੋਣਗੀਆਂ ਐਗਜ਼ਾਮ ਦੇ ਹਿਸਾਬ 'ਚ ਹੋਣਗੇ ਜੀ ਕਿਉਂਕਿ ਹਾਲਾਤ ਹਰੇਕ ਕੰਟਰੋਲ ਦੇ ਵਿੱਚ ਹੈ ਨਹੀਂ ਗੇ ਜਿਹੜਾ ਪੈਂਡੈਮਿਕ ਹੈ ਵੱਧ ਰਿਹਾ ਐਵਰੇਜ 3000 ਦੀ ਹੈ ਜੀ ਹਰ ਰੋਜ਼ ਜਿਹੜੀ ontario ਦੀ ਹੈਗੀ ਆ ਉਹ ਜਿਹੜੇ ਇਹ ਪੀਲ ਹੈ ਆਟਵਾ ਹੈਗਾ ਟੋਰਾਂਟੋ ਹੈਗਾ ਇਹ ਸਾਰੇ ਹੌਟਸਪੌਟਸ ਨੇ ਇਹਨਾਂ ਦੇ ਵਿੱਚ ਪ੍ਰੋਬਲਮ ਹੈਗੀ ਹੈ ਜੀ ਬਿਲਕੁਲ ਸਰ ਉਤੋਂ ਦੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਖਾਸ ਤੌਰ ਤੇ ਪੀਲ ਵਾਲੇ ਨੇ ਤੇ ਟੋਰਾਂਟੋ ਵਾਲਿਆਂ ਨੇ ਕਿਹਾ ਹੈ ਕਿ ਆਟਵਾ ਵੀ ਵਿੱਚ ਸ਼ਾਮਿਲ ਹੈ ਕਿ ਇੱਥੇ ਹੁਣ ਸਟ੍ਰਿਕਟ ਜਿਹੜੇ ਆ ਸਟੇ ਐਟ ਹੋਮ ਆਰਡਰ ਹੋਣੇ ਚਾਹੀਦੇ ਆ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਆ ਕਿਉਂਕਿ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ ਲੋਕਾਂ ਦਾ ਘਰੋਂ ਬਾਹਰ ਜਾਣਾ ਬਹੁਤ ਮੁਸ਼ਕਿਲ ਹੈ ਕਰਨ ਇਹਨਾਂ ਤਿੰਨਾਂ ਥਾਵਾਂ ਦੇ ਜਿਹੜੇ ਮੈਡੀਕਲ ਆਫਸਰਸ ਨੇ ਚੀਫ ਮੈਡੀਕਲ ਆਫਸਰਸ ਨੇ ਉਹਨਾਂ ਨੇ ਆਲਰੇਡੀ ਇਹ ਚਿੱਠੀ ਪ੍ਰੀਮੀਅਰ ਨੂੰ ਲਿਖਤੀ ਹੈ ਜੀ ਅੱਜ ਉਹਨਾਂ ਦੇ ਸਾਈਨ ਹੋ ਕੇ ਗਏ ਨੇ ਵੀ ਪਲੀਜ਼ ਇਸ ਚੀਜ਼ ਨੂੰ ਤੁਹਾਨੂੰ ਕੰਪਲੀਟ ਸਟੇ ਐਟ ਹੋਮ ਆਰਡਰਸ ਕਰਨੇ ਚਾਹੀਦੇ ਨੇ ਜਿਹੜੇ ਹਿਸਾਬ 'ਚ ਹਾਲਾਤ ਹੈਗੇ ਨੇ ਔਰ ਇਸੇ ਕਰਕੇ ਅੱਜ ਫੋਰਡ ਸਾਹਿਬ ਦਾ ਬਿਆਨ ਥੋੜਾ ਜਿਹਾ ਆਇਆ ਜੀ ਬਾਕੀ ਰਹਿੰਦਾ ਉਹਦਾ ਚਾਂਸਸ ਆ ਕੱਲ ਨੂੰ ਆ ਜਾਏਗਾ ਫੋਰਡ ਸਾਹਿਬ ਨੇ ਕਰਕੇ ਸਖਤੀ ਅਸੀਂ ਕਰਨ ਜਾ ਰਹੇ ਹਾਂ ਹੋਰ ਕਰਨ ਜਾ ਰਹੇ ਹਾਂ ਔਰ ਐਨੀ ਮਿੰਟ ਅਸੀਂ ਕਰ ਸਕਦੇ ਹਾਂ ਮੈਨੂੰ ਲੱਗਦਾ ਕੱਲ ਨੂੰ ਕੁਛ ਨਾ ਕੁਛ ਇਸ ਮਾਮਲੇ 'ਚ ਬਿਆਨ ਜ਼ਰੂਰ ਆਏਗਾ ਔਰ ਮੇਬੀ ਸਟੇ ਐਟ ਹੋਮ ਆਰਡਰਸ ਇਹ ਬੜੀ ਛੇਤੀ ਆਉਣ ਦੇ ਚਾਂਸਸ ਵਧਦੇ ਜਾ ਰਹੇ ਆ ਤੁਹਾਨੂੰ ਜਿਵੇਂ ਖਬਰ ਆਏਗੀ ਜੀ ਇਸ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਿਲਕੁਲ ਸਰ ਤੇ ਉੱਥੇ ਅੱਜ ਮਿਸਟਰ ਪ੍ਰੀਮੀਅਰ ਜਦੋਂ ਪ੍ਰੈਸ ਕਾਨਫਰੰਸ ਕੀਤੀ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਖਾਸ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ontario ਵਾਸੀਆਂ ਦੇ ਲਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਬੰਦੀਆਂ ਲੱਗਣ ਜਾ ਰਹੀਆਂ ਨੇ ਜਿਨ੍ਹਾਂ ਦਾ ਐਲਾਨ ਉਹ ਬਹੁਤ ਛੇਤੀ ਕਰ ਦੇਣਗੇ ਜਿਹੜੇ ਇਸ ਵਕਤ ਮਾਮਲੇ ਸਾਹਮਣੇ ਆਏ ਨੇ ਉਹਦੇ ਵਿੱਚੋਂ 67% ਜਿਹੜੇ ਆ ਮਾਮਲੇ ਨਵੇਂ ਵੇਰੀਐਂਟਸ ਦੇ ਨੇ ਤੇ ਇਹ ਵੇਰੀਐਂਟ ਅਜਿਹਾ ਪਰਿਵਾਰ ਦੇ ਇੱਕ ਪਰਸਨ ਨੂੰ ਹੋ ਗਿਆ ਤਾਂ ਪੂਰਾ ਪਰਿਵਾਰ ਇਸ ਦੀ ਲਪੇਟ ਦੇ ਵਿੱਚ ਆਏਗਾ ਪੁਰਾਣੇ ਵੇਰੀਐਂਟ ਵਾਂਗੂ ਨਹੀਂ ਹੈ ਕਿ ਸ਼ਾਇਦ ਇੱਕ ਨੂੰ ਹੋ ਗਿਆ ਤੇ ਬਾਕੀਆਂ ਨੂੰ ਨਾ ਹੋਵੇ ਇਹਦੇ ਵਿੱਚ ਜਿਹੜੇ ਆ ਚਾਂਸਸ ਬਹੁਤ ਜ਼ਿਆਦਾ ਨੇ ਇੱਕ ਤੋਂ ਬਾਅਦ ਦੂਸਰੇ ਨੂੰ ਇਹਦੇ ਹੋਣ ਦੇ ਸਰ ਕੀ ਕਹੋਗੇ ਬਿਲਕੁਲ ਤਰਨ ਇਸ ਗੱਲ ਦਾ ਜੀ ਸਾਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਕਿਉਂਕਿ ਇਹ ਹਾਲਾਤ ਹੁਣ ਜਿਹੜੇ ਹਾਲਾਤ ਹੈਗੇ ਨੇ ਉਹ ਹਾਲਾਤ ਵੈਰੀ ਸੀਰੀਅਸ ਹੈਗੇ ਵੀ ਹੈਵ ਟੂ ਬੀ ਵੈਰੀ ਸੀਰੀਅਸ ਅਸੀਂ ਜਿਹੜਾ ਆਮ ਤੁਰੇ ਫਿਰਦੇ ਆ ਲਾਪਰਵਾਹ ਸੀ ਜਿਹੜੇ ਹੋ ਗਏ ਸੀਗੇ ਸਾਨੂੰ ਮੁੜ ਕੇ ਜੋ ਸ਼ੁਰੂ 'ਚ ਕਰਨ ਲੱਗੇ ਸੀਗੇ ਅਸੀਂ ਪਲੀਜ਼ ਉਹ ਦੁਬਾਰੇ ਉਹਨਾਂ ਨੂੰ ਉਹ ਚੀਜ਼ਾਂ ਨੂੰ ਕਰਨ ਲੱਗੋ ਆਪਦਾ ਖਿਆਲ ਰੱਖੋ ਇਹ ਕਿਸੇ ਨੂੰ ਵੀ ਹੋ ਸਕਦਾ ਔਰ ਜਦੋਂ ਹੁੰਦਾ ਤਾਂ ਸਾਰੇ ਪਰਿਵਾਰ ਨੂੰ ਹੋਣ ਦੇ ਚਾਂਸ ਹੈਗੇ ਇਮੈਜਿਨ ਕਰੋ ਸਾਰਾ ਪਰਿਵਾਰ ਹੀ ਜੇ ਹਸਪੀਟਲ ਜਾਣਾ ਪੈ ਗਿਆ ਵਿਲ ਹੈਪਨ ਦੈਨ ਪਲੀਜ਼ ਬੀ ਕੇਅਰਫੁਲ ਆਪਦਾ ਸਾਰੇ ਜਣੇ ਖਿਆਲ ਰੱਖੋ ਸਰ ਕੀ ਲੱਗਦਾ ਵੈਸੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿ ਹੁਣ ਇੱਥੇ ਕੰਪਲੀਟ ਲੋਕਡਾਊਨ ਹੋ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਹੁਣ ਆਫ ਕੋਰਸ ਮੇਅਰਸ ਵੀ ਇਸ ਗੱਲ ਨੂੰ ਲੈ ਕੇ ਹੋ ਚੁੱਕੇ ਨੇ ਤੋ ਬਾਰ-ਬਾਰ ਪ੍ਰੀਮੀਅਰ ਨੂੰ ਅਪੀਲ ਕਰ ਰਹੇ ਨੇ ਕਿ ਪ੍ਰੋਪਰ ਜਿਹੜਾ ਸਭ ਕੁਝ ਸ਼ਟ ਡਾਊਨ ਹੀ ਕਰ ਦਿੱਤਾ ਜਾਵੇ ਤੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤਰਨ ਮੈਨੂੰ ਇਉਂ ਲੱਗਦਾ ਕੱਲ ਨੂੰ ਇਹ ਕੰਮ ਹੋ ਜਾਣਾ ਜੇ ਕੱਲ ਨੂੰ ਨਹੀਂ ਹੋਇਆ ਤਾਂ ਪਰਸੋਂ ਤੱਕ ਹੋ ਜਾਏਗਾ ਜੀ ਇਹਦੇ ਉੱਤੇ ਬਹੁਤ ਇਸ ਵੇਲੇ ਜਿਹੜੀ ਸਰਕਾਰ ਹੈ ਆਪਦੇ ਬੈਠੀ ਉਹ ਬੜੇ ਵੱਡੇ ਹੁਣ ਮੀਟਿੰਗਸ ਹੋ ਰਹੀਆਂ ਨੇ ਫੈਸਲਾ ਅੱਜ ਰਾਤ ਨੂੰ ਵੈਸੇ ਲਿਆ ਜਾਣਾ ਚਾਂਸਸ ਹੈਗੇ ਵੀ ਅੱਜ ਰਾਤ ਨੂੰ ਫੈਸਲਾ ਆ ਜਾਏਗਾ ਤੇ ਸਵੇਰੇ ਕੱਲ ਨੂੰ ਮੇਬੀ 10-11 ਵਜੇ ਨੂੰ ਸ਼ਾਇਦ ਇਹ ਗੱਲ ਆ ਜਾਵੇ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਸਾਡੇ ਤੇ ਇਦੋਂ ਵੱਧ ਹੋਰ ਵਧਣਗੀਆਂ ਔਰ ਮੇਰਾ ਖਿਆਲ ਆ ਫੋਰਡ ਸਾਹਿਬ ਨੂੰ ਇੱਕ ਵਾਰੀ ਇਹ ਗੱਲ ਕਰ ਦੇਣੀ ਚਾਹੀਦੀ ਹੈ ਕਿ ਹਾਲਤ ਬਾਹਰ ਜਾ ਰਹੇ ਨੇ ਹੁਣ ਲੋਕੀ ਵੀ ਕਹਿ ਰਹੇ ਨੇ ਮੈਡੀਕਲ ਆਫਸਰਸ ਨੇ ਵੀ ਉਹਨਾਂ ਨੂੰ ਭੇਜ ਦਿੱਤੀ ਹੈ ਚਿੱਠੀ
ਹੁਣ ਉਹਨਾਂ ਕੋਲੇ ਇਹ ਬਹਾਨਾ ਵੀ ਬੈਟਰ ਹੈਗਾ, ਉਹਨਾਂ ਕੋਲੇ ਐਕਸਕਿਊਜ਼ ਵੀ ਬੜਾ ਵਧੀਆ ਹੈਗਾ ਵੀ ਮੈਨੂੰ ਜਿਹੜੇ ਮੈਡੀਕਲ ਵਾਲੇ ਐਕਸਪਰਟਸ ਨੇ ਮੈਂ ਉਹਨਾਂ ਦੀ ਬਾਰੇ ਸੁਣ ਰਿਹਾ, ਉਹਨਾਂ ਦੀ ਗੱਲ ਕਹੀ ਹੈ, ਉਹਨਾਂ ਨੇ ਇਹ ਗੱਲ ਕੀ ਹੈ, ਇਸ ਕਰਕੇ ਮੈਂ ਬੰਦ ਕਰ। ਬਿਲਕੁਲ। ਤੇ ਉਧਰੋਂ ਦੀ ਅੱਜ ਜਿਹੜੇ ਉਹਨਾਂ ਨੇ ਐਸੈਂਸ਼ੀਅਲ ਵਰਕਰਸ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਨੂੰ ਪਹਿਲੇ ਫੇਸ ਦੇ ਵਿੱਚ ਹੁਣ ਇਸ ਵਕਤ ਜਿਹੜੀਆਂ ਡੋਜ਼ਸ ਮਿਲਣੀਆਂ ਨੇ, ਨਾਲ ਹੀ ਜਿਹੜੀ ਸੈਕੰਡ ਫੇਸ ਦੀ ਡੋਜ਼ਸ ਜਿਹੜੇ ਐਸੈਂਸ਼ੀਅਲ ਵਰਕਰਸ ਨੂੰ ਪਹਿਲਾਂ ਮਿਲਣੀਆਂ ਨੇ, ਮਈ ਦੇ ਮਿਡ ਤੱਕ ਇਹਨਾਂ ਨੂੰ ਮਿਲ ਜਾਣਗੀਆਂ ਡੋਜ਼ਸ। ਤੇ ਉਹਨਾਂ ਨੇ ਆਪਣੀ ਲਿਸਟ ਜਾਰੀ ਕੀਤੀ ਹੈ, ਜੋ ਕਿ ਤੁਸੀਂ ਹਮਦਰਦ ਟੀਵੀ ਦੇ ਉੱਤੇ ਨਿਊਜ਼ ਵੀ ਆ ਚੁੱਕੀ ਹੈ, ਫੇਸਬੁੱਕ ਤੇ ਨਿਊਜ਼ ਵੀ ਦੇਖ ਸਕਦੇ ਹੋ, ਤੁਸੀਂ ਓਨਟਾਰੀਓ ਸਰਕਾਰ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ। ਸੋ ਜਿਹੜੇ ਵੀ ਐਸੈਂਸ਼ੀਅਲ ਵਰਕਰਸ ਉਹਨਾਂ ਦੇ ਅਕੋਰਡਿੰਗ ਕੈਟਾਗਰੀ ਦੇ ਵਿੱਚ ਆਉਂਦੇ ਨੇ, ਇੱਕ ਕੈਟਾਗਰੀ ਜਿਹੜਾ ਫਰਸਟ ਫੇਸ ਹੋਏਗਾ ਉਹਨਾਂ ਨੂੰ ਮਿਲੇਗੀ, ਸੈਕੰਡ ਫੇਸ ਨੂੰ ਜਿਹੜਾ ਮਈ ਮਿਡ ਤੱਕ ਮਿਲ ਜਾਏਗੀ। ਸਰ ਕੀ ਕਹਿਣਾ ਚਾਹੋਗੇ ਐਸੈਂਸ਼ੀਅਲ ਵਰਕਰਸ ਦੇ ਬਾਰੇ ਵਿੱਚ? ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਹਾਲਾਂਕਿ ਵੈਕਸੀਨ ਲੱਗਣੀ ਸ਼ੁਰੂ ਹੋ ਚੁੱਕੀ ਹੈ, ਅੱਜ ਕਹਿ ਦਿੱਤਾ ਕਿ 60+ ਵਾਲੇ ਵੀ ਜਿਹੜੇ ਆ ਉਹ ਵੀ ਆਪਦੀ ਬੁਕਿੰਗ ਕਰਵਾ ਸਕਦੇ ਨੇ। ਬਿਲਕੁਲ ਤਰਨ, ਵੱਖ-ਵੱਖ ਏਰੀਆ ਦੇ ਵਿੱਚ ਵੱਖ-ਵੱਖ ਜੀ। ਔਰਕੀਅਨ ਨੇ ਮੇਰੇ ਖਿਆਲ 50 ਈਅਰ ਵਾਲੇ ਕਰ ਦਿੱਤੇ ਨੇ, 50 ਈਅਰ ਜਿਹਦੀ ਏਜ ਹੈਗੀ ਆ ਉਹ ਵੀ ਆਪਦੇ ਵਾਸਤੇ ਬੁਕਿੰਗ ਕਰਵਾ ਸਕਦੇ ਨੇ। ਨਾਇਗਰਾ ਦਾ ਜਿਹੜਾ ਰੀਜਨ ਹੈਗਾ ਜੀ, ਉਹਦੇ ਵਿੱਚ ਮੈਂ ਜਿਹੜੇ ਟੀਚਰਸ ਨੇ ਉਹਨਾਂ ਨੂੰ ਖਾਸ ਕਰਕੇ ਮੈਸੇਜ ਦਿੰਦਾ ਜੀ, ਤੁਹਾਡੇ ਟੀਚਰਸ ਵਾਸਤੇ ਸਪੈਸ਼ਲ ਸ਼ੁਰੂ ਹੋ ਗਿਆ ਜੀ ਵੈਕਸੀਨੇਸ਼ਨ। ਤੁਸੀਂ ਤੁਹਾਨੂੰ ਐਸੈਂਸ਼ੀਅਲ ਸਰਵਿਸਿਜ਼ ਵਿੱਚ ਲੈ ਲਿਆ ਗਿਆ, ਅਜੇ ਪੀਲ ਐਂਡ ਟੋਰਾਂਟੋ ਦੇ ਟੀਚਰਸ ਨੂੰ ਇਸ ਮਾਮਲੇ ਵਿੱਚ ਲਿਆ ਨਹੀਂ ਗਿਆ ਹੈਗਾ, ਪਰ ਨਾਇਗਰਾ ਦੇ ਵਿੱਚ ਜਿਹੜੇ ਟੀਚਰਸ ਨੇ ਉਹਨਾਂ ਦਾ ਵੈਕਸੀਨ ਤੁਸੀਂ ਆਪਦੀ ਅਪਾਇੰਟਮੈਂਟਸ ਬਣਾ ਸਕਦੇ ਹੋ ਜੀ। ਬਿਲਕੁਲ। ਤੇ ਉਧਰ ਨਿਊਜ਼ੀਲੈਂਡ ਦੀ ਵੀ ਅਸੀਂ ਗੱਲ ਕਰਾਂਗੇ, ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਟੀਵੀ ਦੀ ਆਵਾਜ਼ ਨੂੰ ਕੱਟ ਕਰਕੇ ਗੱਲ ਕਰਿਓ, ਟੀਵੀ ਦੀ ਆਵਾਜ਼ ਨੂੰ ਕੱਟ ਕਰ ਦਿਓ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਇੱਕ ਸੈਕਿੰਡ ਮੈਂ ਕਰਦਾ, ਹੁਣ ਦੱਸੋ ਜੀ। ਤੁਸੀਂ ਦੱਸਣਾ ਜੀ। ਹੈਲੋ, ਹਾਂਜੀ ਹਾਂਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਇੱਥੇ ਬ੍ਰਾਂਟਨ ਤੋਂ ਹੀ ਬੋਲਦੇ ਆ। ਮੈਂ ਤਾਂ ਬਾਈ ਜੀ ਨਾਲ ਗੱਲ ਕਰਨੀ ਆ। ਹਾਂਜੀ ਦੱਸੋ। ਮੈਨੂੰ ਇਹ ਦੱਸੋ ਗੱਲ ਆ ਬਾਈ ਜੀ। ਹਾਂਜੀ। ਹੈਲੋ। ਜਦੋਂ ਆਪਾਂ ਸੜਕਾਂ ਜਿਵੇਂ ਹੁਣ ਇੰਡੀਆ ਦੇ ਵਿੱਚ ਹੈਗੀਆਂ ਨੇ, ਤੁਸੀਂ ਕਹਿੰਦੇ ਹੋ, ਹਾਂਜੀ, ਇਹ ਗਵਰਨਮੈਂਟ ਰਿਕੁਆਇਰਮੈਂਟ ਨਹੀਂ ਕਰੂਗੀ ਸੜਕਾਂ, ਹਾਂਜੀ, ਉਹ ਚੱਲ ਪੈਸੇ ਦੇ ਸਕਦੇ ਨੇ, ਇਹਦੀ ਗੱਲ ਆ। ਜੇ ਸੜਕਾਂ ਨਹੀਂ ਬਣਨਗੀਆਂ ਫਿਰ ਆਪਾਂ ਕਿਵੇਂ ਕਰ ਸਕਦੇ ਹਾਂ ਵੀ ਆਪਣੇ ਸਾਨੂੰ ਰੋਡਾਂ ਵੀ ਵਧੀਆ ਚਾਹੀਦੀਆਂ, ਇਹਦੀ ਗੱਲ ਆ। ਹਾਂਜੀ ਸਰ, ਤੁਸੀਂ ਕਿਸ ਮੁੱਦੇ ਉੱਤੇ? ਮੈਨੂੰ ਸਮਝ ਨਹੀਂ ਲੱਗੀ ਤੁਹਾਡੀ ਗੱਲ ਦੀ। ਆਪਾਂ ਸੜਕਾਂ ਦਾ ਅਸੀਂ ਕੋਈ ਕੁਝ ਮੁੱਦਾ ਲੈ ਕੇ ਆਏ ਨਹੀਂ ਆ, ਮੈਨੂੰ ਸਮਝ ਨਹੀਂ ਲੱਗੀ ਤੁਸੀਂ ਕਿਹੜੇ ਮਾਮਲੇ ਬਾਰੇ ਗੱਲ ਕਰ ਰਹੇ ਹੋ। ਅਸੀਂ ਇਨਫਰਾਸਟ੍ਰਕਚਰ ਦੀ ਕੋਈ ਗੱਲ ਕੀਤੀ? ਮੈਂ ਤਾਂ ਇੰਡੀਆ ਦੇ ਬਾਰੇ ਗੱਲ ਕਰਦਾ, ਇਹਦੀ ਗੱਲ ਆ। ਹਾਂਜੀ ਹਾਂਜੀ। ਜਿਵੇਂ ਆਪਣੇ ਇੱਥੇ ਗੌਰਮੈਂਟ ਉਹ ਕਰਦੀ ਹੈਗੀ ਆ, ਹਾਂਜੀ, ਜਿਵੇਂ ਹੁਣ ਇੰਡੀਆ ਦੇ ਵਿੱਚ ਕਰੇ। ਹਾਂਜੀ। ਜੇ ਆਪਾਂ ਕਹਿੰਦੇ ਹੁੰਦੇ ਵੀ ਆਪਣੇ ਜੇ ਗੌਰਮੈਂਟ ਉਹ ਨਾ ਕਰੇ, ਰਿਕੁਆਇਰਮੈਂਟ ਨਾ ਕਰੇ, ਫਿਰ ਪੈਸੇ ਉਹ ਚੀਜ਼ ਆ। ਹਾਂਜੀ ਹਾਂਜੀ ਜੀ। ਤੁਸੀਂ ਕਹਿ ਰਹੇ ਹੋ ਕਿ ਵੱਡੇ ਵੱਡੇ ਜਿਹੜੇ ਹਾਈਵੇਜ਼ ਕੱਢਨੇ ਆ ਉਹਦੇ ਲਈ ਜਿਹੜੀ ਸਰਕਾਰ ਜ਼ਮੀਨ ਲੈਂਦੀ ਆ ਤੇ ਜੋ ਨਾ ਲਵੇ। ਬਸ ਸਹੀ ਗੱਲ ਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ। ਸ਼ੁਕਰੀਆ ਜੀ ਸਰ। ਰਿਕੁਆਇਰਮੈਂਟ ਦੀ ਗੱਲ ਕਰ ਰਹੇ ਆ, ਪਰ ਇਹ ਆ ਕਿ ਸਰਕਾਰ ਜਿਹੜੀ ਆ ਉੱਥੇ ਬਹੁਤ ਕੁਝ ਸੋਚ ਸਮਝ ਕੇ ਨਹੀਂ ਵੀ ਕਰਦੀ ਹੈਗੀ। ਇੱਥੇ ਸਰਕਾਰ ਸਾਰੀ ਰਜ਼ਾਮੰਦੀ ਤੋਂ ਬਾਅਦ ਪੂਰੀ ਪਲੈਨਿੰਗ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਸਰਕਾਰ ਕੋਈ ਵੀ ਫੈਸਲਾ ਲੈਂਦੀ ਹੈ। ਸਰ, ਇਸ ਦੇ ਬਾਰੇ ਤੁਸੀਂ ਕੀ ਕਹੋਗੇ? ਹਾਂ, ਇੱਥੇ ਜੀ ਜਿਹੜਾ ਸਰਕਾਰ ਕਰਦੀ ਹੈਗੀ ਨਾ, ਪਹਿਲਾਂ ਤਾਂ ਜਿਹੜਾ এনवायरमेंटल ਹੈਗਾ ਸਟੱਡੀ ਉਹ ਹੋਏਗੀ ਜੀ। এনवायरमेंटल ਸਟੱਡੀ ਤੋਂ ਬਿਨਾਂ ਇੱਥੇ ਕੁਝ ਵੀ ਨਹੀਂ ਹੁੰਦਾ, ਰਿਕੁਆਇਰ ਕਰਨਾ ਬੜਾ ਮੁਸ਼ਕਲ ਹੁੰਦਾ। এনवायरमेंटल ਸਟੱਡੀ ਦੀ ਕੀ ਗੱਲ ਹੁੰਦੀ ਆ? ਮੰਨ ਲਓ ਕਿਸੇ ਥਾਂ ਤੇ ਪਾਣੀ ਵਗਦਾ, ਪਾਣੀ ਵਗਦੇ ਦਾ ਇੱਥੇ ਜੀ ਤੁਸੀਂ ਵਗਦੇ ਪਾਣੀ ਦਾ ਵਹਾਅ ਬਦਲ ਨਹੀਂ ਸਕਦੇ। ਵੈਰੀ ਸਿੰਪਲ, ਬਿਲਕੁਲ ਨਹੀਂ ਬਦਲ ਸਕਦੇ। ਜੇ ਬਦਲਣਾ ਤਾਂ ਬੜਾ ਵੱਡਾ এনवायरमेंटल ਸਟੱਡੀ ਹੋਏਗੀ। ਕਿਉਂ? ਉਹਦੇ 'ਚ ਮੱਛੀਆਂ ਨੇ, ਕੋਈ ਹੋਰ ਜਾਨਵਰ ਰਹਿੰਦਾ, ਉਹਨਾਂ ਦੀ ਹਾਲਤ ਕੀ ਹੋਵੇਗੀ, ਉਹ ਕਿੱਥੇ ਆਉਣਗੇ, ਸਟੇਜ ਜਾਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਖਿਆਲ ਕੀਤਾ ਜਾਵੇਗਾ। ਉਸ ਤੋਂ ਮਗਰੋਂ ਕੋਈ ਸਟੱਡੀ ਪਾਸ ਹੋਏਗੀ, ਅਪਰੂਵ ਹੋਏਗੀ, ਉਦੋਂ ਕੋਈ ਸਬਸਟੀਟਿਊਟ ਲੱਭਿਆ ਜਾਵੇਗਾ, ਫਿਰ ਅਜਿਹੀਆਂ ਗੱਲਾਂ ਹੋਣਗੀਆਂ। ਸਾਡੇ ਇੰਡੀਆ ਦੇ ਵਿੱਚ ਕਈ ਵਾਰੀ ਇਹ ਜਿਹੀਆਂ ਗੱਲਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ, ਜਾਂ ਕਈ ਵਾਰੀ ਅੜਿੱਕੇ ਹੀ ਉੱਥੇ ਇੰਨੇ ਪੈਂਦੇ ਜੇ ਕਿ ਸਰਕਾਰ, ਫੋਰ ਐਗਜ਼ਾਮਪਲ ਆਪਾਂ ਹੋਰ ਪਾਸੇ ਚੱਲੇ, ਪਰ ਮੈਂ ਤੁਹਾਨੂੰ ਦਿੱਲੀ ਦੀ ਜਿਹੜੀ ਬਣਾਈ ਗਈ ਹੈ ਜੀ, ਉਹ ਅੰਡਰਗਰਾਊਂਡ ਜਿਹੜੀ ਹੈਗੀ ਹੈ ਮੈਟਰੋ, ਹਾਂ ਮੈਟਰੋ ਜਿਹੜੀ ਬਣਾਈ ਹੈ ਜੀ, ਉਹਦੇ ਵਿੱਚ ਜਿਹੜੇ ਬੰਦੇ ਨੇ ਉਹਨੂੰ ਬਣਾਇਆ ਸੀਗਾ, ਉਹਨੇ ਸਪੈਸ਼ਲ ਪਰਮਿਸ਼ਨ ਲਈਆਂ ਸੀ। ਉਹਨੇ ਸਰਕਾਰ ਨੂੰ ਇਹ ਗੱਲ ਕਹੀ ਸੀ, ਮੈਨੂੰ ਇਜਾਜ਼ਤ ਦਿਓ, ਚਾਹੇ ਕੋਈ ਡਿੱਕਾ ਜਾਏ ਚਾਹੇ ਨਾ ਡਿੱਕਾ ਜਾਏ, ਮੈਂ ਕੋਰਟ ਦੇ ਵਿੱਚ ਇਹਦਾ ਕੰਮ ਤੁਸੀਂ ਆਪੇ ਨਿਬੜੋਗੇ, ਮੈਂ ਕੱਢ ਦੇਣੀ ਹੈ ਇਹ। ਉਹਨੇ ਇਸ ਹਿਸਾਬ 'ਚ ਕੀਤੀ। ਉੱਥੇ ਰੀਜ਼ਨ ਹੋਰ ਹੈ। ਰੀਜ਼ਨ ਇਹ ਹੈ ਕਿ ਜਦੋਂ ਇੱਕ ਥਾਂ ਤੋਂ ਲੰਘਣ ਦਾ ਹਜ਼ਾਰਾਂ ਲੱਖਾਂ ਬੰਦਿਆਂ ਦੀ ਉਹਦੇ ਵਿੱਚ ਖੁਸਦਾ ਪ੍ਰਾਪਰਟੀ ਹੋਵੇ, ਇਕੱਲੇ ਬੰਦੇ ਨਾਲ ਨਜਿੱਠਣਾ ਬਹੁਤ ਔਖਾ ਹੈਗਾ। ਇੱਥੇ ਕੁਝ ਫਰਕ ਹੈਗਾ, ਪਰ ਇੱਥੇ এনवायरमेंट ਦਾ
ਸਭ ਤੋਂ ਪਹਿਲਾਂ ਕਰਦੇ ਜੀ, ਉਸ ਤੋਂ ਮਗਰੋਂ ਜਿਹੀਆਂ ਗੱਲਾਂ ਕਰਦੇ ਬਾਕੀ ਇਹ ਵੀ ਦੇਖਿਆ ਜਾਂਦਾ ਕਿ ਉਪਜਾਊ ਭੂਮੀ ਨੂੰ ਜਿਹੜਾ ਹੈ ਉਹ ਐਕਵਾਇਰ ਨਾ ਕੀਤਾ ਜਾਵੇ ਐਂਡ ਗ੍ਰੀਨ ਜ਼ੋਨ ਨੂੰ ਲੈ ਕੇ ਆਪਣੇ ਵੀ ਉਰੇ ਕਾਫੀ ਮਾਮਲਾ ਉੱਠਿਆ ਸੀ। ਬਿਲਕੁਲ ਜੀ, ਗ੍ਰੀਨ ਜ਼ੋਨ ਆਪਣੇ ਆਲਰੇਡੀ ਅਨਾਉਂਸ ਕੀਤੀ ਹੋਈ ਹੈ। ਹੁਣ ਜਿਹੜੇ ਗ੍ਰੀਨ ਬੈਲਟ ਦੇ ਵਿੱਚ ਅਸੀਂ ਇਹ ਕੁਝ ਕਰਦੇ ਹੈਗੇ ਆ ਤਾਂ ਉਹ ਕਰਨੀ ਬੜੀ ਮੁਸ਼ਕਲ ਹੈਗੀ ਆ। ਫੋਰਡ ਸਰਕਾਰ ਨੇ ਇਹ ਗੱਲ ਸ਼ੁਰੂ ਕੀਤੀ ਸੀ, ਜਿਹੜਾ ਹਾਈਵੇ 413 ਬਣਾਉਣਾ ਜੀ, ਉਹਦੀ ਗੱਲ ਸ਼ੁਰੂ ਕੀਤੀ ਸੀ ਫੋਰਡ ਸਰਕਾਰ ਨੇ ਕਿ ਅਸੀਂ ਉਹਦੀ ਥਾਂ ਤੇ ਹੋਰ ਥਾਂ ਦੇ ਦਿੰਦੇ ਆ ਜੇ ਉੱਥੋਂ ਹਾਈਵੇ ਨਿਕਲਣਾ ਪਏ। ਇਸ ਗੱਲ ਦਾ ਵੀ ਰੌਲਾ ਪੈ ਰਿਹਾ ਜੀ, ਔਰ ਉਹ ਤਾਂ ਹੁਣ ਠੰਡੇ ਬਸਤੇ ਪੈ ਗਏ ਜੀ, ਪਤਾ ਨਹੀਂ 413 ਕਦੋਂ ਬਣੇ। ਬਾਕੀ ਪ੍ਰਾਪਰਟੀ ਉੱਥੇ ਜਿਹੜੀ ਹੁੰਦੀ ਆ, ਪਤਾ ਨਹੀਂ ਗਵਰਨਮੈਂਟ ਉਹਦੀ ਸਹੀ ਮੁੱਲ ਦਿੰਦੀ ਆ ਜਾਂ ਨਹੀਂ ਦਿੰਦੀ। ਉਸ ਤੋਂ ਬਾਅਦ ਜਿਹੜੀ ਜਗ੍ਹਾ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ, ਕਿਸ ਤਰੀਕੇ ਦੀ ਉਹ ਜਗ੍ਹਾ ਹੁੰਦੀ ਆ। ਇੰਡੀਆ ਵਿੱਚ ਅਜਿਹੇ ਬਹੁਤ ਸਾਰੇ ਪੇਜ ਹੈਗੇ ਜਿਹਦੇ ਬਾਰੇ ਗੱਲਬਾਤ ਲਈ ਪੂਰਾ ਐਪੀਸੋਡ ਚਾਹੀਦਾ ਆ। ਖਬਰ ਜਿਹੜੀ ਹੈ ਸਰ, ਖਬਰਾਂ ਦਾ ਸਿਲਸਿਲਾ ਇੱਥੇ ਹੀ ਸਮਾਪਤ ਕਰਨ ਦਾ ਸਮਾਂ ਹੋ ਗਿਆ ਤੇ ਹੁਣ ਆਪਾਂ ਸਵਾਲ ਵੱਲ ਅੱਗੇ ਵਧੀਏ। ਲਓ ਜੀ, ਇਹ ਐਕਟਰ ਹੈ ਜੀ, ਫੀਮੇਲ ਹੈ ਜੀ। ਓਕੇ। ਇਹਨਾਂ ਦਾ ਜਨਮ ਜੀ 1930 ਤੇ 1935 ਦੇ ਵਿਚਾਲੇ ਹੈ। ਸੋਲਾਪੁਰ ਬੰਬੇ ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀਗਾ ਜੀ। ਇਹ ਆਪਦਾ ਫਰਸਟ ਨੇਮ ਹੀ ਵਰਤਦੇ ਨੇ, ਨਾਲ ਇਹਨੇ ਆਪਦਾ ਲਾਸਟ ਨੇਮ ਨਹੀਂ ਵਰਤਿਆ ਜੀ ਕਦੇ ਵੀ। ਇਹਨੇ ਸੈਂਕੜੇ 100 ਜ਼ਰੂਰ ਤੋਂ ਉੱਪਰ ਫਿਲਮਾਂ ਦੇ ਵਿੱਚ ਕੰਮ ਕੀਤਾ ਜੀ ਇਹਨਾਂ ਨੇ। ਇਹ ਮਰਾਠੀ ਸਪੀਕਿੰਗ ਪਰਿਵਾਰ ਦੇ ਵਿੱਚੋਂ 5 ਸਾਲ ਦੀ ਸੀ ਜਦੋਂ ਇਹਨੇ ਡਾਂਸਿੰਗ ਵਗੈਰਾ ਸਿੱਖ ਲਿਆ ਸੀਗਾ ਜੀ, ਐਕਟਿੰਗ ਸਿੱਖ ਲਈ ਸੀਗੀ। ਔਰ ਇਹਦਾ ਫਾਦਰ ਦਾ ਜਿਹੜਾ ਬਿਜ਼ਨਸ ਸੀਗਾ ਉਹ 'ਚ ਫਿਰ ਬੈਂਕਰਪਟ ਹੋ ਗਿਆ। ਇਹਨੂੰ ਅਖੀਰ ਇਹਨਾਂ ਨੂੰ ਮੁੜ ਕੇ ਬੰਬੇ ਆਉਣਾ ਪਿਆ ਸੀ। ਬੰਬੇ ਆ ਕੇ ਫਿਰ ਇਹਨੂੰ ਡਾਂਸਿੰਗ ਕਰਕੇ ਕੁਝ ਇਹੀ ਪਰਿਵਾਰ 'ਚ ਸਭ ਤੋਂ ਸੋਹਣੀ ਸੀਗੀ, ਵਧੀਆ ਡਾਂਸ ਕਰਦੀ ਸੀ ਤੇ ਇਹਨੂੰ ਹੌਲੀ ਹੌਲੀ ਫਿਲਮਾਂ ਦੇ ਵਿੱਚ ਕੰਮ ਮਿਲਣ ਲੱਗ ਪਿਆ, ਜਿਹਦੇ ਨਾਲ ਕਿ ਇਹਨਾਂ ਦੇ ਘਰ ਦਾ ਕੰਮ ਥੋੜਾ ਚੱਲਣ ਲੱਗ ਪਿਆ ਸੀਗਾ। ਫਿਰ ਅਖੀਰ ਜੀ ਇਹਨੂੰ ਨੂਰਜਹਾਂ ਦਾ ਹਸਬੈਂਡ ਸੀਗਾ। ਨੂਰਜਹਾਂ ਦੇ ਵੈਸੇ ਕਈ ਹਸਬੈਂਡ ਨੇ। ਇਹ ਸ਼ੌਕਤ ਹੁਸੈਨ ਰਿਜ਼ਵੀ ਸੀਗਾ ਜੀ, ਤੇ ਉਹਨੇ ਇੱਕ ਫਿਲਮ ਬਣਾਈ ਸੀ, ਉਹਦੇ ਵਿੱਚ ਇਹਨੂੰ ਇੱਕ ਕਵਾਲੀ ਦਾ ਸੀਨ ਦਿੱਤਾ ਸੀਗਾ। ਉਹਦੇ ਵਿੱਚ ਇਹ ਲੇਡੀ ਨੇ ਕਵਾਲੀ ਦੇ ਸੀਨ ਦੇ ਵਿੱਚ ਕੰਮ ਕੀਤਾ ਸੀ। ਉਦੋਂ ਮਗਰ ਜੀ ਇਹ ਸ਼ਮੀ ਕਪੂਰ ਦੀ ਫਿਲਮਾਂ ਦੇ ਨਾਮ ਵੀ ਦੱਸ ਦਿੰਦਾ ਜੀ। ਡਾਕੂ ਦੇ ਵਿੱਚ ਇਹ ਆਈ ਸੀਗੀ ਜੀ। ਇਹਨੇ ਜਿਹੜੇ ਬਹੁਤ ਜਿਹੜੇ ਰੋਲਸ ਕੀਤੇ ਨੇ ਉਹ ਨੈਗੇਟਿਵ ਰੋਲਸ ਕੀਤੇ ਨੇ, ਹਾਲਾਂਕਿ ਇਹ ਆਪਦੀ ਅਸਲ ਲਾਈਫ ਦੇ ਵਿੱਚ ਬਿਲਕੁਲ ਉਦੋਂ ਉਲਟ ਸੀ। ਮੈਂ ਉਹਦੇ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗਾ ਜੀ। ਇਹਨਾਂ ਨੇ ਫਿਰ ਜਿਹੜਾ ਕੁੰਦਲਾ ਸਹਿਗਲ KL ਸਹਿਗਲ ਸਿੰਗਰ ਸੀਗਾ, ਉਹਦੇ ਪਰਿਵਾਰ ਦੇ ਵਿੱਚ ਇਹਦਾ ਵਿਆਹ ਹੋਇਆ ਜੀ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ, ਸਤਿ ਸ਼੍ਰੀ ਅਕਾਲ ਮੁਰਗੀਨ ਜੀ। ਜੀ ਵਿੰਕੀ ਜੀ। ਇਹ ਸਰ ਤੁਸੀਂ ਗੱਲ ਕਰ ਰਹੇ ਹੋ ਸਰ ਜਿਹੜੀ ਰੀਸੈਂਟ ਸਾਡੀ ਬੈਟਰ ਐਕਟਰੈਸ ਰਹੀ ਹੈ ਸਾਡੀ ਸ਼ਸ਼ੀ ਕਲਾ ਜੀ ਬਾਰੇ ਗੱਲ ਕਰ ਰਹੇ ਹੋ। ਇਹਨਾਂ ਦੀ ਰੀਸੈਂਟ ਡੈਥ ਹੋਈ ਹੈ ਸਰ। ਸ਼ਸ਼ੀ ਕਲਾ, ਥੈਂਕ ਯੂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਤੇ ਬਾਈ ਜੀ ਕਿਤੇ ਗੁੱਸਾ ਨਾ, ਮੈਂ ਤਰਨ ਜੀ ਨੂੰ ਪੁੱਛਦਾ ਵੀ ਕੀ ਪਤਾ ਨਹੀਂ ਕੀ ਚੱਕਰ ਆ, ਮੈਨੂੰ ਇਹ ਦੱਸੋ ਗੱਲ ਜੀ। ਦੇਖੋ ਸਰ ਸਾਡਾ ਪ੍ਰੋਗਰਾਮ ਆਲਮੋਸਟ ਖਤਮ ਹੋਣ ਵਾਲਾ, ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਾਲ ਕਰ ਇਸੇ ਨੰਬਰ ਤੇ ਮੈਨੂੰ ਪ੍ਰੋਗਰਾਮ ਜੀ। ਹੁਣ ਸਲਮਾਨ ਖਾਨ ਸੀਗਾ, ਉਹਨੂੰ ਸਜ਼ਾ ਹੋ ਗਈ ਆ। ਓਕੇ, ਮੇਰੀ ਗੱਲ ਸੁਣੋ ਜੀ। 7 ਵਜੇ ਪ੍ਰੋਗਰਾਮ ਖਤਮ ਹੋਣਾ ਜੀ, 7 ਵਜੇ ਖਤਮ ਹੋਣਾ ਤੇ 7 ਵਜੇ ਤੋਂ ਬਾਅਦ ਮੈਨੂੰ ਇਸੇ ਨੰਬਰ ਤੇ ਫੋਨ ਕਰਿਓ। ਆਈ ਵਿਲ ਲਵ ਟੂ ਟਾਕ ਟੂ ਯੂ। ਓਕੇ ਜੀ, ਸਾਡਾ ਸਵਾਲ ਪੁੱਛਿਆ, ਸਾਨੂੰ ਉਹਦੇ ਜਵਾਬ ਆਉਣੇ। ਥੈਂਕ ਯੂ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸੇਮ ਨੰਬਰ ਤੇ ਇਸੇ ਨੰਬਰ ਤੇ ਕਾਲ ਕਰਿਓ, ਮੈਂ ਤੁਹਾਨੂੰ ਜ਼ਰੂਰ ਗੱਲ ਕਰਾਂਗਾ ਜੀ। ਜੀ ਸਰ। ਫਿਰ ਜੀ ਇਹਨੇ ਕਈਆਂ ਫਿਲਮਾਂ ਦੇ ਵਿੱਚ ਅਨੁਪਮਾ ਵਿੱਚ ਕੰਮ ਕੀਤਾ, ਫੂਲ ਔਰ ਪੱਥਰ ਕੀਤਾ, ਆਈ ਮਿਲਨ ਕੀ ਬੇਲਾ, ਗੁਮਰਾਹ, ਵਕਤ, ਖੂਬਸੂਰਤ, ਇਹਦੇ ਵਿੱਚ ਵੀ। ਫਿਰ ਉਸ ਤੋਂ ਮਗਰੋਂ ਜੀ ਇਹਨੇ ਕਈ ਜਿਹੜੇ ਟੀਵੀ ਸੀਰੀਅਲਸ ਹੈ ਉਹਦੇ ਵਿੱਚ ਵੀ ਕੰਮ ਕੀਤਾ। ਇਹ ਤਰਨ ਫਿਰ ਅਖੀਰ ਵਾਰੀ ਐਕਟਿੰਗ ਛੱਡ ਗਈ ਜੀ। ਸਾਡੇ ਕੁਝ ਫੇਸਬੁੱਕ ਤੇ ਦਰਸ਼ਕ ਜਿਹੜੇ ਰਿਪਲਾਈ ਕਰ ਰਹੇ ਨੇ, ਉਹਨਾਂ ਦੇ ਵੀ ਨਾਮ ਲੈਣਾ ਚਾਹਾਂਗੀ। ਪਹਿਲਾਂ ਇੱਕ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਧਰਮਪਾਲ ਨਵਾਂਸ਼ਹਿਰ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਸ਼ਸ਼ੀ ਕਲਾ ਆਈ ਜੀ, ਦੀ ਡੈਥ ਹੋਈ ਹੈ ਜੀ ਹੁਣੇ। ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ। ਇਹਨੇ ਜੀ ਫਿਰ ਇਹ ਤਰਨ ਇੱਕ ਵਾਰੀ ਫਿਰ ਬਹੁਤ ਡਿਪਰੈਸ਼ਨ ਚਲੀ ਗਈ। ਅਖੀਰ ਫਿਰ ਇਹ ਮਦਰ ਟਰੀਸਾ ਨੂੰ ਮਿਲੀ ਜੀ। ਗੱਲ ਕਰਾਂਗੇ ਇਹਦੇ ਬਾਰੇ। ਸ਼ਾਇਦ ਦਰਸ਼ਕ ਸਾਡਾ ਡਿਸਕਨੈਕਟ ਹੋ ਗਿਆ ਫੋਨ। ਮਨਪ੍ਰੀਤ ਚੌਹਾਨ ਜੀ ਕਹਿ ਰਹੇ ਨੇ ਯੂ ਆਰ ਰੈਫਰਿੰਗ ਟੂ ਸ਼ਸ਼ੀ ਕਲਾ। ਸੁਸ਼ਮਾ ਵਾਲੀਆ ਜੀ ਸ਼ਸ਼ੀ ਕਲਾ। ਅਨਿਲ ਨਕਵਾਲ, ਰੁਪਿੰਦਰ ਬਾਜਵਾ ਕਹਿ ਰਹੇ ਨੇ ਸ਼ਸ਼ੀ ਕਲਾ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਸ਼ਸ਼ੀ ਕਲਾ ਬਾਰੇ ਗੱਲ ਕਰ ਰਹੇ ਹੋ। ਸ਼ਸ਼ੀ ਕਲਾ ਜੀ। ਨੈਗੇਟਿਵ ਰੋਲ ਹੁੰਦੇ ਸੀ। ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕੈਲਗਰੀ ਤੋਂ ਬੋਲ ਰਹੀ ਹੈਗੀ ਹਾਂ। ਮੇਰਾ ਨਾਮ ਅਮਰਜੀਤ ਕੌਰ ਹੈਗਾ ਜੀ। ਇਹ ਸ਼ਸ਼ੀ ਕਲਾ ਨੇ ਜੀ। ਸ਼ਸ਼ੀ ਕਲਾ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ?
हाँ जी, सत श्री अकाल जी। मैं नवा स्कॉशिया तो बोल रही हूँ जी अकाल मैम। जी। शशि कला दी गल कर रहे हैं जी। Thank you शशि जी, कला शशि ਸ਼ੁਕਰੀਆ ਕਲਾ, ਜੀ ਕਿਆ ਤੁਸੀਂ ਟੀਵੀ ਬਾਤ ਸਕਰੀਨ ਤੇ ਆ। ਆਨਸਰ ਸੁਣ ਜੀ, ਸਕਦੇ ਹੋ ਜੀ thank you। ਤਾਂ ਮੈਂ ਉਹਨਾਂ ਅੱਜ ਤਾਂ ਆਪਾਂ ਸਾਰਾ ਕੁਝ ਦੱਸਿਆ ਵੀ ਹੈ ਨਹੀਂ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? हेलो, ਹਾਏ Hey, ਨਵਨੀਤ। Navneet, how are you? शशि कला। शशि कला। Okay, Thank you. So Thank nice of you. Thank you. ਥੈਂਕ ਯੂ ਸੋ ਮਚ ਸਰ। ਵੈਸੇ ਮੈਂ ਨਵਨੀਤ ਨੂੰ ਨੈਕਸਟ ਟਾਈਮ ਜ਼ਰੂਰ ਪੁੱਛੂੰਗੀ ਕਿ ਕੌਣ ਇਹਨਾਂ ਨੂੰ ਆਨਸਰ ਦੱਸਦਾ ਹੁੰਦਾ। Navneet, aap, yes, Okay. in पर सारी knowledge है कि okay, you're not supposed to ask Fine, these things. Okay, ठीक है। Navneet, I'm on your side. ਓਕੇ ਹਾਂਜੀ। ਠੀਕ ਹੈ ਜੀ। ਇਹ ਜੀ ਫਿਰ ਇਹ ਮਦਰ ਟਰੀਸਾ ਦੇ ਨਾਲ ਲੱਗੀ ਜੀ। ਮਦਰ ਟਰੀਸਾ ਨੇ ਇਹਨੂੰ ਕਿਹਾ ਵੀ ਤੂੰ ਜਿਹੜੀਆਂ ਮੇਰੇ ਆਸ਼ਰਮ ਹੈਗੇ ਆ ਉਹਨਾਂ 'ਚ ਕੰਮ ਕਰਨਾ। ਫਿਰ ਇਹਨੇ ਕੰਮ ਕਰਨਾ ਸ਼ੁਰੂ ਕੀਤਾ। 9 ਸਾਲ ਇਹਨੇ ਕੰਮ ਕੀਤਾ ਉਹਨਾਂ ਨਾਲ। ਮੋਰ ਦੀ ਲਾਈਫ ਖੁਸ਼ ਸੈਟਲ ਹੋਈ ਆ। ਲੈ ਲਓ call। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, हेलो, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? हाँ जी, सत श्री अकाल जी। शशि कला डेथ हो गई है। शशि कला जी ਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਇੱਥੋਂ ਬਰਮਟਨ ਤੋਂ ਬੋਲਦੇ ਜੀ ਸ਼ੁਕਰੀਆ ਜੀ ਜੀ। ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ ਸਰ। ਸੁਰਿੰਦਰ ਜੁਨੇਜਾ ਜੀ ਕਹਿ ਰਹੇ ਨੇ ਸ਼ਸ਼ੀ ਕਲਾ ਤੇ ਲਖਵਿੰਦਰ ਜੀ ਕਹਿ ਰਹੇ ਨੇ ਬਹੁਮਤ ਦੇ ਨਾਲ ਜੀ। ਸੋ ਇਹਦਾ ਨਾਮ ਬਹੁਤ ਦੇ ਨਾਲ ਹੈ ਜੀ। ਉਹ ਤਰਨ ਫਿਰ ਉਹ ਸ਼ੀ ਰੈਗੂਲਰਲੀ ਸਟਾਰਟਡ ਗੋਇੰਗ ਟੂ ਚਰਚ। ਜਿੱਥੇ ਰਹਿੰਦੀ ਸੀਗੀ ਚਰਚ ਵਿੱਚ ਜਾਂਦੀ ਸੀ। ਸਭ ਨੂੰ ਪਤਾ ਸੀ ਕਿ ਸ਼ਸ਼ੀ ਕਲਾ ਤੇ ਚੁੱਪ ਕਰਕੇ ਜਾਂਦੀ ਸੀ। ਜਦੋਂ ਉੱਥੇ ਮੈਚ ਖਤਮ ਹੁੰਦਾ ਸੀਗਾ ਆਪਣੇ ਚੁੱਪ ਕਰਕੇ ਆਪਦੇ ਵਾਪਸ ਆ ਜਾਂਦੀ ਸੀ। ਬਹੁਤ ਜ਼ਿਆਦਾ ਧਾਰਮਿਕ ਖਿਆਲਾਂ ਦੀ ਹੋ ਗਈ ਸੀ ਅਖੀਰਲੇ ਸਮੇਂ ਦੇ ਵਿੱਚ। ਤੇ ਤੁਸੀਂ ਇਮੇਜਿਨ ਕਰੋ ਇਹ ਡੈਥ ਪਤਾ ਕਿਦਨ ਹੋਈ ਹੈ? ਈਸਟਰ ਵਾਲੇ ਦਿਨ। ਓਕੇ, ਈਸਟਰ ਵਾਲੇ ਦਿਨ ਇਹ ਡੈਥ ਹੋਈ ਹੈ ਜੀ। ਬਿਲਕੁਲ ਜੀ, ਤੁਸੀਂ ਸਭ ਨੇ ਸਹੀ ਦੱਸਿਆ ਜੀ। ਬਿਲਕੁਲ। ਸ਼ਸ਼ੀ ਕਲਾ ਬੜੀ ਐਕਟਰ ਬੜੀ ਵਧੀਆ ਸੀਗੀ ਜੀ, ਪਰ ਇਹਨੂੰ ਉੱਥੇ ਤੱਕ ਨਹੀਂ ਪਹੁੰਚ ਸਕੀ ਜਿੱਥੇ ਤੱਕ ਪਹੁੰਚਣਾ ਚਾਹੀਦਾ ਸੀਗਾ। ਫਿਲਮਾਂ ਤੇ ਗੱਲ ਇਉਂ ਹੈ ਕਿ ਜਿਹੜਾ ਇੱਕ ਰੋਲ ਤੁਹਾਨੂੰ ਮਿਲ ਲੱਗ ਜਾਂਦਾ ਕਈ ਵਾਰੀ ਤੁਸੀਂ ਉਹ ਉਸ ਵਾਸਤੇ ਗਏ ਵੀ ਨਹੀਂ ਹੁੰਦੇ ਤੇ ਫਿਰ ਤੁਸੀਂ ਉਹਦੇ 'ਚ ਹੀ ਪੱਕੇ ਹੋ ਜਾਂਦੇ ਹੋ। ਤੁਹਾਨੂੰ ਹਰ ਰੋਲ 'ਚ ਉਹੀ ਨੈਗੇਟਿਵ ਮਿਲਦਾ, ਨੈਗੇਟਿਵ ਹੀ ਉਹਨੂੰ ਕਿ ਤੁਸੀਂ ਪੋਜ਼ਿਟਿਵ ਰੋਲ 'ਚ ਚਲੇ ਜਾਣਾ ਤੁਹਾਨੂੰ ਐਕਸੈਪਟ ਨਹੀਂ ਕਰਦੇ। ਇਹ ਮਨੋਜ ਕੁਮਾਰ ਨੇ ਬੜਾ ਵੱਡਾ ਰਿਸਕ ਲਿਆ ਸੀਗਾ ਜਦੋਂ ਪ੍ਰਾਣ ਨੂੰ ਨੈਗੇਟਿਵ ਤੋਂ ਕਰੈਕਟਰ ਰੋਲ ਦੇ ਵਿੱਚ ਉਪਕਾਰ 'ਚ ਲੈ ਕੇ ਆਇਆ ਸੀ। ਕਸਮੇ ਵਾਦੇ ਪਿਆਰ ਵਫਾ ਸਭ ਬਾतें हैं बातों का ਵਿਆਹ। ਔਰ ਉਹ ਉਦੋਂ ਪ੍ਰਾਣ ਐਸੇ ਰੋਲਾਂ 'ਚ ਆਉਣ ਲੱਗਿਆ। ਪ੍ਰਾਣ ਜਦੋਂ ਵਿਲਨ ਵੀ ਆਉਂਦਾ ਹੁੰਦਾ ਸੀ ਤਰਨ, ਪ੍ਰਾਣ ਹੀਰੋ ਤੋਂ ਵੱਧ ਪੈਸੇ ਲੈਂਦਾ ਹੁੰਦਾ ਸੀ। ਬਹੁਤ ਫਿਲਮਾਂ ਦੇ ਵਿੱਚ ਉਹਨੇ ਲਏ ਆ ਹੀਰੋ ਤੋਂ ਵੱਧ ਪੈਸੇ ਲਏ ਆ, ਪਰ ਇੱਕ ਰੋਲ ਨੂੰ ਛੱਡ ਕੇ ਦੂਜੇ 'ਚ ਆਉਣਾ ਇਟਸ ਨਾਟ ਈਜ਼ੀ। ਅੱਜ ਕੱਲ੍ਹ ਵਾਲੇ ਐਕਟਰਸ 'ਚ ਫਰਕ ਹੈ। ਇਹ ਜਿਹੜੇ ਹਾਲੀਵੁੱਡ ਵਾਲੇ ਹਾਲੀਵੁੱਡ ਵਾਲੇ ਐਕਟਰਸ ਨੇ ਉਹ ਇਸ ਕੰਮ 'ਚ ਬੜੇ ਨੇ। ਉਹ ਨੈਗੇਟਿਵ ਰੋਲਸ ਵੀ ਕਰਨਗੇ, ਪੋਜ਼ਿਟਿਵ ਰੋਲਸ ਵੀ ਕਰਨਗੇ, ਸਭ ਕੁਝ ਕਰਨਗੇ ਔਰ ਉਵੇਂ ਹਿੱਟ ਹੁੰਦੇ। ਕੁਝ ਆਡੀਅנס ਦੀ ਵੀ ਥੋੜੇ ਜਿਹਾ ਉਸ ਅਕੋਰਡਿੰਗ ਰਿਸਪੌਂਸ ਜਦੋਂ ਮਿਲਦਾ ਹੈ, ਕਿਉਂਕਿ ਪੁਰਾਣੇ ਜ਼ਮਾਨੇ 'ਚ ਇੱਕ ਛਾਪ ਬਣ ਜਾਂਦੀ ਸੀ ਕਿ ਜੇ ਤੁਸੀਂ ਨੈਗੇਟਿਵ ਹੋ ਤਾਂ ਤੁਸੀਂ ਨੈਗੇਟਿਵ ਰੋਲ 'ਚ ਹੀ ਸਹੀ ਲੱਗੋਗੇ। ਪਰ ਹੁਣ ਐਕਸਪੈਰੀਮੈਂਟਸ ਜਿਵੇਂ ਜਿਵੇਂ ਹੋਣੇ ਸ਼ੁਰੂ ਹੋ ਚੁੱਕੇ ਨੇ ਉਵੇਂ ਆਡੀਅנס ਵੀ ਉਸ ਚੀਜ਼ ਨੂੰ ਦਾਇਰਾ ਵੱਧ ਚੁੱਕਿਆ ਵਾ। ਬਿਲਕੁਲ। ਹਰੇ ਰਾਮਾ ਹਰੇ ਕ੍ਰਿਸ਼ਨ ਫਿਲਮ ਆਈ ਸੀਗੀ, ਉਹਦੇ 'ਚ ਜਿਹੜਾ ਰੋਲ ਜ਼ੀਨਤ ਮਾਨ ਨੇ ਕੀਤਾ ਉਹ ਮੁਮਤਾਜ਼ ਨੂੰ ਦਿੱਤਾ ਗਿਆ ਸੀ। ਦੇਵਾਨੰਦ ਨੇ ਕਿਹਾ ਮੁਮਤਾਜ਼ ਨੂੰ ਵੀ ਆਹ ਰੋਲ ਬੈਟਰ ਹੈ, ਤੂੰ ਇਹ ਕਰ ਲਾ। ਉਹ ਕਹਿੰਦੀ ਮੈਂ ਤਾਂ ਹੀਰੋਇਨ ਹੀ ਰਹਿਣਾ, ਮੈਂ ਨਹੀਂ ਇਹੋ ਜਿਹਾ ਕੰਮ ਕਰਨਾ ਹੈਗਾ। ਉਹ ਹੀਰੋਇਨ ਰਹੀ, ਜ਼ੀਨਤ ਮਾਨ ਚਾਹੀ ਹਿੱਟ ਹੋ ਗਈ, ਕਿਤੇ ਗਈ ਜੀ। ਬਸ ਕਈ ਵਾਰੀ ਮੌਕੇ ਦੀ ਗੱਲ ਹੁੰਦੀ ਹੈ। ਅੱਜ ਫਿਰ ਇੰਨਾ ਹੀ ਕਾਫੀ ਜੀ। ਬਿਲਕੁਲ ਜੀ। ਤੇ ਸਾਰੇ ਦਰਸ਼ਕਾਂ ਨੂੰ ਕਹਿ ਦਈਏ ਜੇਕਰ ਕਿਸੇ ਨੇ ਵੈਕਸੀਨ ਸੰਬੰਧੀ ਕੋਈ ਵੀ ਸਵਾਲ ਹੈਗਾ ਜਾਂ ਫਿਰ ਸਿਹਤ ਸੰਬੰਧੀ ਕੋਈ ਵੀ ਸਵਾਲ ਹੈਗਾ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਇਸ ਤੋਂ ਬਾਅਦ ਅਸੀਂ ਹੈਲਥ ਸਾਡਾ ਪ੍ਰੋਗਰਾਮ ਹੈਲਥ ਟਾਕ ਜਿਹੜਾ ਹੋਣ ਜਾ ਰਿਹਾ ਲਾਈਵ, ਉਸ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਡਾਕਟਰ ਬਜਾਜ ਸਾਡੇ ਨਾਲ ਹੋਣਗੇ। ਸੋ ਸਿਹਤ ਸੰਬੰਧੀ ਕੋਈ ਵੀ ਸਵਾਲ ਕਰਨਾ ਸਾਨੂੰ ਨੈਕਸਟ ਐਪੀਸੋਡ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਫਿਲਹਾਲ ਆਹ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ